औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अस्सलामुअलैकुम मेरे मौजूद दोस्तों, भाइयों, संगियों, साथियों। जैसा कि असी चंद दिन पहला अपने भाइयों की नज़र एक वीडियो की सी कि जिसदे विच साडे भरा जिन्हां नाल वकूए हो चुके ने, जिन्हां ने ये बीत चुकी है, उस सिलसिले की यही एक कड़ी पहले भी तुसीं साडीआं वीडियो वेख चुके हो। असी उन्हां लोकां नूं मदऊ करीदे कि जिहड़े इस करब चों, इस तकलीफ दे विचों गुजर चुके हैं। असी उन्हां दे लाइव जिहड़े बंदे अपने उत्ते मुश्किलात नूं लैके जिहड़े सारी सूरत हाल का सामना करके, सारी सूरत हाल फेस करके, वो मुसीबतां झेल के उस मुकाम ते पहुँचते हैं, फिर वो एज ए नसीहत सिर्फ अपने पिछे भरावां वास्ते, पिछले घर वालियां वास्ते, या कि जेह्ड़े जेह्ड़े वकूए उन्होंने होए ने, जेह्ड़ी जेह्ड़ियां तकलीफां उन्होंने बर्दाश्त कीतियां ने, उन्होंने दस्सण वास्ते कि असी ते इस करब चों निकल गए, असी ते तकलीफ बर्दाश्त की कि साढ़े नाल जो बीती है कि सानूं दस्सिया कुछ होर गया, निकलिया कुछ होर है। इस वास्ते असी पहला भी अपनियां जो वीडियो चाढ़ियां ने ते सानूं बड़ी खुशी है कि साढ़े दोस्तां ने वो बड़ी ही सानूं अच्छा रिस्पॉन्स मिलिया। तो कोई चीज़ जो अपलोड की जाती है, ਉਹਦਾ ਰਿਸਪੌਂਸ ਮਿਲੇ ਤੇ ਉਹਦੀ ਹਰ ਚੀਜ਼, ਉਹਦੀ ਕੀਮਤ, ਉਹਦੀ ਮਿਹਨਤ, ਉਹਦੀ ਜਿਹੜੀ ਫੋਰਸ ਲੱਗੀ ਹੁੰਦੀ ਹੈ, ਉਹਦਾ ਕਮਬੈਕ ਜਦੋਂ ਆ ਜਾਂਦਾ, ਕੋਈ ਲਾਈਕ ਕਰ ਦਿੰਦਾ ਜਾਂ ਉਹਦੇ ਤੋਂ ਕੋਈ ਨਸੀਹਤ ਫੜ ਲੈਂਦਾ, ਤੇ ਉਹਦੇ ਨਾਲ ਫਰਕ ਕੀ ਹੁੰਦਾ ਕਿ ਅਗਲਿਆਂ ਨੂੰ, ਕਰਨ ਵਾਲਿਆਂ ਨੂੰ ਹੌਸਲਾ ਮਿਲਦਾ ਕਿ ਸਾਡੀ ਪਹੁੰਚਾਈ ਹੋਈ ਗੱਲ, ਸਾਡੀ ਬੋਲੀ ਹੋਈ ਗੱਲ, ਸਾਡੇ ਭਰਾਵਾਂ ਦੀ ਕੀਤੀ ਹੋਈ ਮਿਹਨਤ ਜਿਹੜੀ ਉਹ ਰਾਏਗਾ ਨਹੀਂ ਗਈ। ਇਸੇ ਲਈ ਮੈਂ ਰਿਕੁਐਸਟ ਕਰਦਾ ਕਿ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰੋ ਤੇ ਸਾਨੂੰ ਜ਼ਾਹਿਦ ਕੰਪਿਊਟਰ ਮੋਬਾਈਲ ਦੇ ਨਾਮ ਤੋਂ ਸਾਡਾ ਹੈ। ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਵੀਡੀਓ ਵੇਖੋਗੇ ਤੇ ਇਨਸ਼ਾਅੱਲਾ ਤੁਹਾਨੂੰ ਐਜ਼ ਏ ਨਸੀਹਤ ਇਹਦੇ ਤੋਂ ਸਬਕ ਮੌਜ ਜਿਹੜੀ ਗੱਲ ਤੁਹਾਨੂੰ ਮਿਲੇਗੀ। ਇਨਸ਼ਾਅੱਲਾ ਤਾਲਾ ਸਾਡਾ ਚੈਨਲ ਜਿਹੜਾ ਇਹ ਲਾਜ਼ਮੀ ਸਬਸਕ੍ਰਾਈਬ ਕਰਿਆ ਕਰੋ। ਇਹ ਸਬਸਕ੍ਰਾਈਬ ਕਰਨ ਦਾ ਮਤਲਬ ਇਹ ਹੁੰਦਾ ਕਿ ਅੱਗੋਂ ਸਾਡੀਆਂ ਜਿਹੜੀਆਂ ਨਵੀਆਂ ਵੀਡੀਓ ਚੜ੍ਹਦੀਆਂ ਨੇ ਉਹ ਵੀ ਤੁਹਾਡੇ ਤੱਕ ਬਾਸਾਨੀ ਜਿਹੜੀਆਂ ਪਹੁੰਚ ਸਕਦੀਆਂ ਨੇ। ਤੇ ਇਹਦੇ ਤੋਂ ਇਕੱਲੇ ਤੁਸੀਂ ਨਹੀਂ, ਤੁਹਾਡੇ ਜਿਹੜੇ ਦੋਸਤ ਅਹਿਬਾਬ ਨੇ, ਰਿਸ਼ਤੇਦਾਰ ਨੇ, ਰਿਲੇਟਿਵ ਨੇ, ਜਿਹੜੇ ਤੁਹਾਡੇ ਸੰਗੀ ਸਾਥੀ ਬੇਲੀ ਨੇ, ਤੇ ਉਹ ਵੀ ਨਸੀਹਤ ਲੈ ਲੈਂਦੇ ਨੇ ਤੇ ਉਹ ਇਸ ਵੱਡੇ ਨੁਕਸਾਨ ਤੋਂ ਬਚ ਜਾਂਦੇ ਨੇ। ਸਾਡੇ ਦੋਸਤ ਨਸੀਰ ਭਾਈ ਆਪਣੇ ਤਾਰਕ ਜੱਟ ਸਾਹਿਬ ਨੇ ਫੋਟਾਬਾਜ਼ ਤੋਂ ਸਪੈਸ਼ਲੀ ਸਾਡੀ ਵੀਡੀਓ ਵੇਖ ਕੇ ਤੇ ਉਹਨਾਂ ਦੇ ਦਿਲ 'ਚ ਇੱਕ ਉਮੰਗ ਆਈ ਹੈ, ਇੱਕ ਜਜ਼ਬਾ ਆਇਆ ਕਿ ਯਾਰ ਗੱਲ ਇਹ ਕਿ ਇਹ ਬੰਦੇ ਜਿਹੜਾ ਨੇਕੀ ਦਾ ਕੰਮ ਕਰ ਰਹੇ ਨੇ ਤੇ ਲਿਹਾਜ਼ਾ ਮੈਨੂੰ ਵੀ ਇਹਨਾਂ ਨਾਲ ਰਾਬਤਾ ਕਰਨਾ ਚਾਹੀਦਾ। ਇਹਨਾਂ ਸਪੈਸ਼ਲ ਸਾਡੇ ਨਾਲ ਰਾਬਤਾ ਕੀਤਾ ਤੇ ਆਪਣੀ ਜਿਹੜੀ ਖੁਦ ਉੱਥੇ ਜਾਣ ਦੀ ਸਟੋਰੀ ਹੈ, ਜਿਹੜਾ ਕਿ ਇਹਨਾਂ ਨਾਲ ਧੋਖਾ ਹੋਇਆ, ਫਰਾਡ ਹੋਇਆ, ਜਿਹੜਾ ਉੱਥੇ ਇਹਨਾਂ ਨਾਲ ਜਾ ਕੇ ਹਾਲਾਤ ਬਣੇ ਨੇ, ਰਸਤੇ ਦੇ ਜਿਹੜੇ ਹਾਲਾਤ ਬਣੇ ਨੇ, ਉਹ ਸਾਰੇ ਜਿਹੜੇ ਕਿ ਅਸੀਂ ਇਹਨਾਂ ਨਾਲ ਡਿਸਕਸ ਕਰਾਂਗੇ ਐਜ਼ ਏ ਇੰਟਰਵਿਊ ਦੀ ਸ਼ਕਲ ਦੇ ਵਿੱਚ। ਪਹਿਲਾਂ ਤਾਂ ਤੁਸੀਂ ਲਾਈਵ ਸਟੋਰੀਆਂ ਸੁਣਦੇ ਹੋ, ਲੇਕਿਨ ਅਸੀਂ ਇਹਨਾਂ ਨੂੰ ਉਹ ਗੱਲਾਂ ਪੁੱਛਣੀਆਂ ਕਿ ਜਿਹੜੀਆਂ ਤੁਹਾਡੇ ਵਾਸਤੇ ਫਾਇਦੇ ਦੀਆਂ ਨੇ, ਸਾਡੇ ਵਾਸਤੇ ਫਾਇਦੇ ਦੀਆਂ ਨੇ। ਸਾਨੂੰ ਵੇਖਣ ਵਾਲੇ, ਸਾਨੂੰ ਸੁਣਨ ਵਾਲੇ, ਸਾਨੂੰ ਮਹਿਸੂਸ ਕਰਨ ਵਾਲੇ, ਸਾਨੂੰ ਜਿਹੜੇ ਕਿ ਵੇਖ ਰਹੇ ਨੇ ਹੁਣ ਵੀ ਤੇ ਪਹਿਲਾਂ ਵੀ, ਉਹਨਾਂ ਦੀ ਜਿਹੜੀਆਂ ਫਾਇਦੇ ਦੀਆਂ ਗੱਲਾਂ। ਤੇ ਗੱਲ ਇਹ ਵੇ ਕਿ ਹੁਣ ਅਸੀਂ ਇਹਨਾਂ ਭਾਈ ਜਾਨਾਂ ਦਾ ਇੰਟਰਵਿਊ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਤਾਰਫ ਕਰਵਾਈ ਚੱਲਾਂਗੇ ਫੋਟਾਬਾਜ਼ ਤੋਂ। ਤਾਰਕ ਜੱਟ ਸਾਹਿਬ ਇਹਨਾਂ ਦਾ ਨਾਮ ਹੈ ਤੇ ਸਪੈਸ਼ਲੀ ਸਾਡੇ ਕੋਲ ਇਮਰਾਨ ਬਾਈ ਦੇ ਰੈਫਰੈਂਸ ਨਾਲ ਇੱਥੇ ਆਏ ਨੇ ਤੇ ਅਸੀਂ ਇਹਨਾਂ ਨੂੰ ਫੈਸਲਾਬਾਦ ਦੇ ਵਿੱਚ ਆਪਣੇ ਸਟੂਡੀਓ ਦੇ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਅੱਛਾ ਸਰ, ਤੁਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ, ਸਾਡੇ ਨਾਜ਼ਰੀਨ ਨੂੰ ਵੀ ਦੱਸੋ ਕਿ ਤੁਹਾਡਾ ਇਹ ਕਿਵੇਂ ਜ਼ਿਹਨ ਬਣਿਆ ਕਿ ਜੀ ਮੈਨੂੰ ਜਾਣਾ ਚਾਹੀਦਾ ਹੈ ਤੇ ਮੈਨੂੰ ਅੱਗੇ ਵਧਣਾ ਚਾਹੀਦਾ ਹੈ? ਮਤਲਬ ਕਿ ਪਹਿਲਾਂ ਕਿਸੇ ਦੋਸਤ ਨੇ ਕਾਇਲ ਕੀਤਾ ਜਾਂ ਤੁਸੀਂ ਕਿਸੇ ਏਜੰਟ ਨੇ ਤੁਹਾਡੇ ਨਾਲ ਰਾਬਤਾ ਕੀਤਾ? ਨਹੀਂ, ਸਾਰੇ ਦੋਸਤ ਨੇ ਗੱਲ ਕਰ, ਏਜੰਟ ਨਾਲ ਰਾਬਤਾ ਇਸ ਤਰ੍ਹਾਂ ਹੋਇਆ ਸੀ, ਮਾਮੂ ਮੇਰਾ ਗਿਆ ਏਜੰਟ ਦੇ ਨਾਲ, ਏਜੰਟ ਨੇ ਰਾਬਤਾ ਕੀਤਾ ਵੀ ਠੀਕ ਹੈ ਤੂੰ ਬੰਦੇ ਤਿਆਰ ਕਰ ਜਿੰਨੇ ਵੀ ਹੋ ਸਕਦੇ, ਤੇਰੇ ਵਿੱਚੋਂ ਕਮਿਸ਼ਨ ਕੱਢ ਕੇ ਤੈਨੂੰ ਮੈਂ ਫ੍ਰੀ ਲੈ ਜਾਵਾਂਗਾ। ਮਾਮੂ ਨੇ ਰਾਬਤਾ ਕੀਤਾ ਤਨਖਾਹ ਕਿੰਨੀ ਹੋ ਗਈ, ਤਕਰੀਬਨ ਲੱਖ, ਸਵਾ ਲੱਖ, 1.5 ਲੱਖ ਹੋ ਜਾਏਗੀ ਉਧਰ ਦੀ ਜਨਾਨ ਦੀ ਜੋ ਉਹਨੇ ਆਖਿਆ ਠੀਕ ਆ। ਮੈਨੂੰ ਤਕਰੀਬਨ ਮਾਮੂ ਕੇ ਨੂੰ ਮਹੀਨਾ ਕੁ ਡੇਢ ਹੋਇਆ, ਬਾਅਦ ਚ ਉਹਨੇ ਰਾਬਤਾ ਮੇਰੇ ਨਾਲ ਕੀਤਾ। ਹਾਂ ਵੀ ਜਵਾਨਾ ਏਜੰਟ ਨੇ ਵੀ ਆਇਆ, ਬੰਦੇ ਚੱਲੇ ਨੇ, ਤੇਰਾ ਇੰਤਜ਼ਾਰ ਕਰ, ਤੂੰ ਵੀ ਆ। ਮੈਂ ਇਸ ਤਰ੍ਹਾਂ ਕਪਾਹ ਚੋਣ ਡਿਆ, ਖੇਤੀਬਾੜੀ ਦਾ ਮੌਸਮ ਸੀ ਉਦੋਂ, ਕਪਾਹ ਚੋਂ ਮੈਨੂੰ ਪਤਾ ਚੱਲਿਆ, ਮੈਂ ਵੀ ਤੁਰ ਪਿਆ। ਏਜੰਟ ਨਾਲ ਜੋ ਰਾਬਤਾ ਅਸੀਂ ਇੱਥੋਂ ਚੱਲੇ ਆ, ਮੈਂ ਤੇ ਕਰਾਚੀ ਪਹੁੰਚਿਆ। ਜੋ ਕਰਾਚੀ ਪਹੁੰਚ ਗਿਆ, ਸਰਦੀ ਬਹੁਤ,
ਬਹੁਤ ਜ਼ਿਆਦਾ ਸਰਦੀ। ਇਹ ਸਨ ਕਿਹੜੀ ਦੀ ਗੱਲ ਹੈ? ਸਨ 2008 ਦੇ ਵਿੱਚ। 2008 ਦੇ ਵਿੱਚ। ਠੀਕ। 2008 ਚ ਮੈਂ ਗਿਆ, 2015 ਚ ਮੈਂ ਵਾਪਸ ਆ ਗਿਆ। ਜੋ ਰਾਜ ਮੁਸ਼ਕਲਾਂ ਵੇਖੀਆਂ ਨੇ, ਬੜਾ ਕੋਈ ਰਾਜ ਨੁਕਸਾਨ ਵੀ, ਜੋ ਵੀ ਕਿਸੇ ਦਾ ਭਰਾ ਹੈ ਜਾਂ ਕਿਸੇ ਦਾ ਪਿਓ ਹੈ ਜਾਂ ਕਿਸੇ ਦਾ ਚਾਚਾ ਹੈ, ਕੋਈ ਬਹੁਤ ਨੁਕਸਾਨ ਰਾਹ ਵਿੱਚ ਹੁੰਦੇ ਆ ਕਿ ਐਸੇ ਐਸੇ ਵਕਤ ਐਸੇ ਐਸੀ ਜਗ੍ਹਾ ਨੇ ਵੀ ਜਿੱਥੋਂ ਬੰਦੇ ਦੀ ਗੁਜ਼ਰ ਦਿਹਾ ਸੀ ਵੀ ਜੇ ਗੁਜ਼ਰਿਆ ਜਾਂਦਾ ਵੀ ਨਹੀਂ ਸੀ, ਇੰਨੇ ਔਖੇ ਜਗ੍ਹਾ ਤੋਂ ਜਾਂਦੇ ਆ। ਤਕਰੀਬਨ ਉਦੋਂ ਜਾ ਕੇ ਰਾਜ ਇਹ ਯਾਦ ਹੁੰਦੀ ਸੀ ਵੀ ਸਾਡਾ ਮਾਂ ਪਿਓ ਸਾਡੇ ਪਿੱਛੇ ਦੁਆ ਕਰਦਾ। ਠੀਕ ਹੋ ਗਿਆ। ਜਦੋਂ ਗੁਜ਼ਰਦੇ ਹੋਏ ਇੱਕ ਥਾਂ ਤੇ ਇੱਕ ਐਸਾ ਵਾਕਿਆ ਆ ਗਿਆ ਵੀ ਇੱਕ ਪਹਾੜੀ ਹੁੰਦੀ ਸੀ ਰਾਹ ਤੋਂ ਗਾਂ, ਮਾਕੂ ਵਾਲੀ ਪਹਾੜੀ। 12 ਘੰਟੇ ਉਹਨੂੰ ਤਾਂ ਚੜ੍ਹਨ ਲੱਗੇ ਲੱਗ ਗਏ। ਇੱਥੋਂ ਸਬਈ ਬਾਬ ਖਾਂਦੇ ਨਹੀਂ, ਤੁਸੀਂ ਕਾਰਾਂ ਜ਼ਰੀਏ ਜਾਓਗੇ, ਬੱਸਾਂ ਜ਼ਰੀਏ ਜਾਓਗੇ, ਤੈਨੂੰ ਕੋਈ ਤੰਗੀ ਤਕਲੀਫ ਨਹੀਂ ਹੋਏਗੀ। ਉੱਥੇ ਭੁੱਖ ਮਾਰਦੀ ਆਮ ਜਾਂਦੀ, ਕੋਲ ਜੇ ਦਾਣੇ ਨੇ ਜਾਂ ਚਣੇ ਨੇ ਜਾਂ ਕੋਈ ਵੀ ਚੀਜ਼ ਲੈ ਕੇ ਜਾਂਦਾ, ਰਾਹ ਦੇ ਵਿੱਚ ਖਤਮ ਹੋਏ ਤੇ ਪਾਣੀ ਪਿਆਸੀ ਕੋ ਮਰ ਗਿਆ, ਕੋਈ ਭੁੱਖ ਨਾ ਮਰ ਗਿਆ, ਕੋਈ ਤੂੰ ਗਿਰ ਕੇ ਮਰ ਗਿਆ ਥੱਲੇ। ਬਹੁਤ ਜ਼ਿਆਦਾ ਪਿੰਜਰ ਪਏ। ਇਹ ਨਹੀਂ ਕੋਈ ਇੱਕ ਅੱਧਾ ਪਿਆ, ਬਹੁਤ ਜ਼ਿਆਦਾ। ਜੋ ਦਿਨ ਚੜ੍ਹਦੇ ਰਾਤ ਨੂੰ ਘੱਟ ਨਜ਼ਰ, ਦਿਨੇ ਜ਼ਿਆਦਾ ਹਰ ਚੀਜ਼ ਨਜ਼ਰ ਆਉਂਦੀ। ਰਾਜ ਕੇ ਮੁਰਦਿਆਂ ਦੀਆਂ ਤੁਹਾਨੂੰ ਡੈਡ ਬਾਡੀਆਂ ਲਾਈਵ ਨਜ਼ਰ ਆਉਂਦੀਆਂ ਨੇ, ਉਹਨਾਂ ਦੇ ਕੋਲ ਤੁਸੀਂ ਗੁਜ਼ਰਦੇ ਜੀ। ਇਹਨਾਂ ਦੇ ਕੋਲ ਅਸੀਂ ਗੁਜ਼ਰਦੇ, ਸਾਡੇ ਨਾਲ ਦੇ ਗਏ ਹੋਏ ਆਪਣੇ ਨਾਲ ਦੇ ਭਰਾ ਨੇ ਜਿਹੜੇ ਰਾਹ ਚ ਮਰੇ। 100 ਚੋਂ ਕੋਈ 10% ਬੰਦੇ ਪਹੁੰਚਦੇ ਆ। ਸਹੀ। ਉਹ ਵੀ ਅੱਲਾ ਕਿਹੜੀ ਕੀਤੀ ਨਾ ਪਹੁੰਚਦੇ, ਜਾਂ ਮਾਂ ਪਿਓ ਦੁਆਵਾਂ ਨਾਲ ਜਾਂ ਭੈਣ ਭਰਾ ਦੁਆਵਾਂ ਨਾਲ ਕਿਸ ਤਰੀਕੇ ਪਹੁੰਚਦੇ ਆ। ਸਹੀ। ਸਭ ਝੂਠ ਆ, ਫਰਾਡ ਹੈ, ਜੋ ਵੀ ਕਰਦੇ ਨੇ ਉੱਥੇ ਜਿਹੜੇ ਏਜੰਟ ਨੇ, ਸਭਈ ਬਾਗ ਹਰ ਚੀਜ਼ ਦਾ ਬਹਾਨੇ। ਇੱਥੋਂ ਸਭ ਤੋਂ ਜੋ ਤੁਰਨ ਲੱਗੇ ਆਖ ਦਿੰਦੇ ਆ ਵੀ ਠੀਕ ਹੈ ਭਾਈ ਤੂੰ ਚੱਲਿਆ, ਇੰਨੀ ਅਸੀਂ ਤਨਖਾਹ ਪੇਮੈਂਟ ਲਾਂਗੇ, ਇਹ ਤਰ੍ਹਾਂ ਤੈਨੂੰ ਜਾ ਕੇ ਕੰਮ ਤੇ ਲਵਾਂਗੇ। ਕੋਈ ਕੰਮ ਤੇ ਨਹੀਂ ਲਵਾਉਂਦਾ, ਕੋਈ ਚੀਜ਼ ਨਹੀਂ ਹੈ, ਸਭ ਜੋ ਕਰਨਾ ਆਪਣੇ ਸਿਰ ਤੇ ਕਰਨਾ। ਸਹੀ। ਮੈਂ ਇੱਥੋਂ ਜਦੋਂ ਗਿਆ ਸਾਂ 2008 ਵਿੱਚ ਗਿਆ, ਉੱਥੇ ਪਹੁੰਚਿਆ ਮੈਂ ਤਕਰੀਬਨ 1.25 ਮਹੀਨੇ ਚ ਮੈਂ ਜੁਨਾਨ ਪਹੁੰਚਿਆ। ਜਿਹੜਾ ਮੇਰੇ ਨਾਲ ਬੀਤੀ ਜੋ ਵੀ ਹੋਇਆ, ਐਸਾ ਐਸਾ ਵਕਤ ਵੇਖਿਆ ਵੀ ਬੰਦਿਆਂ ਨੂੰ ਪੁੱਠਿਆਂ ਲੰਮਿਆਂ ਪਾ ਕੇ ਇਸਤਰੀਆਂ ਲਾਉਂਦੇ ਨੇ, ਹੱਥਾਂ ਦੇ ਨਹੁੰ ਕੱਢਦੇ ਨੇ, ਝਟਕੇ ਬੀਜਦੀਆਂ ਲਵਾਣੇ ਜਿਨ੍ਹਾਂ ਦੀ ਪੇਮੈਂਟਾਂ ਨਹੀਂ ਹੋਣ। ਜਿਨ੍ਹਾਂ ਦੀਆਂ ਪੇਮੈਂਟਾਂ ਨੇ ਉਹਨਾਂ ਝਟਕੇ ਵੀ ਲਵਾਉਂਦੇ ਹਨ, ਇਸਤਰੀਆਂ ਵੀ ਲਾਉਂਦੇ ਹਨ, ਸਾਰਾ ਕੁਝ ਕਰਦੇ ਹਨ। ਫਿਰ ਇੱਕ ਵਕਤ ਆ ਗਿਆ, ਅਸੀਂ ਚਲੇ ਗਏ ਤੁਰਕੀ 'ਚ ਪਹੁੰਚੇ। ਤੁਰਕੀ ਜਾਂ ਜੋ ਜਨਾਨ 'ਚ ਵੜਿਆ, ਉੱਥੇ ਇੱਕ ਸੇਫ ਦੇ ਫਿਰ ਚਲੇ ਗਏ। ਉਹ ਸੇਫ ਦੇ ਵਿੱਚ ਤਕਰੀਬਨ ਘੱਟ ਤੋਂ ਘੱਟ ਕੋਈ 150 ਬੰਦਾ ਬੈਠਾ ਹੋਣਾ। ਅਸੀਂ ਅਲਹਮਦੁਲਿਲਾ ਮੁਸਲਮਾਨ ਆ, ਭਾਈ ਆ, ਪਰ ਸਾਡੇ 'ਚ ਮੁਸਲਮਾਨਾਂ ਵਾਲੇ ਕੰਮ। ਜੋ ਬਾਹਰ ਚਲਾ ਜਾਂਦਾ ਸਿਰਫ ਪੈਸਾ ਵੇਂਦਾ, ਇਹ ਨਹੀਂ ਵੇਂਦਾ ਵੀ ਮੇਰਾ ਭਾਈ ਹੈ ਪਾਕਿਸਤਾਨੀ ਹੈ, ਮੁਸਲਮਾਨ ਹੈ, ਅਲਹਮਦੁਲਿਲਾ ਵੀ ਕਲਮਾ ਪੜਿਆ ਸਾਰਿਆਂ, ਉਹ ਇਹ ਚੀਜ਼ ਨਹੀਂ ਵੇਂਦਾ, ਸਭ ਵੇਂਦਾ ਪੈਸੇ ਆ। ਇੱਕ ਪਿਸ਼ਾਵਰ ਦਾ ਪਠਾਨ ਆ, ਮੇਰੇ ਸਾਹਮਣੇ ਅੱਖਾਂ ਵੇਖਿਆ ਸਾਹਮਣੇ, 5 ਵਕਤ ਦਾ ਨਮਾਜ਼ੀ ਸੀ। 6 ਮਾਹ ਹੋ ਗਏ ਸਾਨੂੰ ਉਸ ਅੰਦਰ ਸੇਫ ਦੇ ਵਿੱਚ। ਉਹਦੇ 7 ਲੱਖ ਰੁਪਏ ਇੱਕ ਉਹਦੀ ਕੀਮਤ ਹੋਈ, 7 ਲੱਖ ਰੁਪਏ ਫਿਰ ਉਹਦੇ ਦੁਬਾਰੇ ਹੋਰ ਮੰਗਣ ਦੇ ਆ। ਉਹ ਨਮਾਜ਼ ਪੜ੍ਹਦਾ ਪਿਆ, ਉਹਨੂੰ ਆ ਕੇ ਉਹਦੀ ਪੇਮੈਂਟ ਕਰਾਉਣ ਲੱਗਾ। 2 ਲੀਟਰ ਦੀ ਪਾਣੀ ਦੀ ਬੋਤਲ ਪਿਆ ਕੇ ਉਹਦੇ ਜਿਹੜੇ ਹੱਥ ਨੇ ਪੈਰਾਂ ਉਹਦੇ ਮੰਜੀ ਦੇ ਪਾਵੇ ਥੱਲੇ ਦੇ ਕੇ ਉੱਥੋਂ ਮਾਰਨ ਲੱਗ ਗਿਆ। ਮਾਰ ਘਟਿਆ ਤੇ ਉਹਨੂੰ ਮੈਂ ਪੁੱਛਣਾ ਇਹਨੂੰ ਭਾਈ ਕਿਉਂ ਮਾਰਿਆ, ਉਹਨੇ ਆਖਿਆ ਇਹਦੀ ਪੇਮੈਂਟ ਨਹੀਂ ਹੁੰਦੀ। ਵੇਖ ਕੇ ਕੋਈ ਮਸਲਾ ਇਹ ਵੇਖ ਕੇ ਉਹਦਾ ਸਾਨੂੰ ਆਪ ਖੁਦ ਇਸ ਗੱਲ ਦਾ ਬਹੁਤ ਮਹਿਸੂਸ ਹੁੰਦਾ ਸੀ, ਰੋਣ ਵੀ ਹੁੰਦਾ ਸੀ ਵੇਖ ਕੇ ਵੀ ਇੱਕ ਮੁਸਲਮਾਨ ਹੋ ਕੇ ਕਲਮਾ ਪੜ੍ਹਨਾ ਜਿਹਨਾਂ ਇੰਨਾ ਵਾਧਾ ਜਾਂ ਇੰਨਾ ਕਈ ਕਤਲ ਜਿਹੜੇ ਹੁੰਦੇ ਨੇ ਯਹੂਦੀ ਨੂੰ ਵੀ ਨਹੀਂ ਕਰਦੇ। ਫਿਰ ਦੂਸਰਾ ਦਿਨ ਟੱਪਿਆ, ਉਸ ਬੰਦੇ ਤੇ ਵਾਕਿਆ ਹੋ ਗਿਆ ਕਿ ਫਿਰ ਨਮਾਜ਼ ਪੜ੍ਹਨ ਡਿਆ ਸੀ। ਨਮਾਜ਼ ਜਿਹਨੇ ਏਜੰਟ ਸੀ ਪਾਕਿਸਤਾਨੀ ਸੀ, ਉਹਨੇ ਮਾਰਿਆ ਉਹਦੇ ਲੱਕ ਦੇ ਵਿੱਚ ਠੁੱਡਾ। ਨਮਾਜ਼ ਪੜ੍ਹ ਸਿੱਧੇ ਗਏ ਨੂੰ ਉਦੋਂ ਤਕਲੀਫ ਹੋਈ। ਬਹੁਤ ਮੁਸ਼ਕਲ ਹਾਲਾਤ ਨੇ। ਜਿਹੜਾ ਇੱਥੋਂ ਸਭਈ ਬਾਗ ਵਹਿੰਦੇ ਨਾ ਬੰਦਿਆਂ ਦੇ ਅੱਖਾਂ ਵੇਖਿਆ ਜਾਂ ਕੋਈ ਵੀ ਕੰਮ ਕਰਦੇ, ਇਹ ਮੇਰਾ ਵੀਰ ਆ ਬਹੁਤ ਗਲਤ ਆ। ਸਭ ਤੋਂ ਬਿਹਤਰ ਹੈ ਆਪਣਾ ਪਾਕਿਸਤਾਨੀ, ਇੱਥੇ ਰਹੋ, ਆਪਣੀ ਮਿਹਨਤ ਕਰੋ, ਥੋੜੀ ਖਾ ਲਓ, ਸਭਈ ਬਾਗ ਗਾਂ ਦਾ ਨਾ ਵੇਖੋ। ਇੱਥੋਂ ਬੰਦੇ ਬਹੁਤ ਕੁਝ ਕਰਦੇ ਆਗਾ ਜਾਂ ਕੋਈ ਹੋਰ ਹੁੰਦੇ ਆ। ਭਰਾ ਭਰਾ ਦਾ ਨਹੀਂ ਬਣਦਾ, ਮਾਮਾ ਭਣੇਵੇਂ ਦਾ ਨਹੀਂ ਬਣਦਾ, ਪਿਓ ਪਿਓ ਦਾ ਪੁੱਤਰ ਦਾ ਨਹੀਂ ਬਣਦਾ। ਸਭ ਤੋਂ ਬਿਹਤਰ ਇੱਥੇ ਆ। ਨਹੀਂ ਜੀ, ਤੁਸੀਂ ਤੁਹਾਡੀ ਏਜੰਟ ਨਾਲ ਗੱਲ ਹੋ ਗਈ ਸੀ
ਤੇ ਫਿਰ ਉੱਥੇ ਡੱਕਣ ਦਾ ਮਕਸਦ ਕੀ ਸੀ ਜਦੋਂ ਤੁਹਾਡੀ ਇੱਕ ਗੱਲ ਤੈਅ ਹੋਈ ਕਿ ਤੁਸੀਂ ਇੰਨੇ ਪੈਸਿਆਂ ਦੇ ਵਿੱਚ ਤੁਹਾਨੂੰ ਅਸੀਂ ਮੁਕੰਮਲ ਯੂਨਾਨ ਕੰਪਲੀਟ, ਇਹ ਏਜੰਟ ਨੇ ਵਾਅਦੇ ਨਹੀਂ ਸੀ ਕੀਤਾ ਕਿ ਅਸੀਂ ਇੰਨੇ ਪੈਸਿਆਂ ਦੇ ਵਿੱਚ ਤੁਹਾਨੂੰ ਤੋੜ ਯੂਨਾਨ ਪਹੁੰਚਾਵਾਂਗੇ, ਤੁਹਾਨੂੰ ਕੋਈ ਕਿਸੇ ਤੇ ਤਕਲੀਫ ਨਹੀਂ ਆਏਗੀ? ਉਹਨੇ ਸਾਰੇ ਵਾਅਦੇ ਕੀਤੇ ਜੋ ਇੱਥੇ ਵਾਅਦਾ ਕਰ ਲੈਂਦੇ ਆ, ਗਾਂ ਜਾ ਕੇ ਇੱਥੋਂ ਸਬਜ਼ ਬਾਗ ਵਹਾਉਂਦੇ ਆ। ਮਸਲਨ ਕਿ ਥੋੜੇ ਪੈਸੇ ਜਿਵੇਂ ਰਾਜ਼ੀ ਕਰ ਲੈਂਦੇ ਨੇ ਬੰਦੇ, ਥੋੜੇ ਲੇਕਿਨ ਪੈਸੇ ਹਕੀਕਤ ਇਹ ਨਹੀਂ ਹੁੰਦੀ। ਹਕੀਕਤ ਇਹ ਨਹੀਂ, ਹਕੀਕਤ ਇਹ ਸਭ ਝੂਠ ਆ। ਹਕੀਕਤ ਇਹ ਨਹੀਂ, ਹਕੀਕਤ ਉਹ ਹੀ ਹੁੰਦੀ ਹੈ ਜਦੋਂ ਬੰਦਾ ਅੱਖੀ ਵੇਖ ਲੈਂਦਾ। ਠੀਕ। ਜਦੋਂ ਬੰਦਾ ਜਿਉਂ ਤੁਰਿਆ ਜਾਏਗਾ, ਫੈਸਲਾ ਸਫ਼ਰ ਕਰਦਾ ਜਾਏਗਾ, ਉਹਨੂੰ ਨਜ਼ਰ ਆਉਂਦਾ ਜਾਏਗਾ ਭੁੱਖਾਂ ਜੰਗਲਾਂ 'ਚ ਜਦੋਂ ਆਤਾ ਭੁੱਖ ਕੱਟਣੀਆਂ। ਜੱਟ ਆਪਣੇ ਘਰ ਸਕੂਨ ਕਰਨ ਡਿਆ ਵਾ, ਉਸ ਇਨਸਾਨ ਬਹੁਤ ਬੁਰੇ ਹਾਲਾਤ ਹੁੰਦੇ ਆ। ਉਹ ਜੰਗਲ ਹੁੰਦਾ ਹੈ ਜਿੱਥੇ ਇਸ ਟਾਈਮ ਬੰਦਾ ਸੁੱਤਾ ਵਾ, ਇੱਧਰ ਸੱਪ ਭੱਜੇ ਫਿਰਦੇ ਨੇ, ਸਕੂਨ ਨਾ ਪਿਆ। ਅੱਲਾ ਦੇ ਆਸਰੇ ਤੇ ਪਿਆ, ਕੋਈ ਬੰਦੇ ਦਾ ਆਸਰਾ ਨਹੀਂ। ਤੇ ਜਦੋਂ ਜਿਹੜੇ ਸਬਜ਼ ਬਾਗ ਵਿਖਾਉਂਦਾ ਨਾ, ਉਹ ਸਬਜ਼ ਬਾਗ ਸਭ ਝੂਠ, ਹਕੀਕਤ ਕੋਈ ਨਹੀਂ ਕੋਈ ਹੁੰਦੀ। ਹਕੀਕਤ ਨਹੀਂ, ਕੋਈ ਚੀਜ਼ ਨਹੀਂ ਉੱਥੇ। ਇਹ ਸਿਰਫ ਇੱਕ ਪੈਸਾ ਕਮਾਉਂਦੇ ਨੇ, ਹੋਰ ਕੁਝ ਨਹੀਂ ਕਰਦੇ। ਅਗਲੇ ਬੱਚੇ ਨੇ ਵੇਂਦੇ ਵੀ ਕਿਸੇ ਦਾ ਪੁੱਤਰ ਹੈ ਜਾਂ ਕਿਸੇ ਦਾ ਭਰਾ ਹੈ ਜਾਂ ਕਿਸੇ ਦਾ ਪਿਓ ਹੈ, ਇਹ ਚੀਜ਼ ਨਹੀਂ ਵੇਖਣੀ। ਉਹਨਾਂ ਸਿਰਫ ਪੈਸਾ, ਸਿਰਫ ਪੈਸੇ ਨਾਲ ਲੈਣ ਕੇ ਅਗਰ ਪੈਸਾ ਪੈਸਾ ਹੋਣਾ ਚਾਹੀਦਾ ਜੀ। ਤੇ ਇਹ ਭਰਾਵਾਂ ਵਾਸਤੇ ਰਿਕਵੈਸਟ ਹੈ ਵੀ ਜਿਹੜਾ ਕੋਈ ਵੀ ਚੀਜ਼ ਗਲਤ ਰਾਸਤੇ, ਹਾਂ ਬਾਈਅਰ ਜਾਣ, ਕਿਸੇ ਵੀ ਤਰੀਕੇ ਨਾਲ ਜਾਣ, ਕੋਈ ਤਕਲੀਫ ਨਹੀਂ। ਜਿਹੜੇ ਨੇ ਵਿੱਚੋਂ ਦੀ ਸ਼ਾਰਟਕਟ ਜਾਣਾ ਜਾਂ ਡੈਂਕਰਾਂ ਜਾਂ ਜੱਟਾਂ ਥਰੂ ਜਾਣਾ, ਇਹ ਸਭ ਬਕਵਾਸ ਹੈ, ਝੂਠ। ਠੀਕ ਹੈ ਜੀ। ਲੇਕਿਨ ਇਹ ਤੇ ਗੱਲ ਹੋ ਗਈ ਤੁਹਾਡੀ ਕਿ ਤੁਹਾਨੂੰ ਉਹਦੀ ਤਕਲੀਫਾਂ ਆਈਆਂ, ਤੁਸੀਂ ਉਹਨਾਂ ਨੂੰ ਬਰਦਾਸ਼ਤ ਕੀਤਾ। ਲੇਕਿਨ ਗੱਲ ਇਹ ਵੇ ਕਿ ਮੇਰੇ ਗੱਲ ਕਰਨ ਦਾ ਮਕਸਦ ਇਹ ਵੇ ਕਿ ਜਦੋਂ ਇੱਕ ਤੁਹਾਡੀ ਗੱਲ ਫਾਈਨਲ ਹੋ ਗਈ, ਲੇਕਿਨ ਫਿਰ ਉਹ ਤੁਹਾਨੂੰ ਕਿਉਂ ਉੱਥੇ ਕੈਦ ਕਰਦੇ ਨੇ? ਮਕਸਦ ਕੀ ਉਹਨਾਂ ਦਾ? ਕਿਉਂ ਨੇ ਆਪਣੇ ਮੰਜ਼ਿਲੇ ਮਕਸੂਦ ਪਹੁੰਚਾਉਣੇ? ਜਦੋਂ ਹਾਂਜੀ ਕਰਦੇ ਆ ਨਾ ਕੈਦ, ਕੈਦ। ਇੱਥੋਂ ਜਿਹੜੇ ਏਜੰਟ ਨੇ, ਜਿਹੜੇ ਅਗਲੇ ਏਜੰਟ ਹੁੰਦੇ ਆ ਨਾ, ਉਹ ਅਗਰ ਏਜੰਟ ਗਾਂ ਕੋਈ ਏਜੰਟ ਵੇਚੀ ਜਾਂਦੇ ਨੇ ਬੰਦੇ। ਮਸਲ ਕਿ ਬੰਦੇ ਅੱਗੇ ਫਰੋਖਤ ਹੁੰਦੇ ਨੇ। ਨਾਜ਼ਰੀਨ ਤੁਸੀਂ ਸੁਣ ਰਹੇ ਹੋ ਕਿ ਬੰਦੇ ਅੱਗੇ ਫਰੋਖਤ ਕੀਤੇ ਜਾਂਦੇ ਨੇ। ਬੰਦੇ ਏਜੰਟ ਇੱਕ ਵਾਰੀ ਲੈ ਕੇ ਪਾਕਿਸਤਾਨ ਦੇ ਜਿਹੜੇ ਏਜੰਟ ਨੇ ਆਰਾਮਦਿਆਂ ਨੂੰ ਦਿੰਦੇ ਨੇ, ਆਰਾਮਦਿਆਂ ਕੋ ਏਜੰਟ ਅੱਗੋਂ ਤੁਰਕੀ ਨੂੰ ਦਿੰਦੇ ਨੇ, ਤੁਰਕੀ ਦੇ ਕੋ ਏਜੰਟ ਯੂਨਾਨ ਨੂੰ ਦਿੰਦੇ ਨੇ। ਕਿੰਨੀਆਂ ਇਹ ਕੜੀਆਂ ਮਿਲੀਆਂ ਗਈਆਂ ਏਜੰਟਾਂ ਦੇ ਅੱਗੋਂ, ਸਟੈਪ ਬਾਏ ਸਟੈਪ ਨੇ। ਇੱਕ ਬੰਦਾ ਇਹ ਸਾਰੇ ਪ੍ਰੋਸੀਜਰ ਨੂੰ ਕੰਟਰੋਲ ਨਹੀਂ ਕਰ ਰਿਹਾ ਹੁੰਦਾ, ਅੱਗੋਂ ਕਈ ਬੰਦਿਆਂ ਹਰ ਮੁਲਕ ਦਾ ਦੀ ਆਪਣਾ ਆਪਣਾ ਏਜੰਟ ਆ। ਜੀ। ਇੱਥੋਂ ਜਿਹੜਾ ਪਾਕਿਸਤਾਨ ਦਾ ਏਜੰਟ ਹੈ, ਉਹਦਾ ਰਾਬਤਾ ਹੈ ਕਰਾਚੀ ਤੱਕ, ਇਹਦਾ ਐਸ ਏਰੀਆ ਦਾ। ਐਸੇ ਏਰੀਆ ਜਿਹੜਾ ਪਾਕਿਸਤਾਨ ਦਾ। ਜਿਹੜਾ ਉਹ ਵੀ ਪਾਕਿਸਤਾਨ ਕਰਾਚੀ, ਪਾਕਿਸਤਾਨ ਕੋ ਸੂਬਾ ਬਣ ਜਾਂਦਾ। ਜਦੋਂ ਉਸ ਕਰਾਚੀ ਜਿਹੜਾ ਉੱਥੋਂ ਦਾ ਏਜੰਟ, ਉਹਦਾ ਰਾਂ ਚ ਰਾਬਤਾ, ਰਾਂ ਦੇ ਵਿੱਚੋਂ ਗਾਂ ਆਸਤਾ ਜੋ ਨਹੀਂ ਹੋਗਾ ਤੁਰੇ ਜਾਣਾ ਨਾ ਬੰਦੇ ਨੇ, ਉਹਨੇ ਤਬਦੀਲ ਹੋਈ ਜਾਣੀ। ਉਹਨੇ ਵੇਖਦਿਆਂ ਜਾਣਾ ਵੀ ਮੈਂ 50,000 ਚ ਵੇਚ ਗਿਆ, ਲੱਖ ਚ ਵੇਚ ਗਿਆ, 20,000 ਚ ਵੇਚ ਗਿਆ, ਉਹਨੇ ਗਾਂ ਵੇਖਿਆ। ਜਦੋਂ ਇਸਤੰਬੁਲ ਤੱਕ ਪਹੁੰਚਣਾ ਵਾ, ਅੱਗੋਂ ਫਿਰ ਉਹਦੀ ਕੀਮਤ ਵੱਧ ਜਾਣੀ। ਸਗੋਂ ਉੱਥੋਂ ਤੋਂ ਪੈਂਡਾ ਥੋੜਾ ਹੋ ਜਾਂਦਾ, ਫਿਰ ਕੀਮਤ ਵੱਧ ਕਿਉਂ ਜਾਂਦੀ? ਉੱਥੋਂ ਕੀਮਤ ਇਸ ਤਰ੍ਹਾਂ ਬਣੇ, ਉੱਥੋਂ ਥੋੜੀ ਨਹਿਰ ਕ੍ਰਾਸ ਕਰਨੀ, ਜਦੋਂ ਵਾਲਾ ਦਿੰਦੇ ਨੇ ਸਾਨੂੰ ਨਹਿਰ ਕ੍ਰਾਸ ਕਰਨੀ, ਉਹਦੀ ਵਜ੍ਹਾ ਕੀਮਤ ਵੀ 2,000 ਯੂਰੋ ਲਾ ਲਓ, 500 ਲਾ ਲਓ, 1000 ਲਾ ਲਓ, ਜਿੱਥੇ ਕੋਈ ਫਸਿਆ। ਜੇ ਨਹੀਂ ਉੱਥੇ ਜਿਹੜੀ ਸੇਵ ਦੇ ਕੈਦ ਕਰਨਾ, ਉੱਥੋਂ ਗਾਂ ਕੁਰਦੇ ਨੂੰ ਦੇ ਕੁਰਦਿਸਤਾਨ। ਉਹ ਜੋ ਕੁਰਦੇ ਨੇ, ਉਹ ਕੁਰਦੇ ਇੱਕ ਐਸੀ ਚੀਜ਼ ਨੇ ਜਿੱਥੇ ਤੁਸੀਂ 7 ਚ ਗਏ ਹੋ, ਤੁਹਾਨੂੰ ਉੱਥੇ 14 ਭਰਨਾ ਪੈਣਾ। ਮਸਲ ਕਿ ਉਹ ਜ਼ਿਆਦਤੀ ਕਰਦੇ ਨੇ ਜਾਂ ਬਲੈਕਮੇਲ ਕਰਦੇ ਨੇ? ਬਹੁਤ ਜ਼ਿਆਦਾ ਇੰਨਾ ਕੁ ਕਰਦੇ ਨੇ, ਬੰਦੇ ਹੱਥ ਹੀ ਆਪਾਂ ਤੇ ਬੰਦਾ ਮਾਰੀ ਜਾਂਦਾ। ਕੋਈ ਕੁਦਰਤ ਨੂੰ ਜਿਹੜਾ ਕੋਈ ਬਚ ਮਾਰ ਦਿੰਦੇ, ਕਰਦੇ ਨਹੀਂ ਮਾਫੀ। ਚੀਜ਼ ਹੈ ਜਦੋਂ ਉਹਨਾਂ ਚੀਜ਼ ਹੈ, ਜਿਵੇਂ ਇੱਕ ਬਿਜਲੀ, ਇੱਕ ਇਸਤਰੀ ਇੰਨੀ ਕਿ ਉਹ ਕੱਪੜਾ ਇਸਤਰੀ ਕਰਨੀ ਕਿੰਨਾ ਪਿਘਲਦਾ, ਉਹ ਬੰਦੇ ਉੱਤੇ ਉਹਨਾਂ ਇਸਤਰੀਆਂ ਲਾ ਦਿੰਦੇ। ਅੱਛਾ, ਬੰਦਿਆਂ ਨੂੰ ਵਜ਼ੀਅਤ ਦੇਣੀ ਉੱਥੇ, ਇਸਤਰੀਆਂ ਲਾਉਣੀਆਂ, ਵਜ਼ੀਅਤ ਦਿੰਦੇ ਕਿ ਮਸਲ ਕੀ ਉਹਨਾਂ ਦਾ ਮੌਕਫ ਕੀ ਉਹਨਾਂ ਦਾ? ਪੈਸੇ ਹੋਰ ਮੰਗਵਾਓ। ਅੱਛਾ, ਪੈਸੇ ਹੋਰ ਮੰਗਾਓ। ਪੈਸੇ ਹੋਰ ਮੰਗਵਾਓ, ਤਾਂ ਪੈਸੇ ਮੰਗਵਾ ਵੀ ਲਓ ਤਾਂ ਵੀ ਨਹੀਂ ਉਹਨਾਂ ਛੱਡਣਾ। ਮਸਲ ਕਿ ਪੈਸੇ ਜਿਹੜੀ ਮਤਲੂਬਾ ਰਕਮ ਉਹਨਾਂ ਮੰਗੀ ਹੈ, ਉਹ ਲੈ ਕੇ ਵੀ ਨਾਜ਼ਰੀਨ ਉਹ ਬੰਦਾ ਛੱਡ ਦੇ। ਲਾਲਚ ਨਹੀਂ, ਲਾਲਚ ਨਹੀਂ ਛੱਡਦੇ। ਲਾਲਚ ਇਹ ਵੇ ਕਿ ਹੋਰ ਪੈਸੇ ਦਿਓ, ਹੋਰ ਪੈਸੇ ਦਿਓ, ਕਿਉਂਕਿ ਇਹ ਸਿੱਧੀ ਸਿੱਧੀ ਬਲੈਕਮੇਲਿੰਗ ਬਣ ਜਾਂਦੀ ਹੈ। ਇਹ ਹੁਣ ਫਸੇ ਨੇ। ਤੁਹਾਨੂੰ ਕਹਿਣ ਦਾ ਮਕਸਦ ਇਹ ਵੇ ਕਿ ਇਹ ਉੱਥੇ ਕੰਮ ਹੁੰਦੇ ਨੇ, ਇੱਥੇ ਜਿਹੜੇ ਏਜੰਟ ਗੱਲ ਦੱਸਦੇ ਨੇ, ਅਦਰਵਾਈਜ਼ ਇਹ ਗੱਲ ਇੱਕੋ ਨਹੀਂ। ਜੋ ਇੱਥੇ ਗੱਲ ਦੱਸੀ ਜਾਂਦੀ ਹੈ ਉਹਦੇ 100% ਉਹਦੇ ਖਿਲਾਫ ਹੀ ਜਾਂਦੀ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਹੋਰ ਬੰਦਾ ਨਹੀਂ ਕਹਿ ਰਿਹਾ, ਜਿਹੜੇ ਗਏ ਨੇ, ਜਿਨ੍ਹਾਂ ਨਾਲ ਇਹ ਸਾਰੀ ਗੱਲਬਾਤ ਹੋਈ ਹੈ, ਜਿਨ੍ਹਾਂ ਨੇ ਜ਼ੁਲਮ ਜ਼ਿਆਦਤੀ ਹੋਈ ਹੈ, ਇਹ ਉਹ ਬੰਦੇ ਕਹਿ ਰਹੇ ਨੇ। ਅੱਛਾ, ਇਹ ਉਹ ਫਿਰ ਪੈਸੇ ਲੈ ਕੇ ਵੀ ਨਹੀਂ ਛੱਡਦੇ, ਮਸਲ ਕਿ ਪੈਸੇ ਕਲੀਅਰ ਵੀ ਹੋ ਗਏ ਨੇ, ਲੇਕਿਨ ਬੰਦਾ ਆਪਣਾ ਛੱਡਣਾ ਕੋਈ ਨਹੀਂ ਜੀ। ਕੁਰਦਿਆਂ ਬੰਦਾ ਨਹੀਂ ਛੱਡਣਾ ਜਦ ਤੱਕ ਪਾਕਿਸਤਾਨੀ ਦੇ ਹੱਥ ਬੰਦਾ ਵਾ, ਉਹ ਪੈਸੇ ਲੈ ਕੇ ਛੱਡੇਗਾ। ਜਦੋਂ ਜਨਾਨ ਪਹੁੰਚ ਜਾਏਗਾ ਨਾ, ਉੱਥੇ ਵੀ ਜਾ ਕੇ ਫਿਰ ਉਹਨੇ ਸੇਫ ਚ ਜਾਣਾ। ਮਸਲ ਯੂਨਾਨ ਪਹੁੰਚ ਕੇ ਫਿਰ ਕੈਦ ਚ, ਫਿਰ ਕੈਦ ਚ ਜਦੋਂ ਜਨਾਨਾ ਜਾ ਕੇ ਤੁਸੀਂ ਪੈਸੇ ਦਿਓਗੇ, ਫਿਰ ਅੱਗੋਂ ਫ੍ਰੀ ਕਰੇਗਾ। ਅੱਛਾ, ਇਹਨਾਂ ਨੂੰ ਅਲੱਗਾ ਦੇਣੇ ਨੇ? ਦੱਸੋ ਨਾ ਕਿ ਜਿਹੜਾ ਏਜੰਟ ਸਹੀ ਹੈ, ਕੋਈ ਸੋਚ ਦੱਸ ਸਹੀ, ਉਹ ਕਰਦੇ ਨੇ, ਤੇ ਕਈ ਉਹ ਪੈਸੇ ਲੈ ਕੇ ਅਗਲੇ ਏਜੰਟ ਨੂੰ ਵੇਚ ਦਿੰਦੇ, ਉਹ ਲੈ ਕੇ ਅਗਲੇ ਨੂੰ ਵੇਚ। ਜਿਹੜਾ ਸਹੀ ਏਜੰਟ ਨੇ ਨਾ,
100 ਦੇ ਵਿੱਚੋਂ ਸਿਰਫ 5-6 ਏਜੰਟ ਸਹੀ ਆ। ਸਹੀ ਬਾਕੀ ਸਭ ਫਰਾਡੀ ਦੂਜਾ ਸਭ ਫਰਿਆਦ। ਕੋਈ ਏਜੰਟ ਹੋਗਾ ਜਿਹਦੀ ਤਕਰੀਬਨ ਸਰਵਿਸ 18-19 ਸਾਲ ਦੀ, ਜਿਹੜਾ ਰੈਸ਼ੀ ਯੂਨਾਨ ਦਾ ਜਾਂ ਤੁਰਕੀ ਦਾ, ਸਹੀ ਉਹ ਏਜੰਟ ਆ। ਜਿਹੜਾ ਮੇਰੇ ਤੇਰੇ ਵਰਗਾ ਏਜੰਟ, ਕੋਈ ਏਜੰਟ ਨਹੀਂਗਾ ਜੀ। ਉਹ ਸਭ ਬਕਵਾਸ, ਸਿਰਫ ਉਹ ਪੈਸੇ ਵਾਲਾ। ਉਹਨੂੰ ਜ਼ਿੰਦਗੀ ਮੌਤ ਦਾ ਨਹੀਂ, ਅਗਲੇ ਦੇ ਇਹਨੇ ਮਰ ਜਾਏਗਾ ਜਾਂ ਜੀਪੇਗਾ ਜਾਂ ਮੈਨੂੰ ਪਿੱਛੋਂ ਗਾਲਾਂ ਕੋਈ ਬਦਵਾ ਦੇਗਾ, ਉਹਨੂੰ ਇਹ ਨਹੀਂ ਸੁਣ। ਉਹਨੂੰ ਸਿਰਫ ਪੈਸੇ ਨਾਲ ਉਹਨੂੰ ਸਿਰਫ ਮਤਲਬ ਪੈਸੇ ਦਾ ਮਤਲਬ ਹੈ, ਪੈਸੇ ਤੱਕ। ਉਹ ਤੇਰੇ ਤੁਸੀਂ ਰਾਹ ਜਾਂਦਾ ਪਿੱਛਾ ਕਿ ਤੈਨੂੰ ਕੋਈ ਮਾਰ ਛੱਡੇ, ਉਹਨੂੰ ਇਹ ਨਹੀਂ ਵੇਖਣਾ। ਉਹਨੇ ਤੁਹਾਡੀ ਲਿਖ ਪੜ ਇੱਥੇ ਕਰ ਲੈਣੀ। ਜਦੋਂ ਤੁਸੀਂ ਘਰੋਂ ਇਥੋਂ ਟੁਰੇ ਹੋ ਪਾਕਿਸਤਾਨ, ਤੇ ਤੁਸੀਂ ਕਿੰਨੇ ਬੰਦਿਆਂ ਦਾ ਗਰੁੱਪ ਸੋ? ਅਸੀਂ ਇੱਥੋਂ ਤਕਰੀਬਨ 180 ਬੰਦੇ ਹਾਂ। 180 ਬੰਦੇ ਮੁxtਲਿਫ ਸ਼ਹਿਰਾਂ ਤੋਂ ਕਿ ਪਿੱਛੋਂ ਇੰਡੀਆ ਤੋਂ ਜਾਂ ਕੋਈ ਇੰਡੀਆ ਦੇ ਹਨ, ਬੱਚੇ ਪਿੱਛੋਂ ਬੰਗਲਾਦੇਸ਼, ਇੰਡੀਆ ਦੇ ਵੀ ਲੋਕ ਹੈ। ਤੁਸੀਂ ਕਰਾਚੀ ਦਾ। ਕਰਾਚੀ ਤੋਂ ਜਾ ਕੇ ਤੁਸੀਂ ਇੱਕ ਕੰਬਾਈਨ ਕਾਫਲਾ ਬਣ ਗਿਆ, ਇਹ ਕਾਫਲਾ ਇੱਕ ਕਾਫਲਾ ਬਣ ਗਿਆ। ਉੱਥੋਂ ਫਿਰ ਤੁਸੀਂ ਤੁਹਾਨੂੰ ਪਾਕਿਸਤਾਨੀ ਏਜੰਟ ਨੇ ਹੈਂਡਲ ਕੀਤਾ ਫਿਰ ਸਾਰਾ? ਕਰਾਚੀ ਪਾਕਿਸਤਾਨ ਨੇ ਹੈਂਡਲ ਕੀਤਾ, ਅੱਗੋਂ ਜਾ ਕੇ ਰਾਂਦੇ ਨੇ ਕੀਤਾ। ਤੁਹਾਨੂੰ ਫਿਰ ਇਥੋਂ ਨਾ ਬੱਸ ਤੇ ਪਾਇਆ ਜਾਂ ਕਿਸੇ ਇੱਕ ਜਗ੍ਹਾ ਪੈਦਲ ਖੜੇ ਆ ਕਿ ਜਾਂ ਕਰਾਚੀ ਤੋਂ? ਕਰਾਚੀ ਤੋਂ ਬੱਸ ਤੇ ਗਏ। ਬੱਸ ਤੋਂ ਤੁਸੀਂ ਮੁxtਲਿਫ 180 ਬੰਦੇ ਕਿਵੇਂ ਖੜੇ? ਮੁxtਲਿਫ ਬੱਸਾਂ ਕਰਵਾਈਆਂ ਨੇ? ਬੱਸਾਂ ਕਰਾਈਆਂ, 2 ਬੱਸਾਂ ਹਨ। 2 ਦੀਆਂ 2 ਚ ਬੰਦੇ ਇੱਕ ਗਏ, ਫਿਰ 2 ਜਵਾਬ ਫਰਕੋ ਫਰਕੀ ਗਏ ਆ। ਇੱਥੇ ਗਵਾਦਰ ਗਏ, ਗਵਾਦਰ ਕੋਲ ਇਰਾਨ ਚ ਗਏ ਹਨ। ਇਰਾਨ ਜਾ ਕੇ ਸੇਫ ਬਣੀ ਇੱਕ, ਫਿਰ ਉਹ ਤੇ ਸਾਡੇ ਤੋਂ ਅੱਗੇ ਵੀ ਜ਼ਿਆਦਾ ਬੰਦੇ ਬੈਠੇ ਹਨ ਜੋ ਗਾਂ ਵੇ ਗਏ। ਤੇ ਉੱਥੇ ਫੌਜੀਆਂ ਛਾਪੇ ਜਿਹੜੇ ਇਰਾਨੀ ਇਰਾਨ ਬਾਰਡਰ ਕ੍ਰਾਸ ਕਰਨਾ, ਉੱਥੇ ਸਿਰਫ ਮੇਰੀ ਮੌਤ। ਉਹ ਚਰਸੀਏ, ਫੀਮੀ, ਪੋਡਰੀਏ, ਉਹਨਾਂ ਇਹ ਨਹੀਂ ਵੇਖਣਾ, ਉਹਨਾਂ ਸਿਰ ਇੱਕੋ ਵਾਰ ਇਹ ਇਸ਼ਾਰਾ ਕਰਨਾ। ਉਹਨਾਂ ਨੇ ਨਹੀਂ ਹੋਇਆ, ਉਹਨਾਂ ਉੱਥੇ ਫਾਰਮਾ ਮੈਂ ਉੱਥੇ ਫਾਇਰਿੰਗ ਕਰਕੇ ਤੇ ਉਹਨਾਂ ਦਾ ਕੰਮ ਖਲਾਸ ਕਰ ਦਿੱਤਾ। ਅੱਛਾ, ਤੁਸੀਂ ਇਰਾਨ ਸਟੈਪ ਬਾਈ ਸਟੈਪ ਤੇ ਗਰੁੱਪਾਂ ਦੀ ਸ਼ਕਲ ਚ ਇੰਟਰ ਹੋਏ। 180 ਬੰਦੇ ਇਕੱਠੇ ਨਹੀਂ ਤੁਸੀਂ ਇੰਟਰ ਹੋਏ? ਇਕੱਠੇ ਨਹੀਂ ਇੰਟਰ ਹੋਏ। ਤੇ ਤੁਹਾਡੇ ਗਰੁੱਪ ਦਾ ਕਿੰਨਾ ਨੰਬਰ ਸੀ? ਸਾਡੇ ਗਰੁੱਪ ਦਾ ਤਕਰੀਬਨ ਦੂਸਰਾ ਨੰਬਰ ਸੀ। ਤੁਸੀਂ ਦੂਸਰੇ ਗਰੁੱਪ ਦੇ ਵਿੱਚ, ਤੁਸੀਂ ਇਰਾਨ ਦੇ ਵਿੱਚ ਇੰਟਰ ਹੋ ਗਏ। ਅੱਗੇ ਫਿਰ ਨਵੇਂ ਏਜੰਟ ਤੁਹਾਨੂੰ ਮਿਲੇ ਉੱਥੇ? ਨਵੇਂ ਏਜੰਟ ਮਿਲੇ। ਅੱਛਾ, ਉਹਨਾਂ ਫਿਰ ਸਬਰ ਤੁਹਾਡਾ ਪਿਛਲੇ ਏਜੰਟ ਦਾ ਤੁਹਾਡਾ ਲਿੰਕ ਟੁੱਟ ਗਿਆ, ਉਹਦਾ ਖਤਮ ਹੋ ਗਿਆ, ਪਾਕਿਸਤਾਨ ਦੇ ਬਾਰਡਰ ਤੋਂ ਤੁਹਾਨੂੰ ਕ੍ਰਾਸ ਕਰਾ। ਅੱਛਾ, ਅੱਗੋਂ ਫਿਰ ਤੁਸੀਂ ਇਰਾਨ ਦੀ ਗੱਲ ਦੱਸੋ ਕਿ ਇਰਾਨ ਤੋਂ ਗਾਂ ਫਿਰ ਤੁਸੀਂ ਕਿਵੇਂ ਗਏ? ਅੱਗੋਂ ਇਰਾਨ ਦਾ ਜਿਹੜਾ ਏਜੰਟ ਸੀ, ਉਹਨੇ ਗਾਣਾ ਤੁਰਕੀ ਦਾ ਏਜੰਟ ਸੀ, ਉਹਦਾ ਰਾਬਤਾ ਕਰ ਲਿਆ। ਮਤਲਬ ਕਿ ਇਰਾਨ ਤੁਸੀਂ ਈਜ਼ੀਲੀ ਕ੍ਰਾਸ ਕਰ ਗਏ ਸਾਰੇ? ਇਸ ਤਰੀਕੇ ਕਿ ਇਰਾਨ ਚ ਗਏ ਆ ਨਾ, ਉਹਨੇ ਅੱਗੋਂ ਪੈਸੇ ਦਿੱਤੇ ਕਿ ਸਾਡੇ ਕੋਲ ਏਜੰਟ ਪਾਕਿਸਤਾਨ ਦਾ ਰਾਬਤਾ ਸੀ ਇਰਾਨ ਦੇ ਵਿੱਚ, ਸਾਡੇ ਕੋਲ ਪੈਸੇ ਲੈ ਕੇ ਉਹਨੂੰ ਇਰਾਨੀ ਏਜੰਟ ਨੂੰ ਦਿੱਤੇ। ਇਰਾਨੀ ਨੇ ਅੱਗੋਂ ਦਿੱਤੇ ਨੇ ਗਾਂ ਪੈਸੇ ਦੇ ਕੇ ਅਗਲਾ ਏਜੰਟ ਕਰ ਲਿਆ। ਜਦੋਂ ਇਰਾਨ ਦੇ ਵਿੱਚ ਇੰਟਰ ਉਦੋਂ ਤੁਸੀਂ ਕਿੰਨੇ ਬੰਦੇ ਦਾ ਗਰੁੱਪ ਰਹਿ ਗਏ ਸੀ? ਉਦੋਂ ਤਕਰੀਬਨ ਤਾਂ ਕਾਫੀ ਬੰਦੇ ਆਏ ਨੇ, 180 ਤਾਂ ਅਸੀਂ ਹਾਂ। ਦੂਜੇ ਅਗਲੇ ਨੇ ਕਿੰਨੇ ਕੁ ਜਾਣੇ, ਕਾਫੀ ਬੰਦੇ, ਬਹੁਤ ਵੱਡਾ ਹਾਲ ਸੀ, ਛੋਟਾ ਜਿਹਾ ਨਹੀਂ ਸੀ, ਬਹੁਤ ਜ਼ਿਆਦਾ ਬੰਦੇ ਆ। ਤਕਰੀਬਨ ਜਦੋਂ ਇਰਾਨ ਦੇ ਵਿੱਚ ਉੱਥੇ ਗਏ ਆ, ਉੱਥੇ ਵੀ ਜਾ ਕੇ ਐਂਟਰ ਜੀ ਹੋਇਆ, ਕੋਈ ਏਜੰਟ ਅਗਲੇ ਜੋ ਰਾਬਤਾ ਆਇਆ, ਉਹਨੇ ਸਾਨੂੰ ਉਹਨੇ ਆਖਿਆ ਠੀਕ ਹੋ ਗਿਆ। ਉਹਨੇ ਜੋ ਬਾਰਡਰ ਤੇ ਰਾਬਤਾ ਕੀਤਾ, ਬਾਰਡਰ ਤੇ ਜਾ ਕੇ ਫੌਜ ਨੂੰ ਜਾ ਕੇ ਜੋ ਬੰਦੇ ਦਿੰਦੇ ਆ ਨਾ, ਜਦੋਂ ਪੈਸੇ ਦੇ ਕੇ ਫੌਜ ਨੂੰ ਪਾਰ ਕਰਨਾ, ਅਸਲ ਏਜੰਟ ਜੋ ਪੈਸੇ ਦੇ ਕੇ ਪਾਸ ਕਰਾਉਂਦਾ, ਉਦੋਂ ਇਨਸਾਨ ਨੂੰ ਕੁਝ ਨਹੀਂ। ਜਦੋਂ ਨਕਲ ਏਜੰਟ ਹੋਣਗੇ, ਉਸੇ ਟਾਈਮ ਗਾਂ ਲਗਾ ਦੇਣਗੇ ਚੋਰੀ, ਉਹ ਬੰਦੇ ਨੇ ਮਰ ਜਾਏਗਾ। ਮਸਲਨ ਕੇ ਨਾਜ਼ਰੀਨ, ਇਹ ਬਾਰਡਰ ਤੇ ਵੀ ਜਿਹੜਾ ਕਿ ਭਾਈਆਂ ਦੱਸ ਰਹੇ ਨੇ ਕਿ ਤੁਰਕੀ ਦੇ ਤੇ ਇਰਾਨ ਦੇ ਬਾਰਡਰ ਦੇ ਉੱਤੇ ਜਿਹੜੀ ਫੌਜ ਪੈਸੇ ਲੈ ਕੇ ਬਾਰਡਰ ਕ੍ਰਾਸ ਕਰਵਾਉਂਦੀ ਏ, ਉਹਦੇ ਵਿੱਚ ਸੇਫਲੀ ਹੈ, ਲੇਕਿਨ ਉਹ ਵੀ ਅੱਛਾ ਕੰਮ ਤੇ ਨਹੀਂ ਹੈ, ਤੇ ਉਹ ਵੀ ਕਰਪਸ਼ਨ ਦੇ ਜ਼ੁਮਰੇ ਚ ਆਉਂਦਾ, ਗਲਤ ਕੰਮ ਹੀ ਉਹ ਵੀ, ਉਹਦੇ ਚ ਵੀ ਜ਼ਿੰਦਗੀ ਨੂੰ ਰਿਸਕ ਦੇ ਵਿੱਚ ਪਾਇਆ ਜਾਂਦਾ। ਲੇਕਿਨ ਭਾਈਆਂ ਨੇ ਦੱਸਣ ਦਾ ਮਕਸਦ ਇਹ ਹੈ ਕਿ ਉੱਥੇ ਵੀ ਬਾਰਡਰ ਤੇ ਪੈਸੇ ਲੈ ਕੇ ਬਾਰਡਰ ਦੇ ਜਿਹੜੇ ਫੌਜੀ ਨੇ, ਜਿਹੜੇ ਅਫਸਰਾਨ ਨੇ, ਉਹ ਰਿਸ਼ਵਤ ਲੈ ਕੇ, ਕਰਪਸ਼ਨ ਕਰਕੇ ਬੰਦੇ ਆਪਣੀ ਨਿਗਰਾਨੀ ਦੇ ਵਿੱਚ ਪੈ ਜਾਂਦੇ ਨੇ। ਤੇ ਜਿਹੜੇ 2 ਨੰਬਰ ਏਜੰਟ ਹੁੰਦੇ ਨੇ, ਏਜੰਟ ਤੇ ਸਾਰੇ 2 ਨੰਬਰ ਨੇ, ਸਭ 2 ਨੰਬਰ ਅਨਲਿਗਨ ਕੰਮ। ਲੇਕਿਨ ਜਿਹੜੇ ਪੈਸੇ ਨਹੀਂ ਦਿੰਦੇ, ਉਹ ਫਿਰ ਰਾਤ ਦੀ ਤਰੀਕੇ ਦੇ ਵਿੱਚ, ਜਿਵੇਂ ਤਾਰਕ ਭਾਈ ਦੱਸ ਰਹੇ ਨੇ ਕਿ ਉਹ ਰਾਤ ਦੀ ਤਰੀਕੇ ਦੇ ਵਿੱਚ ਦਾ ਫਾਇਦਾ ਉਠਾ ਕੇ ਉਹ ਪਾਰ ਕਰਵਾਉਣ ਦੀ ਕੋਸ਼ਿਸ਼ ਕਰਦੇ, ਫਿਰ ਇਹਦੇ ਵਿੱਚ ਨੁਕਸਾਨਾਤ ਵੀ ਹੁੰਦੇ ਨੇ ਬੰਦਿਆਂ ਦੇ ਵਿੱਚ। ਬਹੁਤ ਜ਼ਿਆਦਾ ਸਿਕਿਉਰਿਟੀ ਅਦਾਰੇ ਨੇ, ਉਹ ਫਿਰ 1-2 ਵਾਰੀ ਅਲਰਟ ਕਰਦੇ ਨੇ, ਲੇਕਿਨ ਬਾਅਦ ਚੋਂ ਫਾਇਰਿੰਗ ਕਰਕੇ ਬੰਦਿਆਂ ਦਾ ਸਾਰਾ ਕੰਮ ਤਮਾਮ ਕਰਨੇ। ਖੁਸ਼ਕਿਸਮਤ ਲੋਕ ਦੀ ਗਾਂ ਚਲੇ ਜਾਂਦੇ ਨੇ, ਕੋਈ ਪਿਛਾਂ ਰਹਿ ਜਾਂਦੇ ਨੇ, ਤੇ ਕਈ ਫਿਰ ਅੱਛਾ, ਤੁਸੀਂ ਈਜ਼ੀਲੀ ਤੁਰਕੀ ਵਾਲਾ ਬਾਰਡਰ ਕ੍ਰਾਸ ਕਰਕੇ ਫਿਰ ਤੁਸੀਂ? ਅਸੀਂ ਈਜ਼ੀ ਕਰਕੇ ਜਦੋਂ ਅਸੀਂ ਤੁਰਕੀ ਦਾ ਬਾਰਡਰ ਕ੍ਰਾਸ ਕੀਤਾ ਨਾ ਜੀ, ਸਾਡੇ ਤੋਂ ਤਕਰੀਬਨ 10 ਮਿੰਟ ਨੂੰ ਟਾਈਮ ਦਿੱਤਾ ਕਿ 10 ਮਿੰਟ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਬੰਦੇ ਕਰਾ ਜਿੰਨੇ ਮਰਜ਼ੀ ਬੰਦੇ ਕਰਾ। ਤਕਰੀਬਨ 10 ਮਿੰਟ ਟਾਈਮ ਦਿੱਤਾ ਵੀ 10 ਮਿੰਟਾਂ ਬਾਅਦ ਸਾਡੇ ਪਿੱਛੇ ਫਾਇਰਿੰਗ ਸ਼ੁਰੂ ਹੋ ਗਈ। ਇਹ ਬਾਕਾਇਦਾ ਤੈਅ ਸੀ ਗੱਲਬਾਤ ਦੇ ਵਿੱਚ? ਇਹ ਤੈਅ ਹੋਈ ਸੀ ਜਦੋਂ 10 ਮਿੰਟਾਂ ਬਾਅਦ ਇਹ ਫਾਇਰਿੰਗ ਹੋਏਗੀ, ਉਦੋਂ ਖਲੋਣਾ ਨਹੀਂ, ਲੰਬੇ ਪੈ ਜਾਣਾ। ਕਿਉਂ ਫੌਜ ਨੇ ਆਪਣਾ ਇੰਟਰਵਿਊ ਦੇਣਾ ਸੀ, ਉਹਨਾਂ ਵੀ ਠੀਕ ਬੰਦੇ ਨਿਕਲ ਗਏ ਆ, ਨਹੀਂ ਫੜੇ ਗਏ, ਜੋ ਤਰੀਕਾ ਵੀ ਮੈਂ ਕਿ ਆਪਣੀ ਨਕਾਬੇ ਬਣਾਣੀ ਸੀ, ਤੁਸੀਂ ਲੰਬੇ ਪੈ ਜਾਣਾ, ਤੁਸੀਂ ਸੇਫ ਹੋ।
ਸੇਫ। 10 ਮਿੰਟ ਦੇ ਵਿੱਚ ਕਾਫੀ ਫਾਸਲਾ ਇਸ ਤਰ੍ਹਾਂ ਤੇ ਹੋ ਜਾਂਦਾ 10 ਮਿੰਟ ਦੇ ਵਿੱਚ ਤਕਰੀਬਨ ਕਾਫੀ ਬੰਦਾ ਬੜਾ ਸਾਰੇ ਲੰਘੇ ਤਕਰੀਬਨ ਇੱਕ ਬੰਦਾ ਵੀ ਨਹੀਂ ਭਜਿਆ। ਜਦੋਂ ਤੁਰਕੀ ਵਿੱਚ ਇਹਨੇ ਜਾ ਕੇ ਹੋ ਗਏ ਆ, ਅੱਗੋਂ ਫਿਰ ਜਾ ਕੇ ਸੇਫ, ਤੁਰਕੀ ਜਾ ਕੇ ਸੇਫ ਹੀ ਸੇਫ ਸਾਰੇ ਹੋ ਗਏ। ਤੁਰਕੀ ਜਾ ਕੇ ਫਿਰ ਅਸੀਂ ਇਸਤਾਂਬੁਲ ਜਾ ਕੇ ਫਿਰ ਏਜੰਟ ਨਵਾਂ ਕਰਨਾ ਪੈ ਗਿਆ। ਮਸਲ ਕਿ ਉਹ ਏਜੰਟ ਨੇ ਸਿਰਫ ਤੁਹਾਡੇ ਨਾਲ ਹੀ ਰਿਹਾ ਏਜੰਟ? ਨਹੀਂ, ਏਜੰਟ ਨਾਲ ਇੱਕੋ ਹੀ ਨਹੀਂ ਹੁੰਦਾ, ਸਿਰਫ ਫੋਨ ਦਾ ਰਾਬਤਾ ਨਾਲ। ਨਹੀਂ ਤੇ ਫਿਰ ਤੁਹਾਨੂੰ ਰਾਸਤੇ ਕੌਣ ਰਾਸਤਾ ਉਹਦੇ ਦੱਸਦਾ? ਨਾਲ ਕੋਈ ਬੰਦੇ ਰੱਖੇ, ਡੈਂਕਰ ਰੱਖੇ। ਮਸਲ ਕਿ ਉਹ ਬੰਦੇ ਤੁਹਾਡੇ ਨਾਲ ਜ਼ਰੂਰ ਹੁੰਦੇ ਹਾਂ, ਨੇ, ਬੰਦੇ ਸਾਡੇ ਏਜੰਟ ਨਹੀਂ ਹੁੰਦਾ। ਏਜੰਟ ਨਹੀਂ ਹੁੰਦਾ। ਏਜੰਟ ਜਿਹੜਾ ਸਹੀ ਉਹ ਆਪਣਾ ਆਪ show ਜਿਹੜਾ ਕਰਦਾ ਏਜੰਟ ਹੈ। ਇੱਕ ਆ, ਏਜੰਟ ਇੱਕ ਆ, ਉਹਦੇ ਨਾਂ ਕੋਈ ਦੱਸ ਕਿਸੇ ਨੂੰ ਪਤਾ ਹੀ ਨਹੀਂ ਕਿਹਦਾ ਅਸਲ ਨਾਂ ਕੀ ਹੈ। ਅਸਲ ਨਾਂ ਏਜੰਟ ਅੱਛਾ, ਆਪਣਾ ਤੁਰਕੀ ਦੇ ਵਿੱਚ ਉਹ ਤੁਹਾਨੂੰ ਫਿਰ ਉਹ ਡੈਂਕਰ ਜਿਹੜਾ ਤੁਸੀਂ ਨਾਂ ਲੈ ਰਹੇ ਕੋ ਡੈਂਕਰ ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਨੂੰ ਜਾ ਕੇ ਤੁਰਕੀ ਦੇਤਾ, ਤੁਰਕੀ ਦੇ ਉੱਥੇ ਤੁਹਾਨੂੰ ਤੁਰਕੀ ਦਾ ਇਸਤਾਂਬੁਲ ਦਾ ਜਿਹੜਾ ਏਜੰਟ ਉਹਦੇ ਹਵਾਲੇ ਕਰਤਾ। ਹਾਂਜੀ, ਤੁਰਕੀ ਦੇਤਾ ਨਾ, ਤੁਰਕੀ ਆ ਜਿਹੜਾ ਏਜੰਟ ਉਹਨੇ ਸਾਨੂੰ ਸੇਵ ਕਰ ਲਿਆ, ਉਹ ਵੀ ਡੈਂਕਰ ਆ। ਉਹਨੇ ਸੇਵ ਕਰਕੇ ਅੱਗੋਂ ਅਗਲੇ ਏਜੰਟ ਨਾਲ ਰਾਬਤਾ ਕੀਤਾ, ਉਹਨੇ ਸਗੋਂ ਬੱਸ ਤੇ ਉਹਨੂੰ ਟਿਕਟਾਂ ਲੈ ਕੇ ਚੜਾ। ਉਹਦੇ ਵਿੱਚੋਂ ਤਕਰੀਬਨ ਅਸੀਂ ਅੱਧੇ ਬੰਦੇ ਬਹਿਣਾਂਗੇ, ਅੱਧੇ ਉੱਥੇ ਵਾਪਸ ਹੋ ਗਏ। ਨਹੀਂ, ਵਾਪਸ ਚੜਾ ਕਿੱਧਰ ਨੂੰ ਛੜਿਆ? ਹੈਗਾ ਇਸਤਾਂਬੁਲ ਨੂੰ, ਤੁਰਕੀ ਦਾ ਕਿਹੜੇ ਇਸਤਾਂਬੁਲ ਸ਼ਹਿਰ ਅਵਾਨ ਉਹ ਤੋਂ ਦਾਰਾ ਬੱਸ ਸਲਾਫਾ। ਅੱਛਾ। ਹੈ ਨਾ। ਅਵਾਨ ਸ਼ਹਿਰ ਤੋਂ? ਹਾਂਜੀ, ਅਵਾਨ ਸ਼ਹਿਰ ਤੋਂ ਤੁਸੀਂ ਇਸਤਾਂਬੁਲ ਵਾਸਤੇ ਬੱਸ ਤੇ ਤੁਸੀਂ ਰਵਾਨਾ ਹੋ ਗਏ। ਰਵਾਨਾ ਹੋ। ਉਹ 2 ਦਿਨ ਦਾ ਸਫ਼ਰ ਬਣਦਾ ਅਵਾਨ ਤੋਂ, ਉਹਨੇ ਅੰਕਰਾ ਆਉਣਾ ਵੇ, ਅੰਕਰਾ ਤੋਂ ਫਿਰ ਇਸਤਾਂਬੁਲ ਆਉਣਾ। ਜਦੋਂ ਉੱਥੇ ਜੋ ਇਸਤਾਂਬੁਲ ਜਾਣਾ, ਉੱਥੋਂ ਜਾ ਕੇ ਜਿਹੜਾ ਏਜੰਟ ਹੋਣਾ ਉਹਨੇ ਗਾਂ ਰਾਬਤਾ, ਫਿਰ ਕੋਈ ਜਨਾਹ ਜਿਹੜਾ ਹੋਏਗਾ ਨਾ ਏਜੰਟ, ਉਹਨਾਂ ਰਾਬਤਾ ਕਰਨਾ ਵੀ ਮੇਰੇ ਕੋਲ ਇੰਨੇ ਬੰਦੇ ਆ, ਦੱਸ ਕਿੰਨੇ ਪੈਸੇ ਲਏਗਾ, ਕੀ ਕਰੇਗਾ, ਇਹਨੂੰ ਮੈਂ ਕਿਸ ਤਰੀਕੇ ਪੜਾਊਗਾ, ਉਹ ਆਪਣਾ ਬੰਦਾ ਦੇਗਾ। ਕਿ ਬੰਦਿਆਂ ਦੀਆਂ ਬੋਲੀਆਂ ਲੱਗਦੀਆਂ ਨਾਲ, ਬੋਲੀਆਂ ਬੰਦਿਆਂ ਦੀਆਂ ਬੋਲੀਆਂ ਲੱਗਦੀਆਂ, ਉੱਥੇ ਕਨਫਰਮ ਕੀਤਾ ਜਾਂਦਾ। ਹਾਂ, ਪਰ ਜਿਹੜਾ ਉੱਥੇ ਪੈਸੇ ਨਹੀਂ ਦਿੰਦਾ ਉਹਦੇ ਨਾਲ ਇਸਤਾਂਬੁਲ ਦਾ ਜਿਹੜਾ ਏਜੰਟ ਹੈ ਉਹ ਅੱਗੇ ਤੁਰਕੀ ਦੇ ਯੂਨਾਨ ਦੇ ਏਜੰਟ ਨਾਲ ਰਾਬਤਾ ਕਰਦਾ ਹੈ ਕਿ ਗੱਲ ਕਰ ਸਾਡੇ ਨਾਲ, ਅਸੀਂ ਇਹ ਬੰਦੇ ਨੇ 100 50 60 70 ਜਿੱਥੇ ਗੱਲ ਮੁੱਕ ਜੇ। ਫਿਰ ਮਸਲਨ ਕਿ ਤੁਹਾਨੂੰ ਕਹਿਣ ਦਾ ਮਕਸਦ ਹੈ ਕਿ ਭੇਡ ਬੱਕਰੀਆਂ ਤਰ੍ਹਾਂ ਇਹ ਸੌਦੇ ਹੁੰਦੇ ਨੇ। ਭੇਡ ਬੱਕਰੀ ਇਹ ਸਾਰੀ ਗੱਲ ਜਿਹੜੇ ਕਰਨ ਦਾ ਹੁੰਦੇ ਨਾ ਮਕਸਦ ਹੈ। ਪਾਕਿਸਤਾਨ ਦੇ ਏਜੰਟ ਟੋਟਲ ਜੋ ਵੀ ਕਰਦੇ ਨੇ ਸਾਡਾ ਆਪਣੇ ਪਾਕਿਸਤਾਨੀ ਕਰਦੇ ਆ। ਬਾਹਰ ਦਾ ਏਜੰਟ ਕੋਈ ਵੀ ਉਹਨੇ ਸਿਰਫ ਪੈਸੇ ਲੈਣੇ ਆ, ਉਹਨੇ ਗਾਲ ਨਹੀਂ ਕਰਨੀ। ਜੋ ਵੀ ਕਾਰਵਾਈ ਕਰਨੀ ਹੈ, ਇਹਨਾਂ ਨੂੰ ਪੈਸੇ ਮਿਲਣੇ ਪਿੱਛੋਂ, ਇਹਨਾਂ ਗਾਂ ਦੇਣੇ, ਉਹਨਾਂ ਦੇ ਅਕਾਊਂਟ 'ਚ ਖਲਾਣੇ। ਇਹਨਾਂ ਦੇਣੇ ਨਹੀਂ ਦੇਣਾ, ਸਾਨੂੰ ਫੜ ਕੇ ਬੰਨਣਾ। ਜੇ ਮਕਸਦ ਇਹਨਾਂ ਕੋਲ ਪੈਸੇ ਨਹੀਂ ਗਏ, ਜੇ ਪੈਸੇ ਆਵੇਗੇ ਤਾਂ ਵੀ ਆ ਖੜੇ, ਪੈਸੇ ਨਹੀਂ ਆਏ ਉਹਨਾਂ ਉੱਥੇ ਫੜ ਕੇ ਕਰ ਦੇ। ਅਬਲ ਦਾਦਰ ਨੇ ਰੋਟੀ ਵੀ ਨਹੀਂ ਕੀ ਖਾਂਦੇ, ਕਈ ਨੂੰ ਕੁਛ ਸ਼ਾਇਦ ਦਿੰਦੇ ਹੀ ਨਹੀਂ ਗਏ, ਭੁੱਖੇ ਤੱਸੇ ਪਿਆਸੇ ਮਰ ਜਾਣਾ ਕਈਆਂ ਨੇ। ਕੋਈ ਐਸਾ ਵਕਤ ਉਹਦੇ ਜਿਹੜੀ ਨੇਰ ਕੋਠੀ ਹੁੰਦੀ ਨਾ, ਉੱਥੇ ਬੰਦੇ ਦੇ ਜਿਹੜੇ ਮਾਸ ਨੇ ਉਹ ਠੋਕਰੇ ਹੋਏ। ਉੱਥੇ ਖਾਣਾ ਵੀ ਪ੍ਰਾਪਰ ਨਹੀਂ ਦਿੱਤਾ ਜਾਂਦਾ, ਉੱਥੇ ਖਾਣ ਦੀ ਵੀ ਕਿੱਲਤ, ਉੱਥੇ ਪੀਣ ਦੀ ਵੀ ਕਿੱਲਤ, ਉੱਥੇ ਦੁੱਖ ਤੇ ਤਕਲੀਫ ਵੀ ਬਰਦਾਸ਼ਤ ਕਰਨੀ ਪੈਂਦੀ ਹੈ। ਅੱਛਾ, ਤੁਸੀਂ ਉੱਥੋਂ ਫਿਰ ਇਸਤਾਂਬੁਲ ਤੋਂ ਫਿਰ ਤੁਸੀਂ ਯੂਨਾਨ ਵਾਸਤੇ ਰਵਾਨਾ ਹੋ ਗਏ। ਤੁਹਾਡੀ ਗੱਲਬਾਤ ਉਹ ਏਜੰਟ ਨੇ ਕਰ ਲਈ, ਅੱਗੇ ਤੁਹਾਨੂੰ ਵੇਚ ਛੜਿਆ ਕਿ ਇੰਨੇ ਦੇ ਵਿੱਚ ਗੱਲ ਹੋ ਗਈ। ਤੁਹਾਨੂੰ ਨਹੀਂ ਪਤਾ ਕਿ ਕਿੰਨੇ ਦੇ ਵਿੱਚ ਤੁਹਾਨੂੰ ਕੋਈ ਇਲਮ ਦੇ ਵਿੱਚ ਠੀਕ ਹੋ। ਅੱਛਾ, ਉਦੋਂ ਫਿਰ ਤੁਸੀਂ ਇਸਤਾਂਬੁਲ ਚਲੇ ਗਏ? ਇਸਤਾਂਬੁਲ ਤੋਂ ਤੁਸੀਂ ਯੂਨਾਨ ਲਈ ਰਵਾਨਾ ਹੋ ਗਏ। ਦਿਨੇ ਹੋਏ ਸੀ ਕਿ ਰਾਤ ਹੋਏ ਸੀ? ਦਿਨੇ ਹੋਏ। ਉਦੋਂ ਤੁਹਾਡਾ ਗਰੁੱਪ ਕਿੰਨੇ ਦਾ ਰਹਿ ਗਿਆ? ਉਦੋਂ ਤਕਰੀਬਨ 80-90 ਬੰਦੇ। ਉਦੋਂ ਵੀ ਤੁਸੀਂ 80-90 ਬੰਦੇ ਸੀ? ਠੀਕ ਹੋ ਗਿਆ। 80-90 ਬੰਦਿਆਂ ਨੂੰ ਉਹ ਡੈਂਕਰ ਜਿਹੜਾ ਤੁਸੀਂ ਕਹਿ ਰਹੇ ਹੋ ਡੈਂਕਰ ਹੀ ਹੈਂਡਲ ਕਰਦੇ ਆ? ਅੱਗੋਂ ਫਿਰ ਡੈਂਕਰ ਨਵਾਂ ਆ ਗਿਆ, ਅੱਗੋਂ ਨਿਊ ਡੈਂਕਰ ਆ ਗਿਆ। ਬਿਲਕੁਲ, ਉਹ ਨਵਾਂ ਡੈਂਕਰ ਜਿਹਨੇ ਨਹਿਰ ਕ੍ਰਾਸ ਕਰਾਈ ਹੈ ਨਾ, ਉਹ ਫਿਰ ਅੱਗੋਂ ਕਸ਼ਤੀਆਂ ਰੱਖੀਆਂ ਵਿੱਚ। ਕਸ਼ਤੀਆਂ ਲੋਕਲ ਹੁੰਦੀਆਂ ਜਾਂ ਕੋਈ ਸੇਫ ਵੀ ਹੁੰਦੀਆਂ? ਨਹੀਂ, ਲੋਕਲ ਕਸ਼ਤੀਆਂ ਟੂਬ ਵਾਲੀਆਂ। ਅੱਛਾ, ਟੂਬ ਤਕਰੀਬਨ ਉਸ ਨਹਿਰ ਦੇ ਪਾਣੀ ਦੀ ਸਪੀਡ 220 ਉੱਤੇ ਹੈ। ਇੰਨੀ ਸਪੀਡ ਨਾਲ ਪਾਣੀ ਚੱਲ ਰਿਹਾ ਵਾ। ਕਈ ਉਹ ਲੀਗਲ ਤਰੀਕਾ, ਕੋਈ ਇੱਕ ਖੁਸ਼ਕ ਰਸਤਾ ਵਾ ਉਧਰੋਂ ਪੜਾਉਂਦੇ ਆ, ਕੋਈ ਉਸ ਨਹਿਰ 'ਚ ਪੜਾਉਂਦੇ। ਅੱਛਾ, ਖੁਸ਼ਕ ਰਸਤਾ ਵੀ ਜਾਂਦਾ ਹੈ? ਖੁਸ਼ਕ ਰਸਤਾ ਵੀ ਹੈ ਤੇ ਨਹਿਰ ਦਾ ਰਸਤਾ ਵੀ ਹੈ। ਅੱਛਾ, ਤੁਸੀਂ ਖੁਸ਼ਕ ਰਸਤੇ ਸਾਨੀ ਗਏ ਹੋ ਕਿ ਨਹਿਰ ਤੇ? ਅਸੀਂ ਨਹਿਰ ਤੇ ਗਏ। ਤੁਸੀਂ ਨਹਿਰ ਤੇ। ਇਹ ਕਿੰਨੀ ਦੇਰ ਦਾ ਸਫ਼ਰ ਹੈ ਉਹਨੂੰ ਨਹਿਰ ਨੂੰ ਕਰਾਸ? ਨਹਿਰ ਤਕਰੀਬਨ ਇੱਕ ਵਿਗੇ ਦਾ ਮੱਥਾ ਵਾ, ਤੇ ਤਕਰੀਬਨ ਲੱਗ ਜਾਂਦੇ ਕੋਈ 15-20 ਮਿੰਟ ਲੱਗ ਜਾਂਦੇ। ਨਹੀਂ, ਵਿਗੇ ਤੇ ਨਾਜ਼ਰੀਨ, ਵਿਗੇ ਤੋਂ ਮਤਲਬ ਇਹ ਵੇ ਕਿ ਸਾਡੀ ਪੰਜਾਬੀ ਜ਼ਬਾਨ ਦੇ ਵਿੱਚ ਵੀ ਹੈਗਾ ਕਿ ਇਹਨੂੰ ਤੁਸੀਂ ਕਰ ਸਕਦੇ ਹੋ 4 ਕਨਾਲ ਦਾ। 4 ਕਨਾਲ ਤੋਂ ਤੁਸੀਂ ਕਰ ਸਕਦੇ ਹੋ ਕਿ ਜਿਵੇਂ 150 ਫੁੱਟ ਲਾ ਲਓ, 150 ਤੋਂ 200 ਫੁੱਟ ਦੇ ਜਿਹੜਾ ਕਿ ਚੌੜੀ ਨਹਿਰ ਹੈ, ਤੇ ਉਹਨੂੰ ਕ੍ਰਾਸ ਕਰਨ ਵਾਸਤੇ ਟੂਬਾਂ ਦੀਆਂ ਜਿਹੜੀਆਂ ਨੇ, ਆ ਟਿਊਬ ਜਿਹੜੀ ਹੁੰਦੀ ਹੈ ਇਹਦੀ ਕਸ਼ਤੀ ਬਣੀ ਹੁੰਦੀ ਹੈ, ਲੇਕਿਨ ਉਹਦੇ ਚ ਕੋਈ ਜਾਨ ਸੇਫ ਕੋਈ ਨਹੀਂ। ਕੋਈ ਜਾਂਦਾ ਤੇ ਜਾਵੇ ਪਿਆ, ਕੋਈ ਰੁੜਦਾ ਤੇ ਰੁੜੇ ਪਿਆ। ਜੇ ਮਕਸਦ ਅੱਗੋਂ ਫਾਇਰਿੰਗ ਹੋ ਗਈ, ਫਟ ਸਕਦੀ, ਅੱਗੋਂ ਫਾਇਰਿੰਗ ਹੋ ਗਈ ਜਾਂ ਪਿੱਛੋਂ ਫਾਇਰਿੰਗ ਹੋ ਗਈ, ਬੰਦੇ ਛਾਲ ਮਾਰ ਕੇ ਉਹਨੂੰ ਬੰਦੇ ਮਾਰ ਗਏ। ਆਦਮੀ ਤੁਸੀਂ ਸੁਣ ਰਹੇ ਹੋ, ਉੱਥੇ ਅਗਰ ਕੋਈ ਗਿਰ ਗਿਆ ਤਾਂ ਉਹਨੂੰ ਕਿਸੇ ਚੁੱਕਣਾ ਨਹੀਂ, ਅਗਰ ਅੱਗੋਂ ਫਾਇਰਿੰਗ ਆ ਗਈ ਹੈ ਤੇ ਕਿਸੇ ਨੇ ਸੰਭਾਲਣਾ ਕੋਈ ਨਹੀਂ। ਅੱਛਾ, ਤੇ ਉਹ ਜਿਹੜੀ ਨਹਿਰ ਹੈ ਉਹ ਬਾਰਡਰ ਹੈ ਤੁਰਕੀ ਦਾ ਤੇ ਬਾਰਡਰ
ਉਹ ਯੂਨਾਨ ਦੀ ਤੇ ਤੁਰਕੀ ਦੀ ਸਰਹੱਦ। ਇਹ ਜਿਹੜਾ ਇਸਤਾਂਬੁਲ ਹੈ ਨਾ, ਇਹ ਦਾਰੁਲ ਖਲਾਫਾ ਸੀ ਯੂਨਾਨ ਦਾ, ਇਹ ਜਿਹੜਾ ਹੁਣ ਤੁਰਕੀ ਦਾ ਬਣਿਆ ਵਾ। ਯੂਰਪ ਪੂਰੇ ਦਾ ਦਾਰੁਲ ਖਿਲਾਫਾ। ਇਹ ਜਿਹੜਾ ਇਸਤਾਂਬੁਲ ਹੈ ਯੂਨਾਨ ਦਾ ਸ਼ਹਿਰ ਆ। ਹੂੰ। ਇਹ ਜਦੋਂ ਉਹਨਾਂ ਦੀ ਜੰਗ ਲੱਗੀ ਨਾ ਯੂਨਾਨ ਦੀ ਤੇ ਤੁਰਕੀ ਦੀ, ਇਹ ਆਪਣੇ ਪਾਕਿਸਤਾਨ ਭੁੱਟੋ ਸਾਹਿਬ ਸੀ, ਉਹਨੇ ਨਹਿਰ ਕਢਾਈ, ਇਹ ਸਰਹੱਦ ਪਾਤੀ ਵੀ ਤੁਹਾਡੀ ਉਹ ਪਾਸਾ ਇਹ ਪਾਸਾ ਇਧਰ ਆ, ਇਹ ਦਾ ਬਣ ਗਿਆ ਦਾਰੁਲ ਖਲਾਫਾ ਤੁਰਕੀ ਦਾ। ਇਹ ਤੁਹਾਨੂੰ ਉੱਥੇ ਬੰਦੇ ਨੇ ਦੱਸਿਆ? ਹਾਂਜੀ। ਉੱਥੇ ਤੁਹਾਨੂੰ ਮੈਂ ਠੀਕ। ਅੱਛਾ, ਤੁਸੀਂ ਉੱਥੋਂ ਫਿਰ ਉਹ ਨਹਿਰ ਕ੍ਰਾਸ ਕੀਤੀ ਤੇ ਤੁਹਾਡੇ ਗਰੁੱਪ ਦੇ ਵਿੱਚੋਂ ਕੋਈ ਇਵੇਂ ਦੀ ਸੂਰਤ-ਹਾਲ ਪੈਦਾ ਹੋਈ ਕਿ ਕੋਈ ਫਾਇਰਿੰਗ ਵੀ ਹੋਈ ਹੋਵੇ ਜਾਂ ਦੂਸਰੀ? ਵੇਖੋ ਜੀ, ਹਰ ਬੰਦੇ ਨੂੰ ਇਨਸਾਨ ਨੂੰ ਆਪਣੇ ਆਪਣੇ ਹੁੰਦੀ ਹੈ ਹੂੰ। ਵੀ ਮੈਨੂੰ ਆਪਣੀ ਸੀ, ਮੈਂ ਆਪਣੀ ਜਾਨ ਬਚਾ ਕੇ ਗਾਣੇ ਹੁੰਦਾ। ਮੈਂ ਕਿ ਹਰ ਬੰਦੇ ਨੂੰ ਆਪੋ ਆਪਣੀ ਚਾਹੀਦੀ। ਆਪੋ ਆਪਣੇ ਪੈਸੇ ਹੀ ਨਹੀਂ ਪਤਾ ਪਿੱਛੇ ਕਿੰਨੇ ਰਹਿ ਗਏ ਨੇ, ਗਾਂ ਕਿੰਨੇ ਪਹੁੰਚੇ, ਨਾ ਕੋਈ ਕੀਤੀ ਮਾਰਦਾ ਸੀ, ਕੌਣ ਰਹਿ ਗਿਆ ਤੇ ਕੌਣ ਨਹੀਂ। ਜਿਹਨੇ ਰਹਿਣਾ ਆਪ ਹੀ ਰਹਿਣਾ। ਆਪ ਹੀ ਰਹਿਣਾ। ਜਦੋਂ ਵੇਖੋ ਪਿੱਛੋਂ ਫਾਇਰਿੰਗ ਹੋਣ ਡਈ, ਕਈ ਬੰਦੇ ਡਰਦੇ ਛਾਲ ਮਾਰ ਜਾਂਦੇ ਹਨ, ਹੁਣ ਕੀ ਪਤਾ ਕਿੰਨੇ ਮਾਰੀ, ਕਿਹੜੇ ਇੱਕ ਇਲਾਕੇ ਦੇ ਜਾਂ ਇੱਕ ਪਿੰਡ ਦੇ। ਬਿਲਕੁਲ। ਇਹ ਕੋਈ ਪਤਾ ਨਾ ਲੱਗੇ ਉੱਥੋਂ ਗਾਂ ਸਾਡੇ ਨਾਲ ਕਿੰਨੇ ਗਏ ਆ। ਅੱਗੋਂ ਹਰ ਬੰਦਾ ਆਪਣਾ ਆਪਣਾ ਮੂੰਹ ਸੇ, ਜਦੋਂ ਜਨਾਨ ਦੀ ਸਰਹੱਦ ਟੱਪ ਜਾਂ ਜੱਟ ਨੇ ਛੱਡ ਦੇਣਾ ਹੂੰ। ਜਨਾਨ, ਅੱਛਾ, ਬਾਰਡਰ ਜਦੋਂ ਤੁਸੀਂ ਕਿਨਾਰੇ ਲੱਗ ਜਾਣਾ ਨਹਿਰ ਤੇ, ਏਜੰਟ ਨੇ ਤੁਹਾਨੂੰ ਛੱਡ ਦੇਣਾ। ਉਹਨੂੰ ਫਰਕ ਕਰ ਦੇਣਾ। ਉਹ ਜਿਹਨੂੰ ਤੁਸੀਂ ਡੰਗਰ ਆਂਦੇ ਹੋ ਉਹਨੂੰ ਉਹਨੇ ਜਦੋਂ ਨਹਿਰ ਨੂੰ ਕ੍ਰਾਸ ਕਰਨੀ ਹੈ ਨਾ, ਹੂੰ। ਉਹਨੇ ਸਾਨੂੰ ਉੱਥੋਂ ਦੀ ਨਹਿਰ ਦੇ ਪਰਲੇ ਪਾਸੇ ਰਹਿਣਾ, ਤੁਰਕੀ ਵਾਲੇ ਪਾਸੇ। ਉਹਨੇ ਨਹੀਂ ਉਰਾ ਹੋਣਾ। ਉਹ ਤੁਰਕੀ ਵਾਲੇ ਪਾਸੇ ਜਿਹੜਾ ਅਗਲੀ ਸਾਈਡ ਤੇ ਉਹਨੇ ਅੱਗੋਂ ਰੱਸਾ ਫੜਿਆ ਵਾ, ਉਹਨੇ ਉੱਧਰ ਰਹਿਣਾ। ਅੱਛਾ। ਉਹਨੇ ਜੋ ਕੋਈ ਟੂਪਾ ਤੋਂ ਘਲਾਈ ਜਾਣਾ, ਉਹ ਖਿੱਚੀ ਜਾਣਾ ਰੱਸਾ। ਹੂੰ। ਜੇ ਸਿੱਧੀ ਸਪਿਓਰ ਨੰਗੇ ਨਾ, ਸਿੱਧੀ ਲੰਘਦੀ ਨਹੀਂ, ਉਹ ਤਕਰੀਬਨ 2 ਕਿੱਲਿਆਂ ਦੇ ਮੱਥੇ ਵਿੱਚ ਆ ਜਾਣਾ। ਹੂੰ। ਇੰਨਾ ਤੇਜ਼ ਪਾਣੀ ਪਾਣੀ ਤੇਜ਼ ਹੁੰਦਾ ਨਾ, ਸਮਝੋ ਸਿੱਧੀ ਬੰਦਾ। ਨਹੀਂ ਉਹਨੇ ਰੇਸ਼ਮੀ ਜਾਣਾ ਹੂੰ। 2 ਕਿੱਲਿਆਂ ਅੱਛਾ, ਤੇ ਉਹ ਅੱਗੇ ਏਜੰਟ ਮੌਜੂਦ ਹੁੰਦਾ ਜਿਹੜੇ ਯੂਨਾਨ ਨੂੰ ਹੈਂਡਲ ਕਰਨਾ ਦਾ, ਯੂਨਾਨ ਦੇ ਜਿਹੜਾ ਜੈਂਟ ਤੇ ਨਜ਼ਰ ਜਿਹੜਾ ਟੈਂਕਰ ਜਿਹੜਾ ਉਹਨੇ ਅੱਗੋਂ ਤੁਹਾਡਾ ਇਸਤਾਂਬੁਲ ਦਾ ਯੂਨਾਨ ਦਾ ਜਿਹੜਾ ਉਹ ਤੁਹਾਨੂੰ ਉਹਨੇ ਅੱਗੋਂ ਰਿਸੀਵ ਕੀਤਾ। ਉਹਨੇ ਸੇਵ ਕੀਤਾ, ਅੱਗੋਂ ਸੇਵ ਕਰਦਾ ਸਾਰਾ ਉਹ ਲੱਭਣਾ ਨਹੀਂ। ਪਰਲੇ ਕਿਨਾਰੇ ਤੇ ਜਾਣੇ ਜਾਂਦੇ 10 ਉਹਨੇ ਵੀ ਨਿਕਲ ਜਾਣਾ, ਕੋਈ ਫੌਜ ਪਈ ਕਿ ਚੁੱਕ ਲਈ। ਅੱਛਾ, ਲਾ ਸਾਹਿਬ ਕਿ ਤੁਸੀਂ ਜੇ ਫੌਜ ਨਹੀਂ ਪਈ, ਅੱਗੋਂ ਫਿਰ ਜੈਂਟ ਜਿਹੜੇ ਕਾਰ ਕਰਾੜੀ, ਕਿਹਨੂੰ ਕੀ ਪਤਾ ਏਜੰਟ ਕੌਣ ਤੇ ਕਿਹੜਾ ਨਹੀਂ ਗਾ। ਉੱਥੇ ਕੋਈ ਸਿਕਿਉਰਿਟੀ ਵਗੈਰਾ ਕੋਈ ਨਹੀਂ ਨਹਿਰ ਦੇ ਉੱਤੇ? ਕੋਈ ਸਿਕਿਉਰਿਟੀ ਹੈਗੀ ਹੈ, ਕਹਿਣ ਫੌਜੀ ਹੈਗੇ ਆ। ਉਹਨਾਂ ਚਿਰ ਜਿੰਨਾ ਚਿਰ ਫੌਜੀ ਹਿਸਾਬ ਲਾਈ ਰੱਖਦੇ ਆ, ਇਹ ਜਗ੍ਹਾ ਫੌਜੀ ਹੋਏ ਬੰਦੇ ਇੱਥੇ ਆਏ ਆ, ਉਦੋਂ ਨਾ ਬੰਦਾ ਨਹੀਂ, ਫੌਜੀ ਤੁਰ ਗਿਆ ਉਹਨਾਂ ਬੰਦਾ ਚੁੱਕ ਲਿਆ। ਬੰਦਾ ਚੁੱਕ। ਜੇ ਫੌਜ ਨੇ ਫੜ ਲਿਆ ਬੰਦਾ ਸੇਫ। ਠੀਕ ਹੈ। ਜਦੋਂ ਜਨਾਨ ਦੀ ਸਰਹੱਦ ਵਿੱਚ ਜਾ ਕੇ ਤੈਨੂੰ ਕੋਈ ਬੰਦਾ ਪਰ ਨਹੀਂ ਮਾਰ ਸਕਦਾ, ਜੇ ਫੌਜ ਉਹਨੇ ਹੁਕਮ ਚਾਹੇ ਉਹਨੇ ਗ੍ਰਿਫਤਾਰ ਹੋ ਜਾਂਦਾ। ਜੇ ਪਾਕਿਸਤਾਨੀ ਗ੍ਰਿਫਤਾਰ, ਫਿਰ ਸਮਝੋ ਤੈਨੂੰ ਫਿਰ ਪਿਛਲੀ ਸਜ਼ਾ ਫਿਰ ਭੋਗਣੀ ਪੈਣੀ। ਜਿਵੇਂ ਇਹਨਾਂ ਨਾਲ ਹੋਇਆ ਖੁਦ। ਅਸੀਂ ਜੋ ਇੱਥੋਂ ਗੁਜ਼ਰੇ, ਜੀ ਮੈਂ ਨਹਿਰ ਕ੍ਰਾਸ ਕੀਤੀ ਹੈ ਨਾ, ਤਕਰੀਬਨ ਅਸੀਂ ਪਹੁੰਚੇ ਹਾਂ 11 ਬੰਦੇ ਸਾਡੇ ਨਾਲ ਸਨ। ਦੂਸਰੇ ਬੰਦੇ ਨੇ ਕਿਤੇ ਜਿਹੜੇ ਅਸੀਂ ਗਏ ਸੀ ਤੇ ਸੇਫ ਦੇ ਵਿੱਚ, ਜਿਹੜਾ ਮੇਰੇ ਨਾਲ ਅਸੀਂ ਖੁਦ ਆਪਣੇ ਅੱਖਾਂ ਨਾਲ ਵਾਕਿਆ ਉੱਥੇ ਹੋਇਆ, ਵੇਖਿਆ, ਭੱਜੇ, ਉੱਥੋਂ ਮਾਰਿਆ, ਕੁੱਟਿਆ, ਜਿਸ ਤਰ੍ਹਾਂ ਵੀ ਅਸੀਂ ਗਏ। ਅਸੀਂ ਉਹ ਸੇਫ ਦੇ ਵਿੱਚੋਂ ਤਕਰੀਬਨ 70-80 ਬੰਦੇ ਜਿਹੜੇ ਆਜ਼ਾਦ ਹੋਏ ਜੰਟਨ ਮਾਰ ਕੇ। ਨਹੀਂ, ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਨਾਜ਼ਰੀਨ ਨੂੰ ਪਤਾ ਲੱਗੇ ਜੇ ਤੁਸੀਂ ਨਹਿਰ ਅਬੂਰ ਕਰ ਲਈ, ਫਿਰ ਅੱਗੋਂ ਨਵੇਂ ਟੈਂਕਰ ਨੇ ਤੁਹਾਨੂੰ ਸੇਵ ਕੀਤਾ, ਉਹ ਲੈ ਕੇ ਤੁਹਾਨੂੰ ਫਿਰ ਉਹ ਨਾਲ ਟੁਰ ਪਿਆ ਪੈਦਲ ਜਾਂ ਕਿਸੇ ਚੀਜ਼ ਤੇ ਉਹਨੇ ਬਾਹਰ? ਉਹਨੇ ਸਿਰਫ ਸਾਨੂੰ ਪਰਲੇ ਪਾਸੇ ਖਿੱਚ ਕੇ ਕੀਤਾ, ਅੱਗੋਂ ਅਸਾਂ ਉਹਦੀ ਸ਼ਕਲ ਨਹੀਂ ਵੇਖੀ। ਅੱਛਾ, ਸ਼ਕਲ ਵੀ ਨਹੀਂ ਵੇਖੀ ਤੇ ਅੱਗੋਂ ਫਿਰ ਕਿਵੇਂ ਤੁਸੀਂ ਉਹ ਕੈਦਖਾਨੇ ਵਿੱਚ ਕਿਵੇਂ ਜਦੋਂ ਅਸੀਂ ਉਹ ਨਹਿਰ ਦੀ ਸ਼ਕਲ ਨਹੀਂ ਵੇਖੀ, ਉੱਥੋਂ ਜਿਹੜੀ ਸਰਹੱਦ ਤੇ ਨਾ ਨਹਿਰ ਵਾਲੀ, ਉਹਦੇ ਨਾਲ ਉੱਤੇ ਫੌਜ, ਉਸ ਫੌਜ ਉੱਥੋਂ ਜਦੋਂ ਬੰਦੇ ਵੇਖ ਲੈਣੇ ਨੇ ਆਪਾਂ, ਤੇ ਜਦੋਂ ਦਰਮਿਆਨ 'ਚ ਬੰਦੇ ਹੁੰਦੇ ਆ ਨਾ, ਉਧਰੋਂ ਫਾਇਰਿੰਗ ਕਰਦੇ, ਉਧਰੋਂ ਫਾਇਰਿੰਗ, ਬੰਦੇ ਡਰਦੇ ਛਾਲ ਮਾਰ ਦਿੰਦੇ ਨਹਿਰ ਦੇ ਵਿੱਚ। ਜਿਹੜੇ ਲੰਘ ਗਏ ਨੂੰ ਲੰਘ ਗਏ, ਨੇ ਮਰ ਗਏ ਨੂੰ ਮਰ ਗਏ, ਜਿਹੜੇ ਲੰਘ ਗਏ ਉਹਨਾਂ ਫੌਜ ਨੇ ਹੈਂਡਲ ਕਰ ਲਿਆ। ਮਸਲਨ ਕਿ ਗੋਲੀ ਨਹੀਂ ਮਾਰਨੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਪਰਲੇ ਫੌਜੀ ਨੂੰ ਲੈ ਜਾਣਾ ਕੈਂਪ ਦੇ ਵਿੱਚ ਖੜ ਕੇ ਉਹਨਾਂ ਕੋਈ 2 ਦਿਨ ਰੱਖਦੇ, ਉਹਨੂੰ ਸਟੇ ਦੇਣਾ। ਜਿਹੜੇ ਉਰਲੀ ਸਾਈਡ ਵਾਲੇ ਨੇ, ਜੇ ਉਰਲੇ ਸਾਈਡ ਬੰਦਾ ਰਹਿ ਗਿਆ, ਇਹਨਾਂ ਚੁੱਕ ਕੇ ਲਿਆ ਕੇ ਤੁਰਕੀ ਪਾਉਣਾ। ਤੁਰਕੀ ਵਾਲੇ ਵੀ ਕੋਈ ਗੱਲ ਨਹੀਂ ਵੀ ਅਸੀਂ ਜਾਂ ਉਸ ਬੰਦੇ ਨਾਲ ਪਾਕਿਸਤਾਨੀ ਵਾਧਾ ਘਾਟਾ ਕਰੀਏ, ਕੋਈ ਵੀ ਚੀਜ਼ ਜਦੋਂ ਸੇਫਾਂ ਦੇ ਵਿੱਚ ਬੰਦਾ, ਉਦੋਂ ਬੰਦੇ ਦਾ ਬੜਾ ਕੁਝ ਹੁੰਦਾ ਵੇ। ਇਹ ਐਵੇਂ ਬੰਦਾ ਆਖੇ ਕਿ ਉੱਥੇ ਕੁਝ ਨਹੀਂ ਹੁੰਦਾ, ਉੱਥੇ ਬਹੁਤ ਬੰਦੇ ਨਾਲ ਬਹੁਤ ਬੁਰੇ ਹਾਲਾਤ ਹੁੰਦੇ ਆ। ਇੱਥੋਂ ਤੱਕ ਵੀ ਬੰਦੇ ਦੀ ਜ਼ਿੰਦਗੀ ਉੱਥੇ ਖਤਮ ਹੋਈ, ਨਾਮ ਕੱਢ ਲੈਂਦੇ ਆ। ਨਹੀਂ ਤੇ ਉੱਥੇ ਮਸਲਨ ਕਿ ਤੁਹਾਨੂੰ ਉੱਥੇ ਜਦੋਂ ਤੁਸੀਂ ਵਿੱਚ ਖੜੇ, ਫਿਰ ਅੱਗੋਂ ਤੁਹਾਨੂੰ ਨਵੇਂ ਕਿਸੇ ਬੰਦੇ ਰਿਸੀਵ ਕੀਤਾ? ਸਿਰਫ ਉਹ ਨਵੇਂ ਤੋਂ ਨਵੇਂ, ਉਹਦਾ ਪੁਰਾਣਾ ਬੰਦਾ ਨਜ਼ਰ ਨਹੀਂ। ਫਿਰ ਤੁਸੀਂ ਉਹਨਾਂ ਨੂੰ ਫੋਨ ਕੀਤਾ ਉੱਥੋਂ ਨਹਿਰ ਪਾਰ ਕਰਕੇ? ਜਿਹੜਾ ਏਜੰਟ ਹੁੰਦਾ ਉਹਨੂੰ ਪਤਾ ਹੁੰਦਾ ਵੀ ਇਸ ਟਾਈਮ ਨਹਿਰ ਕ੍ਰਾਸ ਹੋ ਗਈ ਜੀ, ਅੱਗੋਂ ਉਸ ਬੰਦੇ ਦਾ ਰਾਬਤਾ ਅੱਗੇ ਹੁੰਦਾ ਵੀ ਬੰਦੇ ਆ ਗਏ ਆ, ਜੇ ਇਹਨਾਂ ਨੂੰ ਫੜਦੇ, ਫੌਜ ਨੇ ਨਹੀਂ ਫੜੇ ਤੇ ਇਹਨਾਂ ਨੂੰ ਚੁੱਕਣ। ਜੇ ਫੌਜ ਨੇ ਫੜ ਲਿਆ ਤੇ ਫਿਰ ਜਿੱਥੇ ਉਹਨਾਂ ਦਾ ਕੈਂਪ ਬਣਿਆ ਨਾ, ਉਹਦੀ ਬਾਹਰਲੀ ਸਾਈਡ ਤੋਂ ਆਪਣੀ ਕਾਰਾਂ ਲਾਈਆਂ ਹੋਣਗੀਆਂ। ਇਹ ਫੌਜ ਬੰਦੇ ਛੱਡੇਗੀ, ਇਹਨਾਂ ਨੂੰ ਬੜੇ ਪਿਆਰ ਪੋਤੇ, ਫਿਰ ਤੁਸੀਂ ਸਾਡੇ ਭਰਾ ਜੇ ਪਾਕਿਸਤਾਨੀ, ਆਓ ਦੱਸੋ ਕਿੱਥੇ ਜਾਣਾ, ਤੁਹਾਨੂੰ ਛੱਡਣੇ, ਉੱਥੋਂ ਚੁੱਕਣਗੇ ਲਾਏ।
ਠੀਕ ਹੋ ਗਿਆ। ਤੇ ਤੁਹਾਡੇ ਅੱਗੋਂ ਨਵੇਂ ਟੈਂਕਰ ਨੇ ਤੁਹਾਨੂੰ ਰਿਸੀਵ ਕੀਤਾ ਉੱਥੋਂ ਦਾ? ਤੁਸੀਂ ਗ੍ਰਿਫਤਾਰ ਨਹੀਂ ਹੋਏ, ਤੁਸੀਂ ਵੈਸੇ ਹੀ ਪਾਰ ਹੋ ਗਏ? ਵੈਸੇ ਪਾਰ ਇਹ ਪਾਰ ਹੋ ਗਏ ਕਿ ਯੂਨਾਨ ਵਾਲੀ ਸਾਈਡ ਤੇ ਜਾ ਕੇ ਇਹਨਾਂ ਦਾ ਮੁੰਡਾ ਕੀ ਨਾਮ ਦੱਸਿਆ ਸੀ, ਖੁਰਮ ਕੀ, ਜਿਹਨੇ ਤੁਹਾਨੂੰ ਆਖਿਆ ਮੈਂ ਉਹਦਾ ਭਣੇਵਾਂ ਜਿਹੜਾ ਉੱਥੇ ਲੈ ਗਿਆ ਸੀ ਸੇਫ ਦੇ ਅੰਦਰ। ਉਹ ਤੇ ਉਰਲੀ ਸਾਈਡ ਤੇ ਨਾ, ਤੁਰਕੀ ਵਾਲੀ ਸਾਈਡ ਤੇ। ਅੱਛਾ, ਤੁਸੀਂ ਫਿਰ ਉੱਥੋਂ ਤੁਸੀਂ ਕੈਦ ਦੇ ਵਿੱਚ ਕਿਵੇਂ ਆਪਣੇ ਉੱਥੋਂ? ਕਿਹਾ ਜੀ ਜਦੋਂ ਅਸੀਂ ਕੈਂਪ ਤੋਂ ਨਿਕਲੇ ਆ ਨਾ ਬਾਹਰ, ਫੌਜ ਨਾਲ ਸਟੇ ਦੇਤੀ ਉੱਥੇ ਦੀ ਗਵਰਨਮੈਂਟ ਨੇ। 1 ਮਹੀਨੇ ਸਟੇ, 1 ਮਹੀਨੇ ਵਿੱਚ ਸਾਡਾ ਮੁਲਕ ਛੱਡ ਦੇ। ਅਸੀਂ ਆਖਿਆ ਠੀਕ ਹੋ ਗਿਆ। ਜਦੋਂ 1 ਮਹੀਨੇ ਸਟੇ ਆ ਜਾਣੇ ਤੇ ਇੱਥੇ ਅੱਛਾ, ਜਦੋਂ 1 ਮਹੀਨੇ ਸਟੇ ਮਿਲਦੀ ਹੈ ਨਾ, ਉਦੋਂ ਸਟੇ ਅਸੀਂ ਜੋ ਬਾਹਰ ਲੈ ਕੇ ਨਿਕਲ ਜਾਓ ਇੱਥੇ, ਤੁਸੀਂ ਸਾਈਡ ਤੇ ਹੋ ਜਾਓ। ਉਹ ਜੋ ਸਾਈਡ ਤੇ ਹੋਵਾਂਗੇ ਉੱਥੇ ਉਹਦੇ ਏਜੰਟ ਨੇ ਉਹਨਾਂ ਨੂੰ ਪਤਾ ਲਿਖਿਆ ਹੋਏਗਾ, ਹਾਂ ਭਾਈ ਤੂੰ ਭਰਾਵਾ ਕਿੱਥੇ ਜਾਣਾ, ਤੂੰ ਕਿੱਦਾਂ ਬੰਦਾ ਹੈ, ਕਿ ਉਹਨੂੰ ਪਤਾ ਤਾਂ ਫਲਾਣੇ ਬੰਦੇ ਨੇ, ਉਹ ਏਜੰਟ ਨੇ ਘਲਾਏ ਹੁੰਦੇ ਨੇ ਬੰਦੇ। ਇਹ ਫਲਾਣਾ ਜਿਹੜਾ ਆਖੇਗਾ ਮੈਂ ਫਲਾਣੇ ਬੰਦੇ ਨੂੰ ਚੁੱਕ ਕੇ ਕਾਰ 'ਚ ਭਾਲ ਲਈ ਵੀ ਆ ਜਾ, ਤੈਨੂੰ ਉਹ ਤੇ ਛੱਡ ਦਿੰਦੇ ਆ, ਤੈਨੂੰ ਸ਼ਹਿਰ ਲੈ ਆਉਂਦੇ। ਤੇਰੇ ਏਜੰਟ ਨੇ ਮੇਰਾ ਰਾਬਤਾ ਕੀਤਾ। ਉਹ ਜਦੋਂ ਉੱਥੇ ਜਾਣਾ ਰਾਬਤੇ ਦੇ ਵਿੱਚ, ਉਸ ਏਜੰਟ ਦੇ ਬੰਦੇ ਚੁੱਕ ਕੇ ਉਹਨੇ ਸਿਰ 'ਚ ਸੁੱਟਣਾ, ਸਮਝ ਬਾਗ ਫਿਰ ਵਹਾ ਦੇਣਾ ਵੀ ਤੈਨੂੰ ਜੁੱਤੀ ਮਿਲੇਗੀ, ਤੈਨੂੰ ਪੈਂਟ ਸ਼ਰਟ ਮਿਲੇ, ਕਪੜਾ ਮਿਲੇਗਾ, ਤੈਨੂੰ ਨੌਕਰੀ ਮਿਲੇਗੀ, ਸਾਰਾ ਕੁਝ ਮਿਲੇਗਾ। ਆਏਗਾ ਤੂੰ ਮੇਰੇ ਕੋਲ ਆਇਆ, ਤੈਨੂੰ ਮੈਂ ਕੰਮ ਤੇ ਅੱਗੋਂ ਉਹਨੇ ਸਾਹਮਣੇ ਫਿਰ ਨਹੀਂ, ਉਹਨਾਂ ਕੋਲ ਸੇਫ ਚ ਕਰ ਦੇਣਾ। ਮੈਂ ਕਿ ਸੇਫ ਤੁਸੀਂ ਕੈਦਖਾਨੇ ਨੂੰ ਆਉਂਦੇ ਹੋ, ਕੈਦਖਾਨੇ ਨੂੰ ਉਧਰ ਕੈਦ ਫਿਰ ਕੈਦ ਹੋਈ ਸੇਫ ਉਹਨੂੰ ਕਹਿੰਦੇ। ਵੀ ਇਹਦੀ ਪੇਮੈਂਟ ਹੋਈ ਨਹੀਂ, ਜਾਂ ਇਹਦੀ ਪੇਮੈਂਟ ਜਿਹਦੀ ਹੋ ਗਈ ਉਹਨੂੰ ਉੱਥੇ ਛੱਡ ਦੇਣਾ। ਜਿਹਦੀ ਪੇਮੈਂਟ ਨਹੀਂ ਹੋਈ, ਜਿਹੜਾ ਬੰਦੇ ਦਾ ਪੁੱਤਰ ਏਜੰਟ ਆ, ਉਹਨੇ ਉੱਥੇ ਇਹਨੂੰ ਛੱਡ ਦੇਗਾ। ਜਿਹਦੀ ਪੇਮੈਂਟ ਜਿਹਦੀ ਨਹੀਂ ਹੋਈ ਉਹਨੂੰ ਗਾਂ ਲਾਏਗਾ। ਉਹ ਵੀ ਸਮਾਂ 'ਚ ਕੋਈ ਉਹ ਨੜਾ ਤੇ ਉਹ ਵੀ ਸਮਾਂ 'ਚ ਕੋਈ ਜਿਹੜਾ ਹੁੰਦਾ ਨੇ 2 ਨੰਬਰ ਏਜੰਟ, ਉਹ ਖੁਦਾ ਭਲਾ ਕਰੇ, ਉਹਨੂੰ ਇੱਥੋਂ ਨਹੀਂ ਲਗਾ ਜਾਂਦਾ। ਉੱਥੇ ਜਾ ਕੇ ਕੁੱਟਦੇ ਇਹਨਾਂ ਨੇ ਪੈਸੇ ਮੰਗਵਾਓ। ਤੁਰਕੀ ਦੇ ਵਿੱਚ ਜਿਹੜਾ 2 ਨੰਬਰ ਏਜੰਟ ਹੈ, ਤੁਰਕੀ ਦਾ ਉਹਨਾਂ ਦਿੰਦਾ ਹੀ ਨਹੀਂ। ਉੱਥੇ ਜੋ ਕੁਰਦੇ ਨੂੰ ਬੰਦਾ ਵੇਚਦੇ ਨਾ, ਉਹ ਪਿਛਲੇ ਭੁੱਲ ਜਾਣ ਫਿਰ ਵੀ ਸਾਡਾ ਬਚ ਕੇ ਵਾਪਸ ਆ ਜਾਏਗਾ। ਉਹ ਕਾਰਨ ਬੇਕਾਰ ਹੋਏਗਾ, ਜਾਂ ਮਰ ਜਾਏਗਾ ਜਾਂ ਬੇਕਾਰ ਹੋ ਜਾਏਗਾ। ਇਹ ਸੋਚਦਾ। ਅੱਛਾ, ਤੁਸੀਂ ਫਿਰ ਉੱਥੋਂ ਜਦੋਂ ਨਿਕਲੇ ਹੋ, ਤੁਸੀਂ ਪੈਸੇ ਦੇ ਕੇ ਨਿਕਲੇ ਹੋ ਜਾਂ ਕਿਵੇਂ? ਤੁਸੀਂ ਉਹ ਦੱਸੋ ਨਾਜ਼ਰੀਨ ਨੂੰ ਕਿ ਤੁਸੀਂ ਉੱਥੇ ਤਕਲੀਫਾਂ ਤੇ ਬਥੇਰੀਆਂ ਬਰਦਾਸ਼ਤ ਕੀਤੀਆਂ। ਸਾਡੇ ਭਾਈ ਨੂੰ ਪੈਸੇ ਹੋ ਗਏ ਸਨ, ਸਿਰਫ ਉੱਥੇ ਤੱਕ ਜਾਣ ਤੱਕ ਤੁਹਾਡੇ ਕਿੰਨੇ ਪੈਸੇ ਲੱਗ ਚੁੱਕੇ ਸਨ? ਮੇਰਾ 7.5 ਲੱਖ ਰੁਪਏ ਲੱਗਾ। 7.5 ਲੱਖ ਰੁਪਇਆ ਨਾਜ਼ਰੀਨ ਇਹਨਾਂ ਦਾ ਉੱਥੇ ਪਹੁੰਚਣ ਤੱਕ ਉੱਥੇ ਯੂਨਾਨ ਤੱਕ ਲੱਗ ਚੁੱਕਿਆ ਹੈ। ਕਿ ਘਰ ਦੇ ਪਿੱਛੋਂ ਤਕਲੀਫ ਦੇ ਨਾਲ ਫਿਰ ਪੈਸੇ ਵੀ ਬਰਦਾਸ਼ਤ ਕਰਦੇ ਰਹੇ। ਤਕਲੀਫ ਤੇ ਗਲਤ ਹੈ। 7.5 ਲੱਖ ਦਾ ਇੱਥੇ ਕਾਰੋਬਾਰ ਅੱਛਾ, ਤੁਸੀਂ ਉਹ 7 ਲੱਖ ਰੁਪਇਆ ਦੇਤਾ ਤੁਹਾਨੂੰ, ਉਹਨਾਂ ਫਿਰ ਉੱਥੋਂ ਆਜ਼ਾਦ ਕਰਤਾ? ਆਜ਼ਾਦ ਨਹੀਂ ਕੀਤਾ। ਅਸੀਂ ਜਿਹੜੀ ਸੇਫ ਦੇ ਵਿੱਚ ਸੀ ਜਿੱਥੇ ਪਠਾਨ ਸੀ, ਉਹ ਪਠਾਨ ਦੀ ਨਮਾਜ਼ ਪੜ੍ਹਦੇ ਉਹਨਾਂ ਮਾਰਿਆ। ਉਸ ਤੋਂ ਬਾਅਦ ਸਾਡਾ 6ਵੇਂ ਦਿਨ ਬੰਦ ਕਰਾ ਦਿੰਦੇ ਨੇ ਤੇ ਨਹੀਂ ਕੋਈ ਨਹੀਂ, ਕਰੀ ਜੋ ਤੁਸੀਂ ਗੱਲ ਆਪਣੀ। ਅੱਛਾ, ਕੀ ਗੱਲ ਸੀ? 6ਵੇਂ ਦਿਨ ਬਾਅਦ ਸਾਡਾ ਆਪਣਾ ਦਿਮਾਗ ਖਰਾਬ ਹੈ ਕਿ ਉਸ ਸੇਵ ਦੇ ਵਿੱਚ ਪੈਸੇ ਸਾਡੇ ਹੋ ਜਾਂਦੇ ਉਹ ਨਹੀਂ ਹੋਏ। ਅਸੀਂ ਮੁਸਲਮਾਨ ਅਲਹਮਦੁਲਿਲਾ, ਅਸੀਂ ਦੀਨ ਪਿੱਛੇ ਸ਼ਹੀਦ ਹੋਣ ਆਏ। ਉਸ ਬੰਦੇ ਨਮਾਜ਼ ਪੜ੍ਹਦੇ ਜਦੋਂ ਉਸ ਬੰਦੇ ਨੇ ਮਾਰਿਆ ਨਾ, ਸਾਨੂੰ ਤਕਲੀਫ ਹੋਈ। ਕਿ ਨਮਾਜ਼ ਅਦਾ ਕਰਨ ਡਿਆ ਸੀ, ਨਮਾਜ਼ ਸਜਦੇ ਗਿਆ ਸੀ, ਸਜਦੇ ਗਿਆ ਸੀ ਤੇ ਉਹ ਤੋਂ ਮਾਰਨ ਲੱਗ ਪਿਆ। ਉੱਤੋਂ ਠੁੱਡਾ ਮਾਰਿਆ, ਉੱਤੋਂ ਠੁੱਡਾ ਮਾਰਿਆ ਨਮਾਜ਼ ਪੜ੍ਹਦੇ ਦੇ ਵਿੱਚ। ਨਮਾਜ਼ ਪੜ੍ਹਦੇ ਫਿਰ ਜੋ ਕੁਰਾਨ ਪਾਕ ਪੜ੍ਹਦੇ ਤਾਂ ਉਹਨੂੰ ਮਾਰਦੇ ਹਨ। ਗੈਰ ਮਜ਼ਹਬ ਉਹ ਲੋਕ ਨੇ। ਇਹ ਨਹੀਂ ਕੋਈ ਬਗਾਨੇ ਉੱਠਦੇ ਮਾਰਦੇ ਪਾਕਿਸਤਾਨੀ ਸੇਫਾਂ ਜਿੰਨੀਆਂ ਸਭ ਪਾਕਿਸਤਾਨੀ ਦੀਆਂ। ਮੈਂ ਕਿ ਉਰਦੂ ਬੋਲਦੇ ਸਨ, ਪੰਜਾਬੀ ਬੋਲਦੇ ਪੰਜਾਬੀ ਸਾਡੇ ਪਾਕਿਸਤਾਨੀ ਆਪਣੇ ਪਾਕਿਸਤਾਨੀ ਜ਼ੁਲਮ ਨਹੀਂ ਕਰਨਗੇ। ਉਧਰ ਦੇ ਲੋਕ ਤੁਹਾਨੂੰ ਵੇਖੋ ਗ੍ਰਿਫਤਾਰ ਕਰਨਗੇ ਨਾ, ਉਹਨਾਂ ਦਾ ਮਾਸ ਟੱਚ ਨਹੀਂ ਹੋਏਗਾ ਤੁਹਾਡੇ ਟੱਚ। ਇਸ ਬੰਦੇ ਨੂੰ ਜੇ ਮਾਸ ਟੱਚ ਹੋ ਗਿਆ, ਹੋ ਸਕਦਾ ਆਪਣੀ ਨੂੰ ਸ਼ਹਿ ਮਾਰਦੇ, ਸਾਡੀ ਨੌਕਰੀ ਦਾ ਮਸਲਾ। ਉਹਨੇ ਜੇ ਤੁਹਾਨੂੰ ਹੱਥ ਖੜੀ ਲਾੜੇ, ਇਹਨੇ ਹੱਟ ਕੇ ਲਾਏਗਾ ਜਾਂ ਦਸਤਾਨੇ ਚਾੜੇਗਾ, ਉਹ ਫੜ ਕੇ ਲਾਏਗਾ। ਉਸ ਤਰ੍ਹਾਂ ਤੈਨੂੰ ਨਾ ਹੱਥ ਵੀ ਨਹੀਂ ਲਾਣਾ। ਜਿੰਨੇ ਮਸਲ ਉੱਥੇ ਉੱਥੋਂ ਦਾ ਕਾਨੂੰਨ ਇੰਨਾ ਕਿ ਉੱਥੇ ਕਾਨੂੰਨ ਹੈ, ਜੇ ਜੱਜ ਦਾ ਤਾਂ ਵੀ ਬਰਾਬਰ ਹੈ, ਜੇ ਕਿਸੇ ਲੈਣ ਵਾਲਾ ਤਾਂ ਵੀ ਬਰਾਬਰ। ਉੱਥੇ ਕੋਈ ਇਹ ਨਹੀਂ ਵੀ ਮੈਂ ਜੱਜ ਦਾ ਪੁੱਤਰਾ ਮੈਨੂੰ ਉਹ ਛੱਡ ਦੇਣਗੇ, ਨਹੀਂ। ਕਾਨੂੰਨ ਸਖਤੀ ਬਰਾਬਰ ਹੈ। ਇੱਥੇ ਪਾਕਿਸਤਾਨ ਤਰ੍ਹਾਂ ਨੇ ਜਿੱਧਰ ਨੂੰ ਦਿਲ ਕਿਦਾ ਖੋਤਾ ਘੋੜਾ ਇੱਕੋ ਬਣਾਇਆ। ਇਹ 14 ਵਾਸਤੇ ਕਾਨੂੰਨ ਕੋਨੇ, ਮਾੜੇ ਵਾਸਤੇ ਕਾਨੂੰਨ। ਜਿੱਦਣ ਅਸੀਂ ਬਾਹਰੋਂ ਆਏ ਪਾਕਿਸਤਾਨ ਦੇ ਵਿੱਚ, ਮੈਂ ਡਿਪੋਰਟ ਹੋ ਕੇ ਆਇਆ। ਨਹੀਂ, ਤੁਸੀਂ ਉੱਥੇ ਕਿੰਨੀ ਦੇਰ ਰਹੇ ਹੋ? ਮੈਂ 7 ਸਾਲ ਰਿਹਾ। ਤੇ 7 ਸਾਲ ਰਹੇ ਹੋ ਉੱਥੇ, ਡਿਊਟੀ ਕਰਦੇ ਰਹੇ ਹੋ, ਤੇ ਤੁਹਾਡੇ ਕੋਈ ਕਾਗਜ਼ ਪੱਤਰ ਕੋਈ ਨਹੀਂ ਬਣੇ ਉੱਥੇ? ਕਾਗਜ਼ ਪੱਤਰ ਨਹੀਂ ਬਣੇ। ਕਾਗਜ਼ ਤੁਸੀਂ ਪੱਤਰ ਕੋਸ਼ਿਸ਼ ਵੀ ਨਹੀਂ ਕੀਤੀ ਕਾਗਜ਼ ਪੱਤਰਾਂ? ਕੋਸ਼ਿਸ਼ ਤਕਰੀਬਨ 2012 ਦੇ ਵਿੱਚ ਥੋੜੀ ਸਪੋਰਟ ਮਿਲੀ ਸੀ ਕਿ ਉਦੋਂ ਜ਼ਰਦਾਰੀ ਦੀ ਹਕੂਮਤ ਸੀ। ਇਸ ਜ਼ਰਦਾਰੀ ਨੂੰ ਉੱਥੋਂ ਦੇ ਜਦੋਂ ਫੋਨ ਕੀਤਾ ਨਾ ਸਦਰ ਨੇ ਵੀ ਮੇਰੇ ਨਾਲ ਕੋਈ ਭਾਰਤ ਸਤਿਕਾਰ ਹੈ, ਮੈਂ ਤੇਰੀ ਆਵਾਮ ਨੂੰ ਕਾਗਜ਼ ਦੇਣਾ, ਇਹ 22 ਤਰੀਕੇ ਜਾਂ 22 ਤਰੀਕੇ ਆਉਣਾ। ਇਹਨੇ ਕਿਹਾ ਵੀ ਮੇਰੇ ਨੂੰ ਸਾਰੇ ਗੋਲੀ ਮਾਰ ਦੇ। ਕਿਹੜਾ ਮੇਰੇ ਕੋਲ ਪੁੱਛ ਕੇ ਆਏ?
ਮੈਂ ਕਿਹਾ ਜ਼ਰਦਾਰੀ ਸਾਹਿਬ ਨੇ ਆਖਿਆ ਕਿ ਮੇਰੇ ਨਾਲ ਜੋ ਮਰਜ਼ੀ ਕਰੋ, ਜੋ ਮਰਜ਼ੀ ਕਰੋ। ਅਨਲੀਗਲ ਤਰੀਕੇ ਨਾਲ ਆਏ ਨੇ, ਹਾਂ। ਇਹਨਾਂ ਨਾਲ ਜੋ ਮਰਜ਼ੀ ਕਰੋ, ਅਸੀਂ ਇਹਨਾਂ ਦੇ ਕੋਈ ਵਾਰੀ ਵਾਸ ਕੋਈ ਵਾਲੀ ਵਾਰਸ ਨਹੀਂ। ਸਹੀ ਹੈ। ਫਿਰ ਇੰਡੀਆ ਦੇ ਉਹਨਾਂ ਦਾ ਜਹਾਜ਼, ਸਾਡਾ ਵੀ ਜਹਾਜ਼ ਭਰ ਕੇ ਤੇ ਪਾਕਿਸਤਾਨ ਆ ਗਿਆ। ਇੰਡੀਆ ਨਹੀਂ, ਜਹਾਜ਼ ਤੁਹਾਨੂੰ ਉੱਥੇ 7 ਸਾਲ ਤੁਸੀਂ ਕੰਮ ਕਰਦੇ ਰਹੇ, ਫਿਰ ਤੁਸੀਂ ਗ੍ਰਿਫਤਾਰ ਹੋਏ ਸੋ ਉੱਥੇ? ਹਾਂਜੀ ਗ੍ਰਿਫਤਾਰ ਹੋਏ। ਤੁਸੀਂ ਆਪ ਗ੍ਰਿਫਤਾਰੀ ਦਿੱਤੀ ਕਿ ਗ੍ਰਿਫਤਾਰ ਤੁਹਾਨੂੰ ਅਚਾਨਕ ਅੰਮ੍ਰਿਤਸਰ ਗ੍ਰਿਫਤਾਰ ਸਹੀ ਕੀਤਾ ਗਿਆ ਕਿ ਤੁਹਾਨੂੰ ਕਾਗਜ਼ਾਂ ਦੀ ਵਜ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਨਹੀਂ, ਫਿਰ ਆਪ ਸਾਨੂੰ ਹੀ? ਕਾਗਜ਼ਾਂ ਦੀ ਵਜ੍ਹਾ ਤੇ ਗ੍ਰਿਫਤਾਰ ਹੈ 2-3 ਵਾਰ ਅੱਗੇ ਹੋਏ ਹਾਂ। ਹੂੰ। ਤੇ ਜਦੋਂ ਲੀਗਲ ਤਰੀਕੇ ਨਾਲ ਪਿੱਛੋਂ ਵਾਲਦਾ ਬਿਮਾਰ ਹੋ ਗਈ, ਫਿਰ ਉਹਨਾਂ ਮਜਬੂਰੀ ਬਣ ਗਈ, ਉਸ ਤਰ੍ਹਾਂ ਸਾਡੇ ਕੋਲ ਆਇਆ ਨਹੀਂ ਸੀ ਜਾਂਦਾ। ਹੂੰ। ਫਿਰ ਉਹ ਗ੍ਰਿਫਤਾਰੀ ਉਹਨਾਂ ਨੇ ਦਿੱਤੀ, ਸਾਨੂੰ ਪਾਕਿਸਤਾਨ ਘਲਾ ਦਿੱਤੀ। ਮਸਲਨ ਕਿ ਗ੍ਰਿਫਤਾਰੀ ਵਾਪਸ ਆਉਣ ਵਾਸਤੇ ਗ੍ਰਿਫਤਾਰੀ ਦੇਣੀ ਪੈਂਦੀ ਹੈ। ਹਾਂ, ਕੋਈ ਲੋਕ ਐਸੇ ਨੇ ਜਿਹੜੇ ਉੱਥੇ ਬੜੀ ਬੜੀ ਅੱਛਾ। ਜੇਲ੍ਹ ਦੇ ਜੇਲ੍ਹ ਦੀ ਪਏ। ਤੇ ਕਈ ਬੰਦੇ ਉਹ ਨੇ ਜਿਨ੍ਹਾਂ ਨੂੰ 12-12 5-5 ਸਾਲ ਹੋ ਗਏ ਇੰਤਕਾਲ ਦੇ। ਮਸਲਨ ਕਿ ਜੇਲ੍ਹ ਦੇ ਵਿੱਚ ਹੀ ਨੇ ਉਹ ਇਨਾਮ ਨੇ, ਹਾਂਜੀ। ਉਹ ਜੇਲ੍ਹ ਦੇ ਵਿੱਚ ਹੀ ਨੇ। ਉਹ ਜੇਲ੍ਹ ਦੇ ਵਿੱਚ ਹੀ। ਹੂੰ। ਉਹ ਵੀ ਖਾਸ ਕਰ ਜਿਹੜੇ ਬਹੁਤ ਏਜੰਟ ਨੇ, ਹੂੰ। ਜਿਹੜੇ ਬੰਦਿਆਂ ਨਾਲ ਬਹੁਤਾ ਵਾਧਾ ਹੋਇਆ, ਕਿਸੇ ਦਾ ਕੋਈ ਵਾਰਸ ਪਹੁੰਚ ਗਿਆ ਵਾ, ਉਹਨੇ ਫੋਨ ਕੀਤਾ, ਜਿਸ ਤਰੀਕੇ ਵੀ ਕੀਤਾ, ਏਜੰਟ ਨੂੰ ਪਕੜਾ ਲਿਆ, ਹੂੰ। ਉਹ ਅੰਦਰ ਪਿਆ। ਜਿਹੜੇ 2 ਨੰਬਰ ਏਜੰਟ ਨੇ ਹਾੜੀ ਸਾਰੇ ਪਿਛਲੇ ਵੀ ਆਸਰਾ ਕਰਦੇ, ਉਹ ਅੱਗੇ ਆਏ। ਤਾਂ ਸਾਡੇ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਏਜੰਟ ਬਹੁਤ ਦਿਨਾਂ ਪਿੱਛੇ ਚੱਲੀ ਗਏ। ਹੁਣ ਏਜੰਟ ਘੱਟ ਹੀ ਨਜ਼ਰ ਆਏਗਾ, ਹੁਣ ਉਹ ਹੀ ਨਜ਼ਰ ਆਏਗਾ ਵੀ ਮਸਲਨ ਕਿ ਉੱਥੇ ਤੁਹਾਡੇ ਕਹਿਣ ਦਾ ਮਕਸਦ ਇਹ ਕਿ ਕਾਗਜ਼ਾਂ ਦੀ ਭਾਵੇਂ ਤੁਸੀਂ 10 ਸਾਲ ਰਹੋ, ਭਾਵੇਂ ਤੁਸੀਂ 15 ਸਾਲ ਰਹੋ, ਭਾਵੇਂ ਸਾਰੀ ਜ਼ਿੰਦਗੀ ਰਹੋ, ਕਾਗਜ਼ਾਂ ਦੀ ਤੁਹਾਡੀ ਕੋਈ ਲੀਗਲ ਉੱਥੇ ਤੁਹਾਡੀ ਕੋਈ ਪਹਿਚਾਣ ਨਹੀਂ। ਲੀਗਲ ਪਹਿਚਾਣ ਭਾਈ ਨੇ ਇਸ ਤਰ੍ਹਾਂ ਹੋ ਸਕਦੀ। ਤਕਰੀਬਨ ਹੁਣ 2017 ਵਿੱਚ ਇਮੀਗ੍ਰੇਸ਼ਨ ਖੁੱਲੀ ਉਹਨਾਂ ਨੇ ਉਹ ਵੀ ਮੰਗਿਆ 5-6 ਸਾਲ ਦਾ ਸਬੂਤ। ਯਾਨੀ ਕਿ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਦਾ ਬਣ ਸਕਦਾ, ਜਿਹੜੇ ਹੁਣ ਗਿਆ ਹੋਇਆ ਨਾ ਉਹਦੇ ਨਹੀਂ, 16 ਵਿੱਚ ਵੀ ਗਿਆ ਹੋਇਆ, ਉਹਦਾ ਵੀ ਨਹੀਂ ਉਹਦਾ ਬਣਦਾ। ਵੀ ਨਹੀਂ ਬਣਦਾ। 2005 ਹੁਣ ਦਾ ਕੰਮ ਬੰਦ 2017 ਦੀ ਇਮੀਗ੍ਰੇਸ਼ਨ ਖੁੱਲੀ। ਇਮੀਗ੍ਰੇਸ਼ਨ ਖੁੱਲਣ ਬਾਅਦ ਉਹਨੂੰ ਕਾਗਜ਼ ਮਿਲ ਲਿਆ, ਕਿਉਂਕਿ ਰਿਕਾਰਡ ਹੋਏਗਾ 5 ਸਾਲਾਂ ਦਾ। ਜਿਹੜੇ ਬੰਦਾ ਹੁਣ ਜਾਣ ਡਿਆ, ਭਾਵੇਂ ਉਹ ਅਨਲੀਗਲ ਗਿਆ ਹੋਵੇ, ਭਾਵੇਂ ਉਹਦੇ ਕੋਲ ਹਾਂ। ਕੋਈ ਚੀਜ਼ ਨਾ ਆਵੇ, ਕੋਈ ਚੀਜ਼ ਕਾਗਜ਼ ਉਹਨੂੰ ਮਿਲਣਗੇ। ਕਾਗਜ਼ ਮਿਲਣਗੇ। ਉਹ ਸਿਰਫ ਆਪਣਾ ਉੱਥੋਂ ਦਾ ਦੱਸੇ ਵੀ ਮੈਂ ਇਸ ਬੰਦੇ ਕੋਲ ਕੰਮ ਕਰਦਾ ਸਾਂ। ਹੂੰ। ਆ ਵੇਖੋ, ਮੈਂ ਜਦੋਂ ਇੱਥੋਂ ਬੰਦਾ ਜਾਂਦਾ ਨਾ, ਫੌਜ ਤੋਂ ਪਹਿਲਾਂ ਫੌਜ ਸਟੇ ਦਿੰਦੀ, ਉਸ ਬੰਦੇ ਕੋਲ ਸਟੇ ਹੋਏਗੀ। ਜਾਂ ਤਕਰੀਬਨ ਉਹ ਜੋ ਫਿੰਗਰ ਲਾਏਗਾ ਨਾ ਜਾ ਕੇ ਕਿਸੇ ਨੇ ਕੰਪਿਊਟਰ ਤੇ, ਉਹ 5 ਸਾਲ ਦਾ ਡੇਟਾ ਅੱਗੇ ਆ ਜਾਏਗਾ ਕਿ ਇਸ ਬੰਦਾ ਇੰਨੀ ਚੇਂਜ ਦਾ, ਜਾਂ 6 ਸਾਲ ਦਾ, ਜਾਂ 10 ਸਾਲ ਹੋ ਗਿਆ। ਜਦੋਂ ਉਹ ਪਕੜਿਆ ਜਾਏਗਾ ਜਾਂ ਫਿੰਗਰ ਤੇ ਜਾਏਗਾ, ਉਹ ਫਿੰਗਰ ਤੇ ਕੋ ਪਤਾ ਲੱਗ ਜਾਏਗਾ ਵੀ ਇੰਨੀ ਦੇਰ ਹੋ ਗਈ ਇਸ ਬੰਦੇ ਨੂੰ ਆਏ, ਉਹਦੇ ਕਾਗਜ਼ ਬਣੇ। ਤੇ ਜਿਹੜੇ ਬੰਦੇ ਅੱਜ ਜਾਣੇ ਸਵੇਰੇ, ਇਹਨਾਂ ਦੇ ਕਾਗਜ਼ ਫਿਰ ਤਕਰੀਬਨ ਅੱਗੇ 5-6 ਸਾਲਾਂ ਜਾ ਕੇ ਪੈ ਜਾਵੇ, ਕੋਈ ਪਹੁੰਚ ਜਾਏ ਨਾ ਪਹੁੰਚੇ, ਫਿਰ ਕਿੱਥੇ ਕਾਗਜ਼ ਕਿਸੇ ਮਿਲਦਾ, ਕੋਈ ਮੁਕੱਦਰਾ ਨਾ। ਮਸਲਨ ਕਿ ਤੁਹਾਡੇ 8 ਤੋਂ ਲੈ ਕੇ 15 ਤੱਕ ਤੁਹਾਡੇ ਕਾਗਜ਼ ਨਹੀਂ ਬਣੇ। ਨਹੀਂ ਬਣੇ। 2008 ਚ ਮੈਂ ਗਿਆ ਵਾਂ, 2015 ਤੀਸਰੇ ਮਹੀਨੇ 6 ਤਰੀਕ ਨੂੰ ਮੈਂ ਵਾਪਸ ਆ ਗਿਆ। ਤੇ ਤੁਸੀਂ ਇਕੱਲੇ ਆਏ ਹੋ ਕਿ ਨਾਲ ਤੁਹਾਡੇ ਹੋਰ ਵੀ ਲੜਕੇ ਆਏ? ਤਕਰੀਬਨ ਬਹੁਤ ਸਾਰੇ 80-90 ਬੰਦੇ ਆਏ ਸੀ। 80-90 ਬੰਦੇ। ਬਾਈ ਏਅਰ ਆਏ ਤਾਂ ਫਿਰ ਵਾਪਸ ਵਾਰੀ ਰਾਈਟ ਫੋਟੋ ਲਾਹੌਰ ਆਏ ਹੋ? ਲਾਹੌਰ। ਅੱਛਾ, ਬਾਈ ਏਅਰ ਤੁਸੀਂ ਫਿਰ ਆਏ ਹੋ, ਉੱਥੋਂ ਵਾਪਸੀ ਰਿਪੋਰਟ ਹੋ ਗਈ। ਹਾਂ। ਤੇ ਵਾਪਸੀ ਤੇ ਪਾਕਿਸਤਾਨ ਪਹੁੰਚ ਕੇ ਤੁਹਾਨੂੰ ਕਿਸੇ ਗਵਰਨਮੈਂਟ ਨੇ ਗ੍ਰਿਫਤਾਰ ਕੀਤਾ 에어ਪੋਰਟ ਤੋਂ ਕੋਈ? ਬਿਲਕੁਲ, ਇੱਥੇ ਹੀ ਪੈਸੇ ਮੰਗਦੇ। ਮਸਲਨ ਕਿ ਇੱਥੇ ਤੁਸੀਂ 에어ਪੋਰਟ ਤੇ ਉਤਰੇ ਤੇ ਅੱਗੋਂ ਤੁਹਾਨੂੰ ਪੁਲਿਸ ਨੇ ਰਿਸੀਵ ਕੀਤਾ? ਜਿਹੜੀ ਪੁਲਿਸ ਸੀ ਨਾ ਇੱਥੋਂ ਦੀ, ਅਸੀਂ ਜਦੋਂ 에어ਪੋਰਟ ਤੇ ਉਤਰੇ 5,000 ਰੁਪਏ ਪੁੱਠਾ ਲਾਤਾ ਇਹਨਾਂ ਨੇ ਕਿ 5,000 ਰੁਪਇਆ ਦਿਓ, ਹੂੰ। ਤੈਨੂੰ ਬਾਹਰ ਕਰ ਦੇਣਗੇ, ਨਹੀਂ ਤੈਨੂੰ ਅੰਦਰ ਢੱਕ ਦੇਵਾਂਗੇ, 15 ਦੀ ਸਜ਼ਾ ਦੇਵਾਂਗੇ ਜਾਂ 2 ਸਾਲਾਂ ਦੀ ਕਰ ਦੇਵਾਂਗੇ ਵੀ ਤੁਸੀਂ ਚੋਰੀ ਗਏ ਜੀ। ਹੂੰ। ਅਸੀਂ ਉਹ ਬੋਲਦੇ ਹਾਂ ਵੀ ਅਸੀਂ ਚੋਰੀ ਕਿਵੇਂ ਗਏ, ਅਸੀਂ ਗਏ ਸੀ ਆਪਣੇ ਪੇਟ ਵਾਸਤੇ। ਬਿਲਕੁਲ। ਜੇ ਅਸੀਂ ਰਾਹ 'ਚ ਮਰਦੇ ਫਿਰ ਤੇ ਉਹ ਕਿੱਥੋਂ ਲੈਣਾ ਹੈ ਜਾਂ ਕਿੱਥੋਂ ਦੇਣੇ। ਹਾਂ, ਕਿੱਥੋਂ ਦੇਣੇ ਸੀ, ਵਾਕਈ ਗੱਲ ਵੀ ਸਹੀ ਹੈ। ਉੱਥੇ ਗੱਲਾਂ ਕਰਨ ਲੱਗ ਪਏ। ਖੀਰ ਜਿਹੜੇ ਮੇਰੇ ਨਾਲ ਬੰਦੇ ਸਨ, ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ, ਮੈਂ ਜਿਹੜੇ ਬੰਦੇ ਉੱਥੇ ਪੈਸੇ ਦੇ ਰਹੇ ਨਾ, ਇਹਦੇ ਨਾਲ ਫਿਰ ਤੁਸੀਂ ਇੱਥੇ ਰਹਿ ਪਓ। ਅਸੀਂ ਕਿਹੜਾ ਪੱਕ, ਜੇ ਸਾਡੇ ਕੋਲ ਸਬੂਤ ਨਹੀਂ, ਜੇ ਸਾਡੇ ਕੋਲ ਪਾਕਿਸਤਾਨ ਦਾ ਪਾਸਪੋਰਟ ਨਹੀਂ, ਸ਼ਨਾਖਤੀ ਕਾਰਡ ਨਹੀਂ, ਜੇ ਅਸੀਂ ਲੀਗਲ ਆ ਜਾਂ ਕਿਸੇ ਹੋਰ ਮੁਲਕ ਸਾਨੂੰ ਮਾਰ ਦੇ। ਇਸ 에어ਪੋਰਟ ਤੇ ਉਤਰੇ ਆ ਤੇ ਜਦੋਂ ਆਣ ਕੇ ਸੇਨੇ ਹੋਏ ਸੀ, ਉਹਨਾਂ ਕਵਰਿੰਗ ਕੀਤੀ ਹੈ ਨਾ, ਜਦੋਂ ਅਸੀਂ 60 ਬੰਦੇ ਲਾਈਨ 'ਚ ਲੱਗ ਗਏ ਤੇ ਸਾਨੂੰ ਸੱਜੀਆਂ ਪਾਸਪੋਰਟ ਸ਼ਨਾਖਤ ਕਾਰਡ ਲਈ ਜਾਣ ਸਾਡੇ। ਜੇ ਲਿਖ ਕੇ ਦਿੱਤੀ ਹੈ 5,000 ਰੁਪਏ ਦੇਗਾ ਵੀ ਤੂੰ ਛੁੱਟ ਜਾਏਗਾ, ਨਹੀਂ ਦੇਗਾ 200 ਸਜ਼ਾ ਹੋਏਗੀ। ਖੀਰ ਤੇ ਜਾ ਕੇ ਜੀ ਰੌਲਾ ਪੈ ਗਏ ਸਾਡੇ, ਉਹਨਾਂ ਵਾਹਵਾ ਕਸ਼ਮਕਸ਼ ਹੁੰਦੀ ਰਹੀ। ਕੰਮ ਮੁੱਕ ਗਿਆ ਜੀ 1 ਯੂਰੋ ਦੇ ਆਵੇ ਵੀ ਸਾਨੂੰ ਚਾਹ ਦਾ ਕੱਪ ਦੇ ਦਿਓ, ਹੋਰ ਤਾਂ ਕੁਝ ਨਹੀਂ। ਇਹ ਲਾਹੌਰ 에어ਪੋਰਟ ਦੀ ਗੱਲ ਹੈ? ਲਾਹੌਰ 에어ਪੋਰਟ, ਸਾਨੂੰ ਇੱਕ ਚਾਹ ਦਾ ਕੱਪ ਦੇ ਦਿਓ, ਉੱਥੋਂ ਦਾ 1 ਯੂਰੋ ਦੇ ਦਿਓ ਤੁਸੀਂ ਚਾਹ। ਉਹ ਵੀ ਝੱਟ ਉਹਨੇ ਤਕਰੀਬਨ 15 ਅੱਧਾ ਘੰਟਾ ਪੌਣਾ ਘੰਟਾ ਲਾ ਕੇ ਬਹਿਸ ਕਰਕੇ ਵੀ ਇੱਥੋਂ ਤੱਕ ਸਾਨੂੰ ਅੰਦਰ ਕਰ ਦਿਓ, ਜਾਂ ਜਿਹੜਾ ਤੁਹਾਡਾ ਅਫਸਰ ਹੈ ਜਿਹਨੇ ਤੁਹਾਡੇ ਕੋਲ ਬੰਦੇ ਉਹਨੂੰ ਸਾਨੂੰ ਸਾਹਮਣੇ ਕਰ, ਜਾਂ ਸਾਨੂੰ ਉਹ ਮਿਲਾਓ। ਕਿ ਕਾਨੂੰਨ ਦੇ ਵਿੱਚ ਲਿਖਿਆ ਹੈ ਵੀ ਜਿਹੜਾ ਬੰਦਾ ਬਾਹਰੋਂ ਹੈ, ਜੇ ਪਾਕਿਸਤਾਨੀ ਅਸੀਂ ਸਾਨੂੰ ਫਿਰ ਛੱਡੋ, ਜੇ ਅਸੀਂ ਬਾਹਰ ਦੇ ਫਿਰ ਸਾਨੂੰ ਅੰਦਰ ਕਰ ਦਿਓ।
ਹਾਂ ਸਹੀ ਹੈ, ਗੱਲ ਵੀ ਸਹੀ ਹੈ। ਜਦੋਂ ਆਪਣੇ ਮੁਲਕ ਹੀ ਆ ਗਏ ਆ ਤੇ ਅਜੇ ਵੀ ਜੇ ਅਸੀਂ ਆਪਣੇ ਮੁਲਕ ਦੇ ਵਿੱਚ ਆ ਕੇ ਇੰਨੀ ਸਜ਼ਾ ਸਾਨੂੰ ਉਸ ਮੁਲਕ ਨੇ ਨਹੀਂ ਦੇਣੀ ਵੀ ਇੱਥੇ ਆ ਕੇ ਜਾਓ ਸਾਡੇ ਕੋਲ ਪੈਸੇ ਨਹੀਂ ਹਮਾ ਅਸੀਂ ਸਿਰਫ ਭੁੱਖ ਮਾਰਦੇ ਇੱਥੋਂ ਗਏ ਭੁੱਖ ਮਾਰਦੇ ਵਾਪਸ ਆ ਗਏ। ਤੇ ਉੱਥੇ ਜਾ ਕੇ ਤੁਸੀਂ ਕੋਈ ਪੈਸੇ ਕਮਾਏ ਵੀ ਨਹੀਂ ਕੋਈ ਉੱਥੇ ਬਸ ਭਰਾਵਾ ਕਮਾਣਾ ਕੀ ਆਪਣਾ ਪੇਟ ਪੂਜਾ ਤੋਰਿਆ ਕੀ ਹੋਇਆ ਜੇ 7 ਸਾਲਾਂ ਵਿੱਚ ਕੋਈ ਰੁਪਈਆ ਕੋਈ 7-8 ਲੱਖ ਕਮਾ ਲਿਆ। ਨਾ ਤੇ ਤੂੰ ਬਹੁਤ ਬੰਦਾ ਇੱਥੇ ਕਮਾ ਲੈਂਦਾ, ਲਾ ਕੇ ਵੀ ਤੇ ਕਿੰਨੇ ਗਏ ਨਾ ਤੇ ਜਿੰਨੇ ਅਸੀਂ ਲੱਗ ਗਏ ਹਾਂ, ਜਿੰਨੇ ਕਿਸੇ ਜ਼ਲੀਲ ਹੋਏ ਆ, ਇਹ ਤੇ ਜਾਂ ਸਾਨੂੰ ਪਤਾ ਜਾਂ ਉਸ ਖੁਦਾ ਨੂੰ ਪਤਾ। ਸਹੀ ਹੈ। ਜਦੋਂ ਬੰਦਾ ਅੱਖਾਂ ਨਾਲ ਵੇਖ ਲੈਂਦਾ ਨਾ ਉਦੋਂ ਇਨਸਾਨ ਦਾ ਇਹ ਦਿਲ ਕਰਦਾ ਹੈ ਕਿਸੇ ਬੰਦੇ ਨੂੰ ਤੰਗ ਨਾ ਕਰੇ ਜਾਂ ਕਿਸੇ ਬੰਦਾ ਕੋਈ ਜਾਂਦਾ ਉਹਨੂੰ ਰੋਕੋ ਭਰਾਵਾ ਨਾਲ। ਇਹ ਬਚੋ ਜਿੰਨਾ ਬਚਿਆ ਜਾਏ। ਜਿੰਨਾ ਬਚਾ ਨਾਜ਼ਰੀਨ ਆਪ ਵੀ ਤੁਸੀਂ ਸੁਣੀ ਸਾਰੀਆਂ ਗੱਲਾਂ ਤੁਸੀਂ ਗੱਲਾਂ ਤੁਹਾਨੂੰ ਸਾਰੀਆਂ ਦਾ ਪਤਾ ਲੱਗਾ। ਪਹਿਲਾਂ ਵੀ ਤੁਸੀਂ ਸਾਡੀਆਂ ਵੀਡੀਓ ਵੇਖੀਆਂ ਨੇ ਤੇ ਅੱਜ ਵੀ ਇਹਨਾਂ ਦੀ ਜ਼ੁਬਾਨੀ ਤੁਸੀਂ ਆਪ ਬੀਤੀ ਸੁਣੀ। ਦਰਦ ਨਾਲ ਭਰੀ ਇਹ ਅਜੇ ਬੜੀ ਮੁਖਤਸਰ ਤੇ ਸ਼ਾਰਟਕਟ ਕਰਕੇ ਅਸੀਂ ਬਣਾਈ ਹੈ ਕਿ ਤੁਹਾਨੂੰ ਜਿਹੜਾ ਇਹ ਤਵੱਜੋ ਤੁਹਾਨੂੰ ਘੱਟ ਇਹ ਬਚੋ ਇਸ ਕੰਮ ਤੁਹਾਡਾ ਵੇਖਣ ਦਾ ਟਾਈਮ ਘੱਟ ਲੱਗੇ ਤੇ ਤੁਸੀਂ ਇਹ ਥੋੜੇ ਜਿਹੇ ਦਾਣੇ ਦੇ ਵਿੱਚੋਂ ਇੱਕ ਲੰਬੀ ਗੱਲ ਕਰ ਸਕੋ। ਇਹ ਗੱਲਾਂ ਸ਼ਾਰਟਕਟ ਕਰਕੇ ਅਜੇ ਇਹਨਾਂ ਨੇ ਇਹ ਦੱਸੀ ਹੈ, ਲੇਕਿਨ ਇਹਦੇ ਨਾਲ ਤਕਲੀਫ ਕਿਤੇ ਜ਼ਿਆਦਾ ਹੈ, ਦਰਦ ਕਿਤੇ ਜ਼ਿਆਦਾ ਹੈ, ਤਕਲੀਫ ਕਿਤੇ ਜ਼ਿਆਦਾ ਹੈ। ਇਹ ਇੱਕ ਨੌਜਵਾਨ ਨਹੀਂ, ਇਵੇਂ ਦੇ ਹਜ਼ਾਰਾਂ ਇਵੇਂ ਦੇ ਲੱਖਾਂ ਨੌਜਵਾਨ ਜਿਹੜੇ ਨੇ ਪਾਕਿਸਤਾਨ ਦੇ ਵਿੱਚੋਂ ਗੈਰ ਕਾਨੂੰਨੀ ਤਰੀਕੇ ਨਾਲ ਜਾ ਰਹੇ ਨੇ ਤੁਸੀਂ ਵਾਕਾਂ ਤੇ ਹਜ਼ਾਰਾਂ 20 ਬੰਦੇ ਆ ਜਿਹੜੇ ਪਿੱਛੇ ਮਰੇ ਨੇ ਨਾ 20 ਬੰਦੇ ਹਜ਼ਾਰਾਂ ਬੰਦੇ ਜੋ ਪਿੱਛੋਂ ਤਿਆਰ ਨੇ, ਜਿਹੜੇ ਚਲੇ ਗਏ ਨੇ ਜਾਂ ਜਿਹੜੇ ਆ ਗਏ ਨੇ ਉਹ ਵੀ ਆਪਣੀ ਮੂੰਹ ਜ਼ਬਾਨੀ ਸਟੋਰੀਆਂ ਸੁਣਾਉਣ ਦੇ ਨੇ। ਸਾਡੇ ਵੀਡੀਓ ਦੇ ਜ਼ਰੀਏ ਵੀ ਤੁਸੀਂ ਸੁਣਦੇ ਹੋ ਤੇ ਜਿਹੜੇ ਸਾਡੇ ਭੈਣ ਭਰਾ ਹੋਣ ਅਨਲੀਗਲ ਤਰੀਕੇ ਨਾਲ ਜਾਣ ਦੀ ਤਿਆਰੀ ਕਰ ਰਹੇ ਨੇ। ਤੁਸੀਂ ਤਾਰਕ ਭਾਈ ਕੋਲੋਂ ਸੁਣਿਆ ਹੈ ਕਿ ਉੱਥੇ ਕਾਗਜ਼ ਪੱਤਰ ਦੀ ਕੋਈ ਅਹਿਮੀਅਤ ਹੀ ਨਹੀਂ ਰੱਖੀ। ਅਹਿਮੀਅਤ ਹੀ ਕੋਈ ਨਹੀਂ। ਤੁਸੀਂ 20 ਸਾਲ ਰਹੋ, ਤੁਸੀਂ 10 ਸਾਲ ਰਹੋ, ਤੁਸੀਂ 5 ਸਾਲ ਰਹੋ, ਤੁਹਾਨੂੰ ਕਾਗਜ਼ ਪੱਤਰ ਉੱਥੇ ਨਾ ਲੱਭਣੇ ਨੇ ਤੇ ਨਾ ਤੁਸੀਂ ਉਮੀਦ ਲੈ ਕੇ ਜਾਓ। ਨਾ ਕਿਸੇ ਏਜੰਟ ਦੇ ਇਸ ਨਰਗੇ ਦੇ ਵਿੱਚ ਆਉਣਾ ਕਿ ਜੀ ਉੱਥੇ ਜਾ ਕੇ ਇੰਝ ਹੋ ਜਾਏਗਾ, ਉੱਥੇ ਜਾ ਕੇ ਇੰਝ ਹੋ ਜਾਏਗਾ, ਉੱਥੇ ਜਾ ਕੇ ਕਾਗਜ਼ ਬਣ ਜਾਣਗੇ, ਤੁਸੀਂ ਹਰ ਮਹੀਨੇ ਆਓਗੇ ਜਾਓਗੇ, ਕੋਈ ਮਸਲਾ ਨਹੀਂ। ਕੋਈ ਐਸੀ ਗੱਲਬਾਤ ਕੋਈ ਨਹੀਂ, ਕੋਈ ਐਸੀ ਇਸ ਗੱਲ ਦਾ ਵਜੂਦ ਕੋਈ ਨਹੀਂ, ਕੋਈ ਸਦਾਕਤ ਕੋਈ ਨਹੀਂ, ਕੋਈ ਸੱਚਾਈ ਕੋਈ ਨਹੀਂ। ਹਰ ਬੰਨੇ ਝੂਠ ਹੈ, ਹਰ ਬੰਨੇ ਗਲਤ ਬਿਆਨੀ ਹੈ। ਏਜੰਟ ਸਬਜ਼ ਬਾਗ ਖਾਂਦੇ ਨੇ। ਸਾਡੇ ਜਿਹੜੇ ਨੌਜਵਾਨ ਨੇ ਮੰਨਿਆ ਕਿ ਇੱਥੇ ਬੇਰੋਜ਼ਗਾਰੀ ਹੈ, ਲੇਕਿਨ ਅਸੀਂ ਅਕਲਮੰਦ ਤੇ ਥੋੜੇ ਜਿਹੇ ਅਕਲ ਤੇ ਵਿਖਾਈਏ। ਅਸੀਂ ਜਿਹੜੇ ਸਾਨੂੰ ਇੱਥੇ ਸਬਜ਼ ਬਾਗ ਖਾਂਦੇ ਨੇ, ਸਾਨੂੰ ਝੂਠੀਆਂ ਗੱਲਾਂ ਸੁਣਾਉਂਦੇ ਨੇ ਤੇ ਉਹਦੇ ਅੱਗੇ ਜਾ ਕੇ ਉਹਦੇ ਮੁਤਾਬਕ ਕੋਈ ਸੱਚਾਈ ਨਹੀਂ ਹੁੰਦੀ। ਅਸੀਂ ਲਾਈਵ ਸਟੋਰੀਆਂ ਇਸੇ ਤੋਂ ਕਰਨੇ ਆ। ਪਹਿਲਾਂ ਤੁਸੀਂ ਭਾਈ ਰੂਪ ਸਾਹਿਬ ਦੀ ਸਟੋਰੀ ਸੁਣੀ, ਹੁਣ ਤਾਰਕ ਸਾਹਿਬ ਦੀ ਸਟੋਰੀ ਸੁਣੀ, ਕਿਉਂਕਿ ਸੁਣੀ ਸੁਣਾਈ ਗੱਲ 'ਚ ਤੇ ਹੱਡ ਬੀਤੀ ਤੇ ਜਗ ਬੀਤੀ ਦਾ ਹੋਰ ਹਿਸਾਬ ਹੁੰਦਾ ਹੈ। ਇਹ ਉਹ ਬੰਦੇ ਨੇ ਕਿ ਜਿਹੜੇ ਰੀਅਲ ਜਿਨ੍ਹਾਂ ਨਾਲ ਇਹ ਵਾਕਿਆਤ ਹੋ ਚੁੱਕੇ ਨੇ, ਇਸ ਕਰਬ ਚੋਂ ਤਕਲੀਫ ਚੋਂ ਲੰਘੇ ਨੇ ਤੇ ਉਹਨਾਂ ਦੀ ਜ਼ੁਬਾਨੀ ਵੀ ਤੁਸੀਂ ਸਾਰੇ ਇੰਟਰਵਿਊ ਦੇ ਵਿੱਚ ਸੁਣਿਆ। ਇਹ ਵੇ ਕਿ ਕਾਗਜ਼ ਪੱਤਰ ਕੋਈ ਨਹੀਂ। ਸਾਡੇ ਆਪਣੇ ਹੀ ਸਾਡੇ ਪੰਜਾਬੀ, ਸਾਡੇ ਆਪਣੇ ਪਾਕਿਸਤਾਨੀ ਭਰਾ ਹੀ ਸਾਡੇ ਨਾਲ ਕੀ ਸਲੂਕ ਕਰਦੇ ਨੇ, ਸਿਰਫ ਚੰਦ ਪੈਸੇ ਨਾਲ। ਤੇ ਉਹ ਭਾਵੇਂ ਸਾਨੂੰ ਥੋੜੀ ਜਿਹੀ ਕੰਸੈਸ਼ਨ ਦੇ ਦੇਣ ਤੇ ਇਹ ਸਾਨੂੰ ਕੰਸੈਸ਼ਨ ਕੋਈ ਨਹੀਂ ਦਿੰਦੇ। ਤੇ ਏਜੰਟ ਕੋਈ ਬਗਾਨੇ ਨਹੀਂ, ਸਾਡੇ ਆਪਣਿਆਂ ਦੇ ਵਿੱਚ ਵੀ। ਜਿਵੇਂ ਕਿ ਇਹ ਦੱਸ ਰਹੇ ਨੇ ਕਿ ਮੇਰੇ ਮਾਮੂ ਸਨ, ਕਈਆਂ ਦੇ ਕਜ਼ਨ ਨੇ, ਕਈਆਂ ਦੇ ਫੁੱਫੀ ਦੇ ਬੇਟੇ ਨੇ, ਕਈਆਂ ਦੇ ਦੂਸਰੇ ਖਾਲਾ ਦੇ ਬੇਟੇ ਨੇ। ਇਹ ਏਜੰਟ ਹੀ ਨੇ। ਨਹੀਂ, ਜਿਹੜਾ ਮਾਮੂ ਮੇਰਾ ਏਜੰਟ ਨਹੀਂ ਸੀ, ਉਹ ਵੀ ਏਜੰਟ ਨੇ ਕਲਾਇਆ ਸੀ। ਉਹ ਏਜੰਟ ਨਾਲ ਜਿਹੜਾ ਰਾਬਤਾ ਸੀ ਉਸ ਬੰਦੇ ਨਾਲ ਕੋਈ ਤੋਰਿਆ ਵੀ ਇਹ ਵੇ ਕਿ ਤੁਸੀਂ ਸਾਡੇ ਕਹਿਣ ਦਾ ਮਕਸਦ ਇਹ ਵੇ, ਸਾਡੀ ਇਹ ਸਾਰੀ ਵੀਡੀਓ ਦਾ ਮਕਸਦ ਇਹ ਵੇ। ਤੇ ਤੁਸੀਂ ਵੇਖਿਆ ਹੋਣਾ ਕਿ ਪਿਛਲੇ ਚੰਦ ਦਿਨ ਦੀ ਇਹ 20 ਬੰਦੇ ਜਿਹੜੇ ਮੰਡੀ ਬਾਬਲਦੀਨ, ਫਾਲੀਏ ਤੇ ਮਲਕਵਾਲ ਦੇ ਗਿਰਦੋਨਵਾ ਦੇ ਸਨ, ਉਹ ਉੱਥੇ ਬਲੂਚਿਸਤਾਨ ਦੇ ਵਿੱਚ ਉਹਨਾਂ ਨੇ ਇੱਕ ਦਰਦਨਾਕ ਵਾਕਿਆ ਪੇਸ਼ ਹੋਇਆ। ਬਾਅਦ ਫਿਰ 6 ਨੌਜਵਾਨ ਜਿਹੜੇ ਨੇ ਸਿਰਫ ਚੰਦ ਦਿਨ ਦੇ ਵਕਫੇ ਤੋਂ ਫਿਰ ਉੱਥੇ ਡੈਥ ਹੋਈ ਉਹਨਾਂ ਦੀ ਫਾਇਰਿੰਗ ਦੇ ਨਾਲ ਹੀ। 2 ਬੰਦੇ ਚੰਦ ਦਿਨ ਪਹਿਲਾਂ ਮੈਂ ਖਬਰ ਪੜ੍ਹੀ ਕਿ ਮਲਕਵਾਲ ਦੇ ਰਹਾਇਸ਼ੀ ਸਨ, ਉਹ ਨਹਿਰ ਦੇ ਉੱਤੇ, ਜਿਹੜੀ ਕਿ ਤਾਰਕ ਭਾਈ ਨੇ ਨਹਿਰ ਦੱਸੀ ਹੈ, ਲਾਜ਼ਮਨ ਉਹੀ ਨਹਿਰ ਹੈਗੀ, ਉੱਥੇ ਉਹਨਾਂ ਦੀ ਦੱਸਿਆ ਗਿਆ ਕਿ ਡੁੱਬ ਕੇ ਉਹਨਾਂ ਦੀ ਡੈਥ ਹੋਈ। ਉਹਨਾਂ ਦੀ ਗੱਲ ਮਕਸਦ ਇਹ ਵੇ
ਕਿ ਡਬੋਇਆ ਜਾਂਦਾ, ਜਾਣ ਕੇ ਸਾਡੇ ਸੰਗੀਆਂ ਬੇਲੀਆਂ ਨਾਲ ਇਹ ਹਰਕਤ ਕੀਤੀ ਜਾਂਦੀ ਹੈ। ਲਿਹਾਜ਼ਾ ਸਾਡੇ ਕਹਿਣ ਦਾ ਮਕਸਦ ਇਹ, ਸਾਡੀ ਇੱਕ ਬੇਨਤੀ ਇਹ ਵੇ, ਸਾਡੀ ਇੱਕ ਰਿਕੁਐਸਟ ਇਹ ਵੇ ਕਿ ਲਿਹਾਜ਼ਾ ਇਹ 2 ਨੰਬਰ ਬੰਦਿਆਂ ਕੋਲੋਂ, 2 ਨੰਬਰ ਏਜੰਟਾਂ ਕੋਲੋਂ, 2 ਨੰਬਰ ਜਿਹੜੇ ਵਿੱਚ ਵਿਚੋਲੇ ਬਣੇ ਹੁੰਦੇ ਨੇ, ਇਹਨਾਂ ਤੋਂ ਮਹਿਫੂਜ਼ ਰਹੋ। ਜਿਹੜੇ ਸਾਡੇ ਭੈਣ ਭਰਾ, ਸਾਡੇ ਸੰਗੀ ਸਾਥੀ, ਸਾਡੇ ਬੇਲੀ ਜਿਹੜੇ ਨੇ, ਕਿ ਜਿੰਨਾ ਬਚਿਆ ਜਾਂਦਾ ਬਚੋ, ਜਿੰਨਾ ਬਚਿਆ ਜਾਂਦਾ ਮੇਰੇ ਦੋਸਤੋ ਬਚੋ, ਕਿਉਂਕਿ ਇਹ ਸਾਡੇ ਇਹ ਜਿਹੜੀ ਪਛਤਾਵਾ ਹੈ, ਇਹ ਸਾਰੀ ਜ਼ਿੰਦਗੀ ਇਨਸਾਨ ਦੇ ਨਾਲ ਚੱਲਦਾ ਹੈ। ਜਦੋਂ ਇੱਕ ਇਨਸਾਨ ਦੀ ਜ਼ਿੰਦਗੀ ਚਲੀ ਜਾਂਦੀ ਹੈ, ਉਹ ਤਕਲੀਫ ਕੱਲੀ ਉਹਨੇ ਤੇ ਜਿਹੜੀ ਤਕਲੀਫ ਝੱਲਣੀ ਹੈ, ਲੇਕਿਨ ਮੇਰਾ ਭਾਈ ਪਿੱਛੇ ਜਿਹੜੀ ਉਹਦੇ ਵਾਲਿਦਾਂ ਨੇ, ਉਹਦੇ ਘਰ ਵਾਲੇ ਨੇ, ਉਹਦੇ ਭੈਣ ਭਰਾ ਨੇ, ਸਾਰੀ ਜ਼ਿੰਦਗੀ ਉਹ ਪਛਤਾਵੇ ਦੀ ਅੱਗ ਵਿੱਚ ਸੜਦੇ ਨੇ। ਸਾਰੀ ਜ਼ਿੰਦਗੀ ਉਹਨਾਂ ਵਾਸਤੇ ਇੱਕੋ ਕਰ ਰਹੀ। ਕਾਸ਼ ਦਾ ਲਫ਼ਜ਼ ਪਿੱਛੇ ਵੱਜ ਜਾਂਦਾ ਕਿ ਕਾਸ਼ ਅਸੀਂ ਨਾ ਕੱਲਿਆ ਹੁੰਦਾ, ਕਾਸ਼ ਅਸੀਂ ਆ ਕੰਮ ਨਾ ਕੀਤਾ ਹੁੰਦਾ। ਉਹ ਕਹਾਵਤ ਹੈ ਨਾ, ਅਬ ਪਛਤਾਏ ਕਿਆ ਫਾਇਦਾ ਜਬ ਚਿੜੀਆਂ ਚੁੱਗੀ ਕੇ। ਜਦੋਂ ਪੱਲੇ ਕੁਝ ਨਾ ਰਿਹਾ, ਉਹ ਨੌਜਵਾਨਾਂ ਦੇ ਘਰਾਣਿਆਂ ਜਾ ਕੇ ਪੁੱਛੋ, ਅਸੀਂ ਟੀਵੀ ਤੇ ਵੇਖੇ ਨਹੀਂ ਇੰਟਰਵਿਊ ਉਹਨਾਂ ਦੇ, ਮਾਵਾਂ ਭੈਣਾਂ ਭਰਾ ਸੰਗੀ ਸਾਥੀ ਹਾਰੇ ਪਾਪਾ ਕਰ ਹੁੰਦੇ ਸਨ, ਕਾਸ਼ ਅਸੀਂ ਨਾ ਕੱਲਿਆ ਹੁੰਦਾ, ਕਾਸ਼ ਇੰਝ ਹੋਇਆ ਹੁੰਦਾ, ਕਾਸ਼ ਫਲਾਣਾ ਜੱਟ ਦਾ ਮੱਥੇ ਲੱਗਿਆ ਹੁੰਦਾ। ਮੇਰੇ ਦੋਸਤੋ, ਜੋ ਹੋ ਗਿਆ ਸੋ ਹੋ ਗਿਆ। ਅੱਗੋਂ ਸਾਡੀ ਹੱਥ ਬੰਨ੍ਹ ਕੇ ਇਹ ਬੇਨਤੀ, ਇਹ ਰਿਕੁਐਸਟ ਹੈ, ਇਹ ਸਾਡੀ ਦਿਲ ਦੀ ਰਿਕੁਐਸਟ ਹੈ। ਸਾਡੀ ਵੀਡੀਓ ਦਾ ਮਕਸਦ ਵੀ ਇਹ ਵੇ, ਸਾਡੇ ਏਡਾ ਖਪਣ ਦਾ ਮਕਸਦ ਵੀ ਇਹ ਵੇ ਕਿ ਵੀਡੀਓ ਸਾਡੀ ਵੇਖੋ, ਇਹਨੂੰ ਜਾਂਚੋ ਪਰਖੋ। ਅਗਰ ਤੁਹਾਡਾ ਕੋਈ ਕਜ਼ਨ, ਕੋਈ ਭੈਣ, ਕੋਈ ਭਰਾ ਕਿਸੇ ਏਜੰਟ ਦੇ ਹੱਥੇ ਚੜਿਆ ਤੇ ਉਹਦੇ ਤੋਂ ਉਹਦੀ ਜਾਂਚ ਕਰਾਈ ਜਾਏ। ਤੇ ਮੈਨੂੰ ਉਮੀਦ ਹੈ ਕਿ ਸਾਡੀ ਜਿਹੜੀ ਇਹ ਵੀਡੀਓ ਹੈ ਤੁਹਾਨੂੰ ਇਹਦੇ 'ਚ ਸਬਕ ਮਿਲੇਗਾ ਤੇ ਤੁਸੀਂ ਇਨਸ਼ਾਅੱਲਾ ਇਹਨੂੰ ਪਸੰਦ ਕਰੋਗੇ। ਪਸੰਦ ਕਰਨ ਤੋਂ ਬਾਅਦ ਸਾਨੂੰ ਵੀ ਸਾਡਾ ਚੈਨਲ, ਫਿਰ ਮੈਂ ਇੱਕ ਵਾਰੀ ਕਹਿਣਾ, ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰੋ। ਤੇ ਇਹਦੇ ਨਾਲ ਇਹ ਹੋਏਗਾ ਕਿ ਮਾਸ਼ਾਅੱਲਾ ਸਾਨੂੰ ਮਜ਼ੀਦ ਹੌਸਲਾ ਮਿਲੇਗਾ ਕਿ ਅਸੀਂ ਇਵੇਂ ਦੇ ਲਾਈਵ ਜਿਹੜੇ ਨੇ, ਕਿ ਜਿਨ੍ਹਾਂ ਨੇ ਇਹ ਵਾਕਿਆਤ ਖੁਦ ਹੋ ਚੁੱਕੇ ਨੇ, ਜਿਨ੍ਹਾਂ ਇਹ ਟਰੈਵਲਿੰਗ ਖੁਦ ਕੀਤੀ, ਜਿਨ੍ਹਾਂ ਬਾਰਡਰ ਖੁਦ ਕ੍ਰਾਸ ਕੀਤੇ ਨੇ, ਜਿਨ੍ਹਾਂ ਨਾਲ ਧੋਖੇ ਖੁਦ ਹੋਏ ਨੇ, ਮਜ਼ੀਦ ਕੋਈ ਦੋਸਤ ਅਹਿਬਾਬ ਲੈ ਕੇ ਅਸੀਂ ਤੁਹਾਡੀ ਖਿਦਮਤ 'ਚ ਹਾਜ਼ਰ ਹੋਈਏ। ਅੱਲਾ ਤੁਹਾਡਾ ਸਾਡਾ ਗੱਲ ਇਹ ਵੇ ਕਿ ਅੱਲਾ ਤੁਹਾਡਾ ਸਾਡਾ ਜਿਹੜਾ ਹੈ ਆਮੀਨ ਨਾਸਰ ਹੋਵੇ। ਰਊਫ ਭਾਈ ਤੇ ਨਸੀਰ ਭਾਈ ਨੇ ਆਪਣਾ ਸ਼ੇਅਰ ਬਿਆਨ ਕਰਨਾ ਤੇ ਰਊਫ ਭਾਈ ਨੇ ਕੁਝ ਤੇ ਕਰਨਾ। ਇਸੇ ਮੌਕੇ ਦੇ ਉੱਤੇ ਨਸੀਰ ਭਾਈ ਸਾਡੇ ਕੋਲ ਬੈਠੇ ਨੇ, ਉਹਨਾਂ ਇੱਕ ਦਰਦ ਭਰੀ ਗਜ਼ਲ ਲਿਖੀ ਹੈ, ਜਿਵੇਂ ਨੇ ਪਹਿਲਾਂ ਮੈਂ ਸੁਣੀ ਤੋਂ ਪਹਿਲਾਂ ਵੀ ਤੁਸੀਂ ਸੁਣੀ ਹੋਣੀ ਹੈ ਪਿਛਲੀ ਇੰਟਰਵਿਊ ਦੇ ਵਿੱਚ, ਅੱਜ ਉਹ ਪੇਸ਼ ਕਰਨਗੇ। ਚਲੋ ਨਸੀਰ ਭਾਈ ਜੀ। ਚੰਗਾ ਜੰਟਾ ਪਿਆਰ ਕੀਤਾ ਈ, ਸਾਨੂੰ ਰਾਹ ਵਿੱਚ ਮਾਰ ਦਿੱਤਾ ਈ, ਤੇ ਸਾਥੀ ਮੇਰੀ ਜ਼ਿੰਦਗੀ ਦਾ ਹਾਏ ਜ਼ਿੰਦਗੀ ਦਾ ਚੰਗਾ ਜੰਟਾ ਤਿਆਰ ਕੀਤਾ ਈ। ਸਾਨੂੰ ਲੱਖਾਂ ਦੇ ਖਾਬ ਵਖਾ ਕੇ ਤੇ ਕਰ ਦਿੱਤਾ ਈ ਬਰਬਾਦ ਓਏ। ਅਸੀਂ ਭੁੱਲ ਗਏ ਤੇਰੀਆਂ ਗੱਲਾਂ ਵਿੱਚ, ਸਾਡਾ ਉਜੜ ਗਿਆ ਏ ਬਾਗ ਓਏ। ਸਾਨੂੰ ਲੱਖਾਂ ਦੇ ਖਾਬ ਵਖਾ ਕੇ ਤੇ ਕਰ ਦਿੱਤਾ ਈ ਬਰਬਾਦ ਓਏ। ਅਸੀਂ ਭੁੱਲ ਗਏ ਤੇਰੀਆਂ ਗੱਲਾਂ ਵਿੱਚ, ਸਾਡਾ ਉਜੜ ਗਿਆ ਏ ਬਾਗ ਓਏ। ਮਾਇਆ ਪੇਸ਼ ਕੀਤਾ ਹੈ, ਕਾਲੇ ਕੱਪੜੇ ਪਾਏ ਹੋਏ ਨੇ, ਕਾਲੇ ਕੱਪੜੇ ਪਾਏ ਹੋਏ ਨੇ, ਨਾ ਤੈਨੂੰ ਲੁੱਟ ਲੈਣਾ ਹੋ ਜਿਹੜੇ ਸੱਜਣ ਬਣਾਏ ਹੋਏ ਨੇ। ਚੰਗਾ ਜੰਟਾ ਪਿਆਰ ਕੀਤਾ ਈ, ਚੰਗਾ ਜੰਟਾ ਤਿਆਰ ਕੀਤਾ ਈ, ਸਾਨੂੰ ਰਾਹ ਵਿੱਚ ਮਾਰ ਦਿੱਤਾ ਈ, ਤੇ ਸਾਥੀ ਮੇਰੀ ਜ਼ਿੰਦਗੀ ਦਾ ਹੈ ਜ਼ਿੰਦਗੀ ਦਾ ਚੰਗਾ ਜੰਟਾ ਤਿਆਰ ਕੀਤਾ ਈ। ਏਜੰਟ ਜਦੋਂ ਵੀ ਆਉਂਦੇ ਨੇ, ਬੜੇ ਸਬਜ਼ ਬਾਗ ਵਖਾਉਂਦੇ ਨੇ, ਜਦੋਂ ਬੰਦੇ
ਜਾਂਦੇ ਫਿਰ ਪੁੱਬਾਂ ਮਾਰ ਕੇ ਰੋਂਦੇ ਨੇ। ਤਾਰਾ ਗੋਲ ਹੋਵੇ, ਤਾਰਾ ਗੋਲ ਹੋਵੇ, ਇਹਨਾਂ ਏਜੰਟਾਂ ਦੇ ਸ਼ਾਲਾ ਕਬਰ ਨਾ ਕੋਲ ਹੋਵੇ। ਤਾਰਾ ਗੋਲ ਹੋਵੇ, ਨਾ ਏਜੰਟਾਂ ਦੇ ਸ਼ਾਲਾ ਕਬਰ ਨਾ ਕੋਲ ਹੋਵੇ। ਚੰਗਾ ਏਜੰਟਾ ਤਿਆਰ ਕੀਤਾ ਈ, ਸਾਨੂੰ ਰਾਹ ਵਿੱਚ ਮਾਰ ਦਿੱਤਾ ਈ, ਤੇ ਸਾਥੀ ਮੇਰੀ ਜ਼ਿੰਦਗੀ ਦਾ ਜ਼ਿੰਦਗੀ ਦਾ ਵੇ ਚੰਗਾ ਏਜੰਟਾ ਤਿਆਰ ਕੀਤਾ ਈ। ਅਸੀਂ ਆਪਣੇ ਮੁਲਕ ਚ ਰਹਿੰਦੇ ਸਾਂ, ਪਰ ਮਾਂ ਪਿਓ ਕੋਲ ਹੈ ਬਹਿੰਦੇ ਸਾਂ। ਜਿਸ ਦਿਨ ਦਾ ਯੂਰਪ ਸੁਣ ਲਿਆ ਏ, ਅਸੀਂ ਸੱਜਣਾ ਨੂੰ ਇਹ ਕਹਿੰਦੇ ਸਾਂ। ਸੱਪ ਮਾਰਿਆ ਨਹਿਰ ਵਿੱਚੋਂ, ਸੱਪ ਮਾਰਿਆ ਨਹਿਰ ਵਿੱਚੋਂ, ਐਸਾ ਸੁਬਾ ਟੁਰ ਜਾਣਾ ਹੋ ਤੁਹਾਡੇ ਵਸਦੇ ਸ਼ਹਿਰ ਵਿੱਚੋਂ। ਚੰਗਾ ਏਜੰਟਾ ਤਿਆਰ ਕੀਤਾ ਈ, ਸਾਨੂੰ ਰਾਹ ਵਿੱਚ ਮਾਰ ਦਿੱਤਾ ਈ, ਤੇ ਸਾਥੀ ਮੇਰੀ ਜ਼ਿੰਦਗੀ ਦਾ ਜ਼ਿੰਦਗੀ ਦਾ ਵੇ ਚੰਗਾ ਏਜੰਟਾ ਤਿਆਰ ਕੀਤਾ ਈ, ਸਾਨੂੰ ਰਾਹ ਵਿੱਚ ਮਾਰ ਦਿੱਤਾ ਈ, ਤੇ ਸਾਥੀ ਮੇਰੀ ਜ਼ਿੰਦਗੀ ਦਾ ਵੇ ਚੰਗਾ ਏਜੰਟਾ ਤਿਆਰ ਕੀਤਾ ਈ। ਨਾਜ਼ਰੀਨ, ਗਜ਼ਲ ਤੁਸੀਂ ਸੁਣੀ, ਚੰਗਾ ਏਜੰਟਾ ਤਿਆਰ ਕੀਤਾ ਈ। ਸਾਨੂੰ ਰਾਹ ਇਹ ਵਿੱਚ ਮਾਰ ਇਕੱਲੇ ਸ਼ੇਰ ਹੀ ਨਹੀਂ, ਇਹ ਦਿਲ ਚੋਂ ਨਿਕਲੀਆਂ ਹੋਈਆਂ ਗੱਲਾਂ ਨੇ। ਇਹ ਸਨ ਭਾਈ ਰੂਫ ਦੇ ਵੱਡੇ ਭਾਈ ਭਾਈ ਨਸੀਰ ਸਾਹਿਬ, ਕਿ ਜਿਹੜੇ ਆਪਣੇ ਸ਼ੇਰਾਂ ਦੀ ਸ਼ਕਲ ਦੇ ਵਿੱਚ ਆਪਣੇ ਸੰਗੀਆਂ ਨੂੰ, ਆਪਣੇ ਸਾਥੀਆਂ ਨੂੰ, ਆਪਣੇ ਬੇਲੀਆਂ ਨੂੰ ਆਪ ਖੁਦ ਇਹ ਲਿਖ ਕੇ ਸਾਰੀ ਕੀਤਾ। ਹਕੀਕਤ ਆਪ ਖੁਦ ਲੈ ਕੇ ਬਿਆਨ ਕਰ ਰਹੇ ਸਨ ਕਿ ਉਹਨਾਂ ਦੇ ਭਾਈਆਂ ਨਾਲ ਕੀ ਸਫ਼ਰ ਦੇ ਦੌਰਾਨ ਤਕਲੀਫ ਆਈਆਂ ਨੇ, ਕਿ ਉਹ ਕਿਹੜੀ ਕਰਬ ਦੇ ਵਿੱਚੋਂ, ਕਿਹੜੀ ਤਕਲੀਫ ਦੇ ਵਿੱਚੋਂ, ਕਿਹੜੇ ਦੁੱਖ ਦੇ ਵਿੱਚੋਂ ਲੰਘੇ ਨੇ, ਕਿ ਕਿੰਨੇ ਦਿਨ ਜਾਣ ਤੋਂ ਲੈ ਕੇ ਤੇ ਵਾਪਸ ਆਉਣ ਦਾ ਉਹ ਕਿਹੜੀ ਸੂਈ ਤੇ ਖਲੋਤੇ। ਅਸੀਂ ਕੋਈ ਐਸਾ ਬਜ਼ੁਰਗ, ਕੋਈ ਵੀ ਐਸਾ ਜਾਦੂਗਰ ਹਰ ਬੰਦੇ ਕੋ ਗਏ ਕਿ ਅੱਲਾਹ ਤਾਲਾ ਤੰਦਰੁਸਤੀ ਦੇ ਵਾਪਸ ਹੀ ਆ ਜਾਣ। ਜਾਣ ਤੇ ਬੜੀ ਦੂਰ ਦੀ ਗੱਲ ਸੀ, ਸਾਨੂੰ ਇੰਨੀ ਬੜੀ ਖੁਸ਼ੀ ਹੋਈ ਕਿ ਵਾਪਸ ਹੀ ਆ। ਪਹਿਲੋਂ ਸਾਡੀਆਂ ਮਾਵਾਂ ਰੋਜ਼ ਇਕੱਠੀਆਂ ਹੁੰਦੀਆਂ ਸੀ, ਜਾਣਦੀਆਂ ਦੁਆਵਾਂ ਕਰਾਉਂਦੀਆਂ ਸੀ, ਚੌਕ 'ਚ ਰਸ਼ ਪਿਆ ਹੋਣਾ ਕਿ ਚਲੇ ਜਾਣ। ਮਹੀਨਾ ਇੱਕ ਨਹੀਂ ਸੀ ਲੰਘਿਆ, ਮੁੜ ਕੇ ਕਿਹੜਾ ਵੇਲਾ ਹੁੰਦਾ ਸੀ, ਨਾ ਰਾਤ ਸੌਂਦੀਆਂ ਸੀ ਨਾ ਦਿਨੇ ਸੌਂਦੇ, ਕਿ ਪੁੱਤ ਸਾਡੇ ਵਾਪਸ ਹੀ ਆ ਜਾਣ। ਜਾਣਾ ਤੇ ਬੜੀ ਦੂਰ ਦੀ ਗੱਲ ਹੈ। ਕੋਸ਼ਿਸ਼ ਕਰੋ, ਤੁਹਾਡੀ ਬੜੀ ਬੜੀ ਮਿਹਰਬਾਨੀ ਕਿ ਆਪਣੇ ਮੁਲਕ ਨਾਲ ਦੀ ਮੌਜ ਨਹੀਂ ਹੈ ਕਿਤੇ। ਕੋਈ ਮੌਜ ਆਪਣੀ ਨੀਂਦ ਤੇ ਸੌਂਦੇ ਜੇ, ਆਪਣੀ ਤੇ ਉੱਠਦੇ ਜੇ। ਇੱਥੇ ਸਾਨੂੰ ਕੋਈ ਗੱਲ ਕਵੇ ਸਾਨੂੰ ਬੜਾ ਦੁੱਖ ਲੱਗਦਾ, ਬੜਾ ਵੱਟ ਚੜਦਾ। ਉੱਥੇ ਬਾਹਰ ਅਸੀਂ ਉਹ ਕੰਮ ਕਰਦੇ ਕਿ ਜਿਹੜੇ ਦੱਸੀਏ ਸਾਨੂੰ ਸ਼ਰਮ ਆਉਂਦੀ ਹੈ ਕਿ ਉਹ ਕੰਮ ਅਸੀਂ ਕਰਦੇ ਹਾਂ। ਤੁਹਾਡੀ ਮਿਹਰਬਾਨੀ ਕਿ ਆਪਣੇ ਮੁਲਕ 'ਚ ਰਹੋ, ਆਪਣੇ ਮੁਲਕ 'ਚ ਕੰਮ ਕਰੋ, ਇਹਦੇ ਨਾਲ ਦਾ ਮਜ਼ਾ ਨਹੀਂ ਹੈ। ਮਾਸ਼ਾਅੱਲਾ, ਬੜੇ ਪਿਆਰੇ ਖਿਆਲਾਂ ਦਾ ਇਜ਼ਹਾਰ ਭਾਈ ਰੂਫ ਸਾਹਿਬ ਦੇ ਵੱਡੇ ਭਾਈ ਨਸੀਰ ਸਾਹਿਬ ਕਰ ਰਹੇ ਸਨ, ਕਿਉਂਕਿ ਉਹਨਾਂ ਇਹ ਸਾਰੀਆਂ ਚੀਜ਼ਾਂ ਫੇਸ ਕੀਤੀਆਂ, ਇਹ ਸਾਰੀਆਂ ਚੀਜ਼ਾਂ ਹੈਂਡਲ ਕੀਤੀਆਂ, ਇਸ ਕਰਬ ਚੋਂ, ਇਸ ਦੁੱਖ ਚੋਂ, ਇਸ ਤਕਲੀਫ ਚੋਂ, ਇਸ ਜਨਾਬ ਜੀ 16 ਦੀ ਜ਼ਿੰਦਗੀ ਦੇ ਵਿੱਚੋਂ ਲੰਘੇ ਨੇ, ਜਾਣ ਤੋਂ ਲੈ ਕੇ ਵਾਪਸ ਆਉਣ ਤੱਕ। ਤੇ ਸਾਰੀ ਵੀਡੀਓ ਦਾ, ਸਾਰੇ ਸ਼ੇਰਾਂ ਦਾ, ਸਾਰੀ ਗਜ਼ਲ ਦਾ, ਸਭ ਇੱਕ ਚੀਜ਼ ਦਾ ਇੱਕੋ ਹੀ ਮਕਸਦ ਹੈ ਕਿ ਸਾਡੇ ਜਿਹੜੇ ਸੰਗੀ ਸਾਥੀ ਭੈਣ ਭਰਾ ਗਲਤ ਏਜੰਟਾਂ ਦੇ ਹੱਥੇ, 2 ਨੰਬਰ ਏਜੰਟਾਂ ਦੇ ਹੱਥੇ, 2 ਨੰਬਰ ਬੰਦਿਆਂ ਦੇ ਹੱਥੇ ਗੱਲਾਂ ਚਾਣ ਕੇ, ਸਬਜ਼ ਬਾਤ ਵੇਖ ਕੇ ਤੇ ਇਹ ਤਿਆਰੀ ਕੀਤੀ ਬੈਠੇ ਨੇ। ਖੁਦਾਰਾ ओरिजिनल तरीके अपनाओ, 1 नंबर तरीके ना जाओ। ਅਸੀਂ ਇਹ ਨਹੀਂ ਕਹਿੰਦੇ ਕਿ ਜਾਓ ਨਾ, ਜਾਓ ਜ਼ਰੂਰ, ਲੇਕਿਨ 1 ਨੰਬਰ ਤਰੀਕੇ ਨਾਲ ਜਾਓ ਤੇ ਜੈਨੂਇਨ ਤਰੀਕੇ ਨਾਲ ਜਾਓ, ਕਿਉਂਕਿ ਤੁਹਾਨੂੰ ਕਿਤੇ ਜਾ ਕੇ ਤਕਲੀਫ ਨਾ ਆਵੇ। ਇੱਥੇ ਤਕਲੀਫ ਆਵੇ ਤੇ ਅਸੀਂ ਆਪਣੇ ਘਰ ਨੂੰ ਭਾਈ ਦੇਣੀ, ਜੋ ਪਰਦੇਸ 'ਚ ਹੁੰਦੀ ਹੈ ਤੇ ਫਿਰ ਉੱਥੇ ਕੋਈ ਨਹੀਂ ਸਾਂਭਦਾ। ਲਿਹਾਜ਼ਾ ਗੱਲ ਇਹ ਵੀ ਕਿ ਤੁਸੀਂ ਉਹ ਸਾਡਾ ਮੈਸੇਜ, ਸਾਡਾ ਪੈਗਾਮ, ਸਾਡੀ ਅਰਜ਼, ਸਾਡੀ ਹੂਕ ਜਿਹੜੀ ਹੈ ਹਰ ਉਸ ਨੌਜਵਾਨ ਦੀ ਉਸ ਨੌਜਵਾਨ ਤੱਕ ਪਹੁੰਚਾਓ ਕਿ ਜਿਹੜੇ ਅੱਗੋਂ ਤਿਆਰੀ ਕੀਤੀ ਬੈਠੇ ਨੇ, ਜੇਨ ਬਣਾਈ ਬੈਠੇ ਨੇ ਕਿ ਅਸੀਂ ਜਾਣਾ ਹੀ ਜਾਣਾ ਹੈ, ਕਿ ਘਰਾਂ ਦੇ ਵਿੱਚ ਲੜਾਈਆਂ ਵੀ ਉਹਨਾਂ ਪਾਈਆਂ ਨੇ, ਜਿੱਦਾਂ ਕਰਨ ਦੇ ਅਸੀਂ ਜਾਣੇ ਜਾਣਾ। ਲਿਹਾਜ਼ਾ ਗੱਲ ਕਰਨ ਦਾ ਮਕਸਦ ਇਹ ਹੈ
ਕਿ ਮੇਰੇ ਭਰਾਓ, ਮੇਰੇ ਬੇਲੀਓ, ਮੇਰੇ ਸੰਗੀਓ, ਕਿ ਤੁਸੀਂ ਇਸ ਗੱਲ ਤੋਂ ਮੁੜ ਜਾਓ। ਇਹ ਅਸੀਂ ਉਹ ਬੰਦੇ ਤੁਹਾਡੇ ਸਾਹਮਣੇ ਲੈ ਕੇ ਆਏ ਕਿ ਜਿਹੜੇ ਏਜੰਟਾਂ ਦੀਆਂ ਗੱਲਾਂ 'ਚ ਆ ਗਏ ਨੇ। ਇਹ ਸਾਰੀਆਂ ਤਕਲੀਫਾਂ ਨੇ ਵੇਖੀਆਂ ਨੇ ਕਿ ਇੱਥੇ ਗੱਲ ਹੋ ਰਹੀ, ਅੱਗੇ ਜਾ ਕੇ ਗੱਲ ਹੋ ਰਹੀ, ਬਲਕਿ ਅੱਗੇ ਜਾ ਕੇ ਨਹੀਂ, ਹਰ ਮੁਲਕ 'ਚ ਗੱਲ ਹੋ ਹਰ ਰਹੀ। ਮੁਲਕ 'ਚ ਹੋ ਰਿਹਾ ਤੇ ਹਰ ਮੁਲਕ ਦੇ ਵਿੱਚ ਉਹਨਾਂ ਕਿਹੜੀ ਤਹਿਖਾਨਿਆਂ ਦੇ ਵਿੱਚ ਰਹੇ ਨੇ, ਗੋਲੀਆਂ ਦੇ ਵਿੱਚੋਂ ਲੰਘੇ ਨੇ, ਪਾਣੀਆਂ ਦੇ ਵਿੱਚੋਂ ਲੰਘੇ ਨੇ, ਤੇ ਖੁਸ਼ਕਿਸਮਤ ਲੋਕ ਆਪੜ ਜਾਂਦੇ ਨੇ। ਤੇ ਬਾਕੀ ਜਿਹੜੇ ਕਿਸਮਤ ਦੇ ਹਰੇ ਲੋਕ ਨੇ ਉਹ ਕਰਦਿਆਂ ਵਾਸਤੇ ਸਾਰੀ ਜ਼ਿੰਦਗੀ ਦਾ ਪਛਤਾਵਾ ਬਣਾ ਕੇ ਬਣਾ ਦਿੰਦੇ। ਛੱਡ ਜਾਂਦੇ ਨੇ। ਗੱਲ ਇਹ ਵੇ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਫਿਰ ਤੁਸੀਂ ਕੋਈ ਸਬਸਕ੍ਰਾਈਬ ਕਰੋਗੇ ਕਿ ਅਸੀਂ ਫਿਰ ਮਜ਼ੀਦ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਪਣੇ ਸੰਗੀਆਂ ਸਾਥੀਆਂ ਦੀਆਂ ਖਿਦਮਤਾਂ ਦੇ ਵਿੱਚ ਹਾਜ਼ਰ ਹੋਵਾਂਗੇ। ਤੇ ਇਹਦੇ ਨਾਲ ਹੀ ਸਾਨੂੰ ਜੀ ਪਿਛਲੀ ਵੀਡੀਓ ਦੇ ਵਿੱਚ ਰੋਕ ਸਾਹਿਬ ਤੁਸੀਂ ਸੁਣਿਆ ਤੇ ਅੱਜ ਵੀ ਉਹ ਸਾਡੇ ਨਾਲ ਖੁਸ਼ਕਿਸਮਤੀ ਨਾਲ ਮੌਜੂਦ ਨੇ। ਅਸੀਂ ਉਹਨਾਂ ਨੂੰ ਸਪੈਸ਼ਲ ਇਨਵਾਈਟ ਕੀਤਾ ਕਿ ਤੁਹਾਡੇ ਵਰਗੇ ਇੱਕ ਦੋਸਤ ਜਿਹੜੇ ਨੇ, ਜਿਹੜੇ ਕਿ ਤੁਹਾਡੇ ਵਰਗੂ ਤਕਲੀਫਾਂ ਬਰਦਾਸ਼ਤ ਕਰਕੇ ਉੱਥੇ ਪਹੁੰਚੇ ਤੇ ਫਿਰ ਉੱਥੋਂ ਕਿਵੇਂ ਵਾਪਸ ਆਏ। ਤੇ ਕੁਝ ਗੱਲਾਂ ਰੋਕ ਸਾਹਿਬ ਨੂੰ ਪੁਰਾਣੇ ਜ਼ਖਮ ਜਿਹੜੇ ਨੇ ਉਹ ਚੇਤੇ ਆਉਂਦੇ ਨੇ ਕਿ ਬਹੁਤ ਗੁਫ਼ਤਗੂ ਕਰਨਾ ਚਾਹੁੰਦੇ ਨੇ। ਭਾਈ ਰੋਕ ਸਾਹਿਬ ਅਸਲਾਮੁਅਲੈਕੁਮ ਜੀ ਸਾਰਿਆਂ ਦੋਸਤਾਂ ਨੂੰ। ਭਾਈ ਤੁਹਾਡੇ ਨਾਲ ਵਾਅਦਾ ਕੀਤਾ ਸੀ, ਉਹ ਅੱਜ ਅਸੀਂ ਇੱਕ ਵਾਅਦਾ ਤੁਹਾਡਾ ਪੂਰਾ ਕਰ ਦਿੱਤਾ ਹੈ। ਕਿਉਂਕਿ ਮੇਰੇ ਸਾਹਮਣੇ ਮੇਰੇ ਨਾਲ ਭਾਈ ਤਾਰਕ ਫੋਟਾਬਾਸ ਤੋਂ ਆਏ ਨੇ। ਅਸੀਂ ਉੱਥੇ ਜਾਣਾ ਸੀ, ਅਸੀਂ ਕੋਈ ਵਜ੍ਹਾ ਤੋਂ ਨਹੀਂ ਜਾ ਸਕੇ। ਇਹਨਾਂ ਦੇ ਕੋਲ ਕੁਝ ਮੌਸਮ ਦੀ ਖਰਾਬੀ ਸੀ। ਉਹ ਬਹਰਹਾਲ ਉਹ ਆਪ ਹੀ ਸਾਡੇ ਕੋਲ ਆ ਗਏ ਨੇ ਤੇ ਅਸੀਂ ਬੜਾ ਉਹਨਾਂ ਨੂੰ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਜੋ ਵੀ ਉਹਨਾਂ ਨੇ ਤੁਹਾਨੂੰ ਸੁਣਾਇਆ, ਜੋ ਕੁਝ ਵੀ ਉਹਨਾਂ ਨੇ ਆਪਣੀ ਜ਼ਬਾਨੀ ਤੁਸੀਂ ਉਹਨਾਂ ਕੋਲ ਸੁਣਿਆ, ਤੇ ਇਹ ਬਿਲਕੁਲ ਹਕੀਕਤ ਹੈ। ਇਸ 'ਚ ਤੇ ਭਾਈ ਜ਼ਹਾਦ ਨੇ ਜੋ ਕੁਝ ਵੀ ਤੁਹਾਡੇ ਨਾਲ ਜਿੰਨੀਆਂ ਵੀਡੀਓ ਅਸੀਂ ਤਿਆਰ ਕਰਾਂਗੇ ਨਾ ਭਾਈ ਜ਼ਹਾਦ ਨੇ, ਉਹ ਬਿਲਕੁਲ ਹਕੀਕਤ ਨੇ। ਉਹ ਕੋਈ ਉਹਦੇ ਵਿੱਚ ਇੱਕ ਮਾਸਾ ਝੂਠ ਨਹੀਂ, ਕੋਈ ਅਸੀਂ ਝੂਠਾ ਬੰਦਾ ਵਿੱਚ ਨਹੀਂ ਪਾਉਣਾ, ਉਹਦੇ ਕੋਈ ਕਹਾਣੀ ਨਹੀਂ ਸੁਣਨੀ ਕਿਸੇ ਕਿਸਮ ਦੀ। ਜੋ ਕਿਸੇ ਨਾਲ ਬੀਤੀ ਹੋਏਗੀ ਨਾ, ਅਸੀਂ ਉਸ ਬੰਦੇ ਦੇ ਕੋਲ ਵੀ ਪਹੁੰਚਾਂਗੇ ਤੇ ਤੁਹਾਨੂੰ ਉਸ ਬੰਦੇ ਦੇ ਜ਼ਬਾਨੀ ਜਿਹੜੀ ਵੀ ਗੁਫ਼ਤਗੂ ਹੋਏਗੀ ਉਹ ਤੁਹਾਨੂੰ ਸੁਣਾਈ ਜਾਏਗੀ। ਨਹੀਂ ਜੀ, ਉੱਥੇ ਦੀ ਜ਼ਬਾਨ ਵੀ ਸੁਣਨੀ, ਬੰਦੇ ਕੋ ਸੋਚਦੇ ਨੇ ਉਹਦੀ ਜ਼ਬਾਨ ਨਹੀਂ ਹੈ, ਉਹ ਜ਼ਬਾਨ ਵੀ ਅਸੀਂ ਸੁਣਾ ਸਕਦੇ। ਹਾਂਜੀ, ਬਹਰਹਾਲ ਭਾਈ ਤਾਰਕ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ ਤੇ ਸਾਡੇ ਕੋਲ ਇਸ ਪੈਗਾਮ ਵਾਸਤੇ, ਜਿਹੜਾ ਅਸੀਂ ਸਾਰੇ ਭਾਈਆਂ, ਸਿਰਫ ਸਾਡੇ ਵਾਸਤੇ ਨਹੀਂ ਪੈਗਾਮ, ਇਹ ਸਾਰੀ ਆਵਾਮ ਵਾਸਤੇ ਤੇ ਸਾਰੇ ਜਿਹੜੇ ਭਰਾ ਇਸ ਕੰਮ ਨੂੰ ਨਹੀਂ ਨਾ ਸਮਝਦੇ, ਇਹ ਉਹਨਾਂ ਵਾਸਤੇ ਅਸੀਂ ਇਹਨਾਂ ਬੰਦਿਆਂ ਨੂੰ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਹਾਂ, ਉਹਨਾਂ ਦਾ ਇੰਟਰਵਿਊ ਕਰਦੇ ਹਾਂ। ਹਾਂਜੀ, ਤੇ ਉਹਨਾਂ ਦੀ ਜ਼ਬਾਨੀ ਤੁਸੀਂ ਸਾਰੀ ਗੱਲਬਾਤ ਹਕੀਕਤਾਂ ਨੂੰ ਸੁਣਦੇ ਜੋ। ਤੇ ਫਿਰ ਵੀ ਅਗਰ ਤੁਹਾਨੂੰ ਇਸ ਗੱਲ ਦੀ ਸਮਝ ਨਾ ਲੱਗੇ ਤੇ ਭਾਈ ਉਹ ਫਿਰ ਅੱਗੋਂ ਤੁਹਾਡੀ ਮਰਜ਼ੀ ਹੈ। ਹਾਂਜੀ, ਉਹ ਜੇ ਤੁਸੀਂ ਅਗਲਾ ਘਰ ਵੇਖਣਾ ਤੇ ਜਾ ਕੇ ਵੇਖ ਆਓ। ਇਹ ਰੋਗ ਤਾਂ ਕੋਈ ਨਹੀਂ ਕਿਸੇ ਨੂੰ ਸਕਦਾ ਹੈ, ਰੋਗ ਤੇ ਕੋਈ ਨਹੀਂ ਕਿਸੇ ਨੂੰ ਸਾਡੇ ਤੇ ਰਿਕਵੈਸਟ ਬਾਦਲ ਫਿਰ ਵੀ ਅਸੀਂ ਤੁਹਾਡੇ ਨਾਲ ਰਿਕਵੈਸਟ ਕਰਦੇ ਹਾਂ। ਹਾਂਜੀ, ਜੋ ਕੁਝ ਬੀਤੀ ਫਿਰ ਵੀ ਸੁਣਾਵਾਂਗੇ। ਮਜ਼ੀਦ ਅੱਗੇ ਵੀ ਸਾਡੇ ਦੋਸਤਾਂ ਨਾਲ ਹੋਰ ਵੀ ਕੰਟੈਕਟ ਹੈ ਨੇ, ਉਹ ਜਦੋਂ ਇਨਸ਼ਾਅੱਲਾ ਤਾਲਾ ਸਾਨੂੰ ਮੌਕਾ ਮਿਲੇਗਾ ਤੇ ਉਹ ਵੀ ਤੁਹਾਨੂੰ ਅਸੀਂ ਉਹਨਾਂ ਦੀ ਜ਼ਬਾਨੀ ਜਿਹੜੀ ਵੀ ਚੀਮਾ ਸਾਹਿਬ ਗੱਲ ਹੋਏਗੀ ਨਾ, ਉਹ ਸੁਣਾਈ ਜਾਏਗੀ। ਜਿਸ ਤਰ੍ਹਾਂ ਵੀ ਹੁਣ ਤੁਸੀਂ ਭਾਈ ਤਾਰਕ ਕੋਲ ਸਾਰੀ ਇਹ ਗੱਲਬਾਤ ਸੁਣੀ ਹੈ, ਜੋ ਵੀ ਮੁਸ਼ਕਲਾਤਾਂ ਸੁਣਾਈਆਂ ਉਹਨਾਂ ਨੇ ਸੁਣਾਈਆਂ ਨੇ, ਬਿਲਕੁਲ ਹਕੀਕਤ ਤੇ ਮਬਨੀ। ਠੀਕ ਹੈ, ਇਹ ਸੁਣ ਕੇ ਤੇ ਆਪਣੇ ਯਾਰਾਂ ਬੇਲੀਆਂ ਨੂੰ ਦੱਸਿਓ। ਹਾਂਜੀ, ਜਿਹੜਾ ਇਸ ਪਾਸੇ ਜਾਣਾ ਚਾਹੁੰਦਾ, ਤੇ ਬੜੀ ਮਿਹਰਬਾਨੀ ਤੁਹਾਡੀ। ਬਹੁਤ ਹੀ ਪਿਆਰੇ ਖਿਆਲਾਂ ਦਾ ਇਜ਼ਹਾਰ ਕਰ ਰਹੇ ਸਨ ਭਾਈ ਨਸੀਰ ਦੇ ਭਾਈ ਰਊਫ ਸਾਹਿਬ, ਅਬਦੁਲ ਰਊਫ ਯੂਨਾਨ ਵਾਲੇ। ਇਹ ਦੋਵੇਂ ਬੇਲੀ ਸਾਡੇ ਇਸ ਤਕਲੀਫ ਤੇ ਕਰਬ ਦੇ ਵਿੱਚੋਂ ਲੰਘੇ ਨੇ ਤੇ ਆਪਣੇ ਆਪਣੇ ਦਿਲ ਦੇ ਵਿੱਚੋਂ ਇਹ ਗੱਲਾਂ ਬਿਆਨ ਕਰ ਰਹੇ ਨੇ। ਲਿਹਾਜ਼ਾ ਸਾਡੀ ਵੀਡੀਓ, ਜਿਹੜਾ ਕਿ ਨਵਾਂ ਸਾਥੀ ਕੋਈ ਤਿਆਰ ਹੋਇਆ ਕਿ ਤੰਗ ਕਰਦਾ ਪਿਆ, ਸਾਡੀ ਵੀਡੀਓ ਸਿਰਫ ਉਹਨੂੰ ਕਹੋ ਕਿ ਤੁਸੀਂ 1 ਘੰਟਾ ਟਾਈਮ ਕੱਢ ਕੇ ਸਾਡੀ ਵੀਡੀਓ ਵੇਖ ਲਓ, ਜਾਂ ਸਾਡੇ ਕੰਟੈਕਟ ਨੰਬਰ ਨੇ ਸਾਡੇ ਨਾਲ ਰਾਬਤਾ ਕਰ ਲਿਆ। ਉਸ ਨੂੰ ਸਾਰੀ ਸੂਰਤ ਹਾਲ ਨਾਲ ਵਾਜ਼ਿਹ ਕਰਾਂਗੇ। ਅਸੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਉਹਨੂੰ ਕਾਇਲ ਕਰਨ ਦੀ ਕੋਸ਼ਿਸ਼ ਕਰਾਂਗੇ, ਅਸੀਂ ਉਹਨੂੰ ਹਰ ਤਰ੍ਹਾਂ ਤੋਂ
ਡਿਫੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਇਨਸ਼ਾ ਅੱਲਾਹ ਤਾਲਾ। ਸਾਨੂੰ ਉਮੀਦ ਹੈ ਮੇਰੇ ਭਾਈ ਤੁਸੀਂ ਵੇਖ ਲਓ, ਮੈਂ ਚੀਮਾ ਸਾਹਿਬ ਮਾਦਰਾ ਚਾਹਨਾ ਉਹਨਾਂ ਦੇ ਵਿੱਚ ਗੱਲ ਟੋਕਣਾ ਪਿਆ। ਆ ਵਾਕਿਆ ਥੋੜੇ ਦਿਨਾਂ ਦੇ ਵਿੱਚ ਹੀ ਹੋਇਆ, ਜਿਹਦੇ ਬੰਦੇ ਸਾਡੇ ਵਰਗੇ ਨੌਜਵਾਨ ਜਿਹੜੇ ਇਸ ਪਾਸੇ ਜਾਂਦੇ ਪਏ ਬਲੋਚਿਸਤਾਨ ਸਨ, ਦੇ ਵਿੱਚ ਨੇ। ਬਲੋਚਿਸਤਾਨ ਦੇ ਵਿੱਚ 20 ਲੜਕੇ ਮਰ ਗਏ ਨੇ ਫਾਇਰਿੰਗ ਦੇ ਨਾਲ। ਉਹ ਇਸ ਪਾਸੇ ਇਸ ਜ਼ਰੀਏ ਨਾਲ ਹੀ ਮਰੇ ਨੇ, ਬਿਲਕੁਲ ਉਹ ਗਲਤ ਤਰੀਕੇ ਨਾਲ ਹੀ ਜਾਂਦੇ ਪਏ ਸਨ ਤੇ ਉਹ ਮਰੇ ਨੇ। ਅਸੀਂ ਵੀ ਸਾਡੇ ਤੇ ਵੀ ਇਸ ਤਰ੍ਹਾਂ ਹੀ ਫਾਇਰਿੰਗ ਹੋਈ ਸੀ ਜਿਵੇਂ ਉਹ ਮਰੇ ਨੇ ਨਾ। ਸਾਨੂੰ ਤਾਂ ਬਸ ਪਤਾ ਨਹੀਂ ਮਾਂ ਪਿਓ ਦੇ ਪਿੱਛੇ ਦੁਆਵਾਂ ਸਾਨੂੰ, ਬਿਲਕੁਲ ਜੀ। ਯਾਰਾਂ ਬੇਲੀਆਂ ਦੇ ਦੋਸਤਾਂ ਦੀਆਂ ਦੁਆਵਾਂ ਸਾਨੂੰ ਨੇਕੀ, ਰੱਬ ਨੇ ਸਾਡੇ ਅੱਗੇ ਇੱਕ ਨੇਕੀ ਲੈਣ ਦੀ ਕਿ ਯਾਰ ਮੈਂ ਇਹਨਾਂ ਨੇ ਆਹ ਨੇਕੀ ਕੀਤੀ ਸੀ ਹਾਂ, ਤੇ ਉਹ ਨੇਕੀ ਦਾ ਸਿਲਾ ਰੱਬ ਹੀ ਦਿੰਦਾ, ਬੰਦਾ ਕੋਈ ਨਹੀਂ ਦਿੰਦਾ। ਨਾਲੇ ਕੋਈ ਵੀ ਚੀਜ਼ ਹਾਂਜੀ, ਉਹ ਸਾਡੀ ਨੇਕੀ ਅੱਗੇ ਆ ਗਈ ਤੇ ਰੱਬ ਨੇ ਸਾਨੂੰ ਉਸ ਮੁਸ਼ਕਲਾਂ ਤੋਂ ਸੁਰਖਰੂ ਕੀਤਾ। ਹਾਂਜੀ, ਤੇ ਅਸੀਂ ਤੇ ਹੈ ਹੀ ਨਹੀਂ ਇੰਨੇ ਜੋਗੇ। ਤੇ ਇਹਨਾਂ ਚੀਜ਼ਾਂ ਨੂੰ ਵੇਖ ਕੇ, ਇਹਨਾਂ ਨੌਜਵਾਨਾਂ ਦੀਆਂ ਮਈਤਾਂ ਨੂੰ ਵੇਖ ਕੇ, ਉਦੋਂ ਅਖਬਾਰਾਂ ਦੇ ਵੀ ਵੇਖਿਆ ਲੋਕਾਂ ਨੇ। ਹਾਂਜੀ, ਟੀਵੀ ਦੇ ਵਿੱਚ ਵੀ ਇਹ ਸ਼ੋਅ ਕੀਤਾ ਗਿਆ, ਨੈਟ ਤੇ ਵੀ ਉਹਨਾਂ ਦੀਆਂ ਤਸਵੀਰਾਂ ਆਈਆਂ ਤੇ ਖੌਫ ਆਉਂਦਾ ਹੈ। ਹਾਂਜੀ, ਤੇ ਦਿਲ ਨਹੀਂ ਕਰਦਾ ਕਿ ਕਿਸੇ ਨੂੰ ਯਾਰ ਇਹ ਗੱਲ ਕਹੀਏ ਕਿ ਤੂੰ ਇਸ ਪਾਸੇ ਜਾ। ਤੇ ਉਹ ਹੁਣ ਉਹ ਹੁਣ ਭਰਾ ਵੀ ਐਸੇ ਨਹੀਂ ਜਿਹੜੇ ਉਹ ਵੇਖ ਕੇ ਵੀ ਗੱਲ ਕਹਿ ਸਕਣਗੇ ਯਾਰ ਤੁਸੀਂ ਜਾਓ। ਹਾਂਜੀ, ਜੇ ਤੁਸੀਂ ਘਲਾਣਾ ਵਾ ਨਾ, ਉਹਨਾਂ 20 ਬੰਦਿਆਂ ਨੂੰ ਤੁਸੀਂ ਦੇਖ ਲੈਣਾ। ਹਾਂ, ਜਿਹੜਾ ਕੋਈ ਭਰਾ ਆਂਦਾ ਨਾ ਕਿ ਮੈਂ ਆਪਣੇ ਭਰਾ ਨੂੰ ਭੇਜਣਾ ਜਾਂ ਆਪਣੇ ਮਾਮੇ ਦੇ ਪਿਓ ਨੂੰ ਮਾਮੇ ਦੇ ਬੇਟੇ ਨੂੰ ਭੇਜਣਾ ਜਾਂ ਚਾਚੇ ਨੂੰ ਭੇਜਣਾ, ਹਾਂਜੀ, ਉਹ ਸਿਰਫ ਉਹ ਸਬਕ ਯਾਦ ਕਰ ਲਓ, ਸਾਨੂੰ ਤੁਸੀਂ ਛੱਡ ਦਿਓ ਇੱਕ ਪਾਸੇ। ਉਹ 20 ਬੰਦਿਆਂ ਦੀਆਂ ਸ਼ਕਲਾਂ ਤੁਸੀਂ ਦੇਖ ਲਓ ਕਿ ਉਹਨਾਂ ਦੀਆਂ ਸ਼ਕਲਾਂ ਕਿੰਜ ਦੀਆਂ, ਉਹਨਾਂ ਨੂੰ ਕੀ ਹੋਇਆ। ਸਿਰਫ ਉਹ ਲਾਸ਼ਾਂ ਵਾਪਸ ਨਹੀਂ ਆਈਆਂ। ਹਾਂ, ਉਹ ਕੁਝ ਪਹਿਚਾਨੀਆਂ ਨਹੀਂ ਗਈਆਂ ਲਾਸ਼ਾਂ। ਹਾਂ, ਕੁਝ ਮਾਵਾਂ ਤਰਸਦੀਆਂ ਪਈਆਂ ਉਹਨਾਂ ਨੂੰ। ਘਰ ਦੇ 2 ਭਰਾ ਸ਼ਹੀਦ ਹੋ ਗਏ। ਹਾਂਜੀ, ਇਸ ਵੇਲੇ 15 ਬੰਦੇ ਮਰੇ। ਹਾਂਜੀ, ਤੇ ਤੁਹਾਡੀ ਮਿਹਰਬਾਨੀ ਆ, ਅਸੀਂ ਤੁਹਾਡੇ ਅੱਗੇ ਫਿਰ ਵੀ ਰਿਕਵੈਸਟ ਕਰਦੇ ਹਾਂ, ਬਾਰ-ਬਾਰ ਹਰ ਫਿਲਮ, ਹਰ ਜਿਹੜੀ ਵੀ ਅਸੀਂ ਇੰਟਰਵਿਊ ਦਿੰਦੇ ਉਹਦੇ ਅੱਗੇ ਰਿਕਵੈਸਟ ਹੀ ਕਰਦੇ ਹਾਂ ਹਾਂ ਕਿ ਯਾਰ ਇਹ ਪਾਸਾ ਬਿਲਕੁਲ ਹੀ ਖਤਰਨਾਕ ਹੈ। ਹਾਂਜੀ, ਥੋੜੀ ਕਮਾ ਲਓ ਉਹ ਚੰਗੀ ਜੇ, ਅਸੀਂ ਤਾਂ ਥੋੜੀ ਕਮਾਉਣ ਵਾਸਤੇ ਇੱਧਰ ਵਾਪਸ ਆ ਗਏ। ਸਾਨੂੰ ਕੀ ਲੋੜ ਉਧਰ ਜਾ ਕੇ ਧੱਕੇ ਖਾਣ ਦੀ। ਜੇ ਤੁਸੀਂ ਸਹੀ ਤਰੀਕੇ ਨਾਲ ਜਾਣਾ, ਜੇ ਤੁਹਾਡੇ ਕੋਲ ਪੈਸੇ ਹਨ ਤੇ ਸਹੀ ਤਰੀਕੇ ਨਾਲ ਜਾਓ, ਸਹੀ ਤਰੀਕੇ ਨਾਲ ਘਰ ਵਾਪਸ ਆਓ, ਆਪਣੇ ਮਾਂ ਪਿਓ ਦੇ ਵਿੱਚ, ਆਪਣੇ ਭੈਣਾਂ ਭਰਾਵਾਂ ਵਿੱਚ, ਆਪਣੇ ਬੱਚਿਆਂ ਦੇ ਵਿੱਚ। ਹਾਂਜੀ, ਤੇ ਬੜੀ ਮਿਹਰਬਾਨੀ ਤੁਹਾਡੀ। ਅਸੀਂ ਭਾਈ ਤਾਰਕ ਦੇ ਬੜੇ ਸ਼ੁਕਰਗੁਜ਼ਾਰ ਹਾਂ ਜਿਹੜੇ ਇੰਨੀ ਦੂਰ ਤੋਂ ਇੱਥੇ ਸਾਡੇ ਕੋਲ ਇੱਥੇ ਸਿਰਫ ਐਸ ਨੇਕੀ ਕਰਨ ਵਾਸਤੇ ਇੱਥੇ ਸਾਡੇ ਕੋਲ ਆਏ ਤੇ ਬੜਾ ਉਹਨਾਂ ਆਪਣੀ ਮਸਰੂਫੀਅਤ ਦੇ ਵਿੱਚੋਂ ਟਾਈਮ ਕੱਢਿਆ ਹਾਂਜੀ ਤੇ ਇੰਨੀ ਦੂਰ ਤੋਂ ਸਫ਼ਰ ਕਰਕੇ ਉਹਨਾਂ ਦਾ ਸਾਡੇ ਭਰਾ ਕੋਲ- ਦੇ ਯਾਰਾਂ ਵਜੇ ਨੇ ਕਿ ਅਸੀਂ ਵੀਡੀਓ ਹਾਂਜੀ। ਬਣਾਉਂਦੇ ਇਹ ਨਾ ਭਾਈ ਉਹ 3 ਦਿਨ ਹੋ ਗਏ ਨੇ ਉਹ ਚੱਲੇ ਨੇ ਉੱਥੋਂ ਆਪਣੇ ਇਲਾਕੇ ਦੇ ਵਿੱਚੋਂ। ਕੁਝ ਉਹਨਾਂ ਦੇ ਰਸਤੇ ਦੇ ਵਿੱਚ ਰਿਸ਼ਤੇਦਾਰ ਸਨ, ਕੁਝ ਉੱਥੇ ਠਹਿਰੇ, ਫਿਰ ਚਲਦੇ ਪੁੱਛਦੇ ਪਛਾਣਦੇ ਸਾਡੇ ਕੋਲ ਇੱਥੇ ਆ ਗਏ ਨੇ। ਅੱਜ ਸ਼ਾਮ 5-6 ਵਜੇ ਸਾਡੇ ਕੋਲ ਪਹੁੰਚੇ ਨੇ। ਹੁਣ 11-12 ਵਜੇ ਤੋਂ 11-12 ਦਾ ਟਾਈਮ ਹੋ ਗਿਆ ਜਿਹੜਾ ਤੁਹਾਨੂੰ ਅਸੀਂ ਇੰਟਰਵਿਊ ਕਰਦੇ ਪਏ ਹਾਂ ਸਾਰੇ ਸੰਗੀ ਸਾਥੀ ਰਲ ਕੇ। ਤੇ ਇਨਸ਼ਾਅੱਲਾ ਤਾਲਾ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵਾ ਕਿ ਇਨਸ਼ਾਅੱਲਾ ਤਾਲਾ ਹੋਰ ਵੀ ਮਜ਼ੀਦ ਅੱਗੇ ਸਾਡੇ ਕੋਲ ਭਾਈ ਐਸੇ ਜਿਹੜਾ ਇੰਟਰਵਿਊ ਦੇਣਾ ਚਾਹਣ, ਅਸਾਂ ਤੁਹਾਡੇ ਨਾਲ ਬਿਲਕੁਲ ਜਿੰਨੀ ਵੀ ਸਾਡੇ ਕੋਲ ਹੈਲਪ ਹੋਈ, ਇਹ ਭਾਈ ਤਾਰਕ ਹੋਣਾ ਸਾਨੂੰ ਆਖਿਆ ਕਿ ਅਸੀਂ ਇਨਸ਼ਾਅੱਲਾ ਤਾਲਾ ਤੁਹਾਡੇ ਨਾਲ ਕਰਾਂਗੇ। ਹਾਂ, ਤੇ ਜਿੱਥੇ ਤੱਕ ਵੀ ਸਾਡੇ ਕੋਲ ਰੋਕਿਆ ਗਿਆ ਨਾ ਕਿਸੇ ਨੂੰ, ਤੇ ਅਸੀਂ ਮਿੰਨਤਾਂ ਤਰਲੇ ਕਰਕੇ ਵੀ ਉਹਨਾਂ ਨੂੰ ਰੋਕਾਂਗੇ ਵੀ ਯਾਰ ਇਸ ਪਾਸੇ ਨਾ ਜਾਏ। ਬਿਲਕੁਲ ਜੀ, ਇਹ ਰੂਪ ਸਾਹਿਬ ਆਪਣੇ ਨੇਕ ਖਿਆਲਾਂ ਦਾ ਇਜ਼ਹਾਰ ਕਰ ਰਹੇ ਸਨ। ਅਸੀਂ ਰੂਪ ਸਾਹਿਬ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਆਪਣੇ ਕੀਮਤੀ ਟਾਈਮ ਦੇ ਵਿੱਚ ਟਾਈਮ ਕੱਢਿਆ। ਭਾਈ ਤਾਰਕ ਇਹਨੇ ਦੂਰ ਦਰਾਜ਼ ਦੇ ਇਲਾਕੇ ਤੋਂ ਸਪੈਸ਼ਲ ਸਾਡੀ ਪਹਿਲੀ ਵੀਡੀਓ ਵੇਖ ਕੇ ਦੂਸਰੀ ਵੀਡੀਓ ਨਾਲ ਆਖਿਆ ਜੀ ਮੇਰੀ ਬਣਾਓ। ਮੈਂ ਆਪਣੇ ਪਾਕਿਸਤਾਨ ਦੇ ਨੌਜਵਾਨਾਂ ਦੀ ਬਲਕਿ ਪੂਰੇ ਵਰਲਡ ਦੇ ਨੌਜਵਾਨਾਂ ਦੀ ਖਿਦਮਤ ਕਰਨਾ ਚਾਹੁੰਦਾ। ਇੱਕ ਸਦਕਾ ਜਾਰੀਆ ਸਮਝ ਕਿਉਂ ਨਾ ਇਹ ਕਦਮ ਚੁੱਕਿਆ ਤੇ ਬੜੀ ਤਕਲੀਫ ਦੇ ਨਾਲ ਕਮ ਸੇ ਕਮ 12 ਤੋਂ 14 ਘੰਟੇ ਦਾ ਲਾਈਵ ਜਿਹੜਾ ਕਿ ਰੈਗੂਲਰ ਜਿਹੜਾ ਇਹ ਸਫ਼ਰ ਕਰਕੇ ਇੱਥੇ ਪਹੁੰਚੇ ਨੇ। ਅਸੀਂ ਉਹਨੂੰ ਤਕਲੀਫ ਦਿੱਤੀ ਤੇ ਅੱਲਾ ਉਹਨਾਂ ਦਾ ਆਉਣਾ ਕਬੂਲ ਕਰੇ। ਇਹ ਸਾਡੀ ਕਾਵਿਸ਼ ਜ਼ਾਹਦ ਭਾਈ ਦੀ ਕਾਵਿਸ਼ ਔਰ ਰੂਪ ਸਾਹਿਬ ਦਾ ਖਿਆਲਾਤ ਦਾ ਇਜ਼ਹਾਰ ਕਰਨਾ, ਨਸੀਰ ਭਾਈ ਦੀ ਗਜ਼ਲ ਸਾਡਾ ਬੋਲਿਆ, ਤਾਰਕ ਭਾਈ ਦੀ ਇੰਨੀ ਸਟੋਰੀ ਟਰੂ ਜਿਹੜੀ ਸੱਚੀ ਸਟੋਰੀ ਹੈ ਸੁਣਾਉਣ ਦਾ ਸ਼ੁਕਰੀਆ। ਤੇ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਇਹ ਰੂਪ ਸਾਹਿਬ ਦੇ ਘਰ ਇਨਸ਼ਾਅੱਲਾ ਤਾਲਾ ਅਸੀਂ ਇਸੇ ਕੜੀ ਦੇ ਵਿੱਚ ਉਹਨਾਂ ਦੀ ਘਰਦਿਆਂ ਨੇ ਮਲਾਦ ਸੁੱਖਿਆ ਸੀ ਕਿ ਅਗਰ ਸਾਡਾ ਬੇਟਾ ਖਰੀਅਤ ਨਾਲ ਵਾਪਸ ਆ ਗਿਆ ਤੇ ਅਸੀਂ ਅੱਲਾ ਦੀ ਯਾਦ ਦੇ ਵਿੱਚ ਇੱਕ ਮਲਾਦ ਜ਼ਰੂਰ ਕਰਾਂਗੇ। ਕੱਲ੍ਹ ਇਨਸ਼ਾਅੱਲਾ ਤਾਲਾ YouTube ਤੇ ਲਾਈਵ ਅਸੀਂ ਉਹ ਮਲਾਦ ਵੀ ਇਨਸ਼ਾਅੱਲਾ ਚਲਾਵਾਂਗੇ। ਸੰਗੀਆਂ ਸਾਥੀਆਂ ਦੀ ਅਪੀਲ ਹੈ ਕਿ ਉਹ ਲਾਈਵ ਜਿਹੜਾ ਮਿਲਾਦ ਹੈ ਉਹ ਇਨਸ਼ਾਅੱਲਾ ਉਹ ਵੀ ਤੁਸੀਂ ਵੇਖੋ।
ਉਹਨੂੰ ਵੀ ਤੁਸੀਂ ਲਾਈਕ ਕਰੋ, ਸਬਸਕ੍ਰਾਈਬ ਕਰੋ। ਤੇ ਸੰਗੀਆਂ ਸਾਥੀਆਂ ਦੇ ਅੱਗੇ ਫਿਰ ਇੱਕ ਦੋ ਅਪੀਲ ਹੈ ਕਿ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਤੇ ਤਾਂ ਕਿ ਅਸੀਂ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਈਏ। ਇਹਦੇ ਨਾਲ ਹੀ ਮੈਨੂੰ, ਇਮਰਾਨ ਚੀਮੇ ਨੂੰ, ਤਾਰਕ ਭਾਈ ਨੂੰ, ਜ਼ਾਹਿਦ ਢਿੱਲੋਂ ਸਾਹਿਬ ਨੂੰ ਤੇ ਭਾਈ ਰੂਪ ਸਾਹਿਬ ਨੂੰ, ਸੀਰ ਸਾਹਿਬ ਨੂੰ ਤੇ ਸਾਡੇ ਮਜ਼ੀਦ ਦੂਸਰੇ ਸੰਗੀਆਂ ਸਾਥੀਆਂ ਨੂੰ ਇਜਾਜ਼ਤ ਦਿਓ। अस्सलाम वालेकुम। अस्सलाम वालेकुम।